ਸੋ ਅੱਜ ਵੀ ਮੈਂ ਤੁਹਾਡਾ ਜਿਹੜਾ ਵਾਈਟ ਬੋਰਡ ਤੇ ਹੀ ਕੰਮ ਕਰੂੰਗਾ ਕਿਉਂਕਿ ਵੈਕਟਰਸ ਦੇ ਬਾਰੇ ਨਾ ਇੱਥੇ ਮੈਨੂੰ ਜਿਹੜਾ ਟੂਲਸ ਵਧੀਆ ਮਿਲ ਜਾਂਦੇ ਨੇ ਉਹਦੇ ਨਾਲੋਂ ਤਾਂ ਮੈਂ ਇੱਥੇ ਹੀ ਸਮਝਾਉਂਗਾ ਤੁਹਾਨੂੰ ਤੇ ਤੁਸੀਂ ਸਕਰੀਨਸ਼ਾਟ ਲੈਂਦੇ ਰਹੋ ਜੇ ਕੋਈ ਦਿੱਕਤ ਹੋਵੇ ਜੇ ਕੋਈ ਲੋੜ ਹੋਵੇ ਕਿਸੇ ਡਾਇਗਰਾਮ ਦੀ ਇੰਨਾ ਸੋਹਣਾ ਤਾਂ ਕੋਈ ਡਾਇਗਰਾਮ ਬਣਾਉਂਦਾ ਮੈਂ ਨਹੀਂ ਕਿ ਸਕਰੀਨਸ਼ਾਟ ਲੈਣਾ ਪਵੇ ਚਲੋ ਆਪਾਂ ਕੰਮ ਹੀ ਕਰਨਾ ਹੈ ਇਹਨੂੰ ਪੂਰਾ ਕਰਨੀ ਹਾਂਜੀ ਸੋ ਦੇਖੋ ਹੁਣ ਕਹਿੰਦਾ ਮਤਲਬ ਮੈਂ ਸਭ ਤੋਂ ਪਹਿਲਾਂ ਜਿਵੇਂ ਡਾਟ ਪ੍ਰੋਡਕਟ ਤੇ ਕ੍ਰਾਸ ਪ੍ਰੋਡਕਟ ਦੀ ਗੱਲ ਹੋਈ ਆ ਤਾਂ ਇਹਦੇ ਵਿੱਚ ਦੇਖੋ ਸਭ ਤੋਂ ਜ਼ਰੂਰੀ ਗੱਲ ਕਿਹੜੀ ਆ ਸਭ ਤੋਂ ਜ਼ਰੂਰੀ ਗੱਲ ਇਹੀ ਆ ਕਿ ਡਾਟ ਤੇ ਕ੍ਰਾਸ ਨੂੰ ਯੂਜ਼ ਕਿੱਥੇ ਕਰਦੇ ਆ ਕਿਵੇਂ ਕਰਦੇ ਆ ਪਹਿਲਾਂ ਤਾਂ ਮੈਨੂੰ ਥੋੜਾ ਜਿਹਾ ਤੁਹਾਨੂੰ ਦੱਸ ਦਵਾਂ ਜਿਓਮੈਟ੍ਰੀਕਲੀ ਕਿਵੇਂ ਇਹਨੂੰ ਯੂਜ਼ ਕਰਦੇ ਆ ਕਿਵੇਂ ਜਿਵੇਂ ਦੇਖੋ ਇੱਕ ਤਾਂ ਹੈਗਾ ਪਹਿਲਾਂ ਡਾਟ ਪ੍ਰੋਡਕਟ ਕੋਈ ਵੀ ਦੋ ਵੈਕਟਰ ਦਾ ਹੋ ਸਕਦਾ ਹੈ ਤੇ ਇਹ ਚ ਸਿਮਿਲਰ ਟਾਈਪ ਆਫ ਵੈਕਟਰ ਹੋਣੇ ਜ਼ਰੂਰੀ ਨਹੀਂ ਹੈ ਜਿਵੇਂ ਫੋਰਸ ਤੇ ਡਿਸਪਲੇਸਮੈਂਟ ਦਾ ਵੀ ਡਾਟ ਹੋ ਸਕਦਾ ਹੈ ਨਾ ਰੇਡੀਅਸ ਵੈਕਟਰ ਤੇ ਉਹਦਾ ਫੋਰਸ ਦਾ ਵੀ ਕ੍ਰਾਸ ਹੋ ਸਕਦਾ ਤੁਸੀਂ ਮੈਂ ਇਹ ਗੱਲ ਤੁਹਾਨੂੰ ਦੱਸਿਆ ਸੀ ਡਾਟ ਪ੍ਰੋਡਕਟ ਨੂੰ ਹੀ ਆਪਾਂ ਸਕੇਲਰ ਪ੍ਰੋਡਕਟ ਵੀ ਕਹਿੰਦੇ ਆ ਇਹਨੂੰ ਸਕੇਲਰ ਪ੍ਰੋਡਕਟ ਕਹਿੰਦੇ ਆ ਪਰ ਹੁੰਦਾ ਇਹ ਵੈਕਟਰਸ ਦਾ ਹੀ ਆ ਸਕੇਲਰ ਇਸ ਲਈ ਕਹਿੰਦੇ ਕਿਉਂਕਿ ਇਹਦਾ ਜਵਾਬ ਜੋ ਆਉਂਦਾ ਹੈ ਪ੍ਰੋਡਕਟ ਕਰਨ ਤੋਂ ਬਾਅਦ ਜੋ ਆਨਸਰ ਆਉਂਦਾ ਉਹ ਸਕੇਲਰ ਆਉਂਦਾ ਹੈ ਤੇ ਕੋਈ ਵੀ ਦੋ ਵੈਕਟਰ ਹੋ ਸਕਦੇ ਨੇ ਮੈਂ ਇੱਥੇ ਇੱਕ ਜਗ੍ਹਾ ਤੇ ਬਣਾ ਵੀ ਦਿੰਦਾ ਵਾ ਜਿਵੇਂ ਮੰਨ ਲਓ ਫੋਰ ਐਗਜ਼ਾਮਪਲ ਇੱਥੇ ਮੰਨ ਲਓ ਆ ਇੱਕ ਵੈਕਟਰ A ਹੈ ਤੇ ਦੂਜਾ ਵੈਕਟਰ ਮੰਨ ਲਓ ਆ B ਹੈ ਕੁਝ ਵੀ ਹੋ ਸਕਦਾ ਹੈ ਸੋ ਕੋਈ ਵੱਡਾ ਵੀ ਹੋ ਸਕਦਾ B ਵੱਡਾ ਲੰਬਾ ਵੀ ਹੋ ਸਕਦਾ ਵੈਕਟਰ ਤੇ A ਤੇ B ਵੈਕਟਰ ਦੇ ਵਿੱਚ ਮੰਨ ਲਓ ਐਂਗਲ ਥੀਟਾ ਆ ਤੇ ਇਹ ਉਹੀ ਥੀਟਾ ਹੈ ਜਿਹੜਾ ਤੁਸੀਂ ਪੈਰਲਲੋਗ੍ਰਾਮ ਲਾਅ ਵੇਲੇ ਯੂਜ਼ ਕਰਦੇ ਹੋ ਤਾਂ ਮੰਨ ਲਓ ਆ A ਵੈਕਟਰ A ਵੈਕਟਰ ਹੈ ਤੇ ਆ ਮੰਨ ਲਓ B ਵੈਕਟਰ ਹੈ ਠੀਕ ਹੈ ਤੇ ਇਸ ਤਰ੍ਹਾਂ ਦੇ ਦੋ ਇਹਦੀ ਲੈਂਥ ਕੀ ਹੈ ਇਹਦੀ ਲੈਂਥ A ਦੀ ਲੈਂਥ ਕਿੰਨੀ ਹੈ A ਹੈ ਤੇ ਇਹਦੀ ਲੈਂਥ ਕਿੰਨੀ ਹੈ B ਹੈ ਤੇ ਇਹਦਾ ਜੇ ਤੁਹਾਨੂੰ ਪਤਾ ਆਪਾਂ ਪੈਰਲਲੋਗ੍ਰਾਮ ਲਾਅ ਕਿਵੇਂ ਕਰਦੇ ਇੱਥੋਂ ਆਪਾਂ ਇਹਨੂੰ ਪੈਰਲਲੋਗ੍ਰਾਮ ਬਣਾਉਂਦੇ ਆ ਪੂਰਾ ਕੰਪਲੀਟ ਕਰਦੇ ਇੱਥੋਂ ਫਿਰ ਇਹੀ ਪੁਆਇੰਟ ਤੋਂ ਉਹਦਾ ਜਿਹੜਾ ਨਿਕਲੇਗਾ ਡਾਇਗੋਨਲ ਉਹ ਆਪਣਾ ਰਿਜ਼ਲਟੈਂਟ ਹੁੰਦਾ A + B ਸੋ ਇਹ ਉਹੀ ਵਾਲਾ ਥੀਟਾ ਹੈ ਤੇ ਸਕੇਲਰ ਪ੍ਰੋਡਕਟ ਕਿਵੇਂ ਕਰਦੇ ਆ ਆਪਾਂ ਕਿਸੇ ਵੀ A ਵੈਕਟਰ ਦਾ ਕਿਸੇ ਵੀ B ਵੈਕਟਰ ਦੇ ਨਾਲ ਡਾਟ ਪ੍ਰੋਡਕਟ ਕਰਨਾ ਹੋਵੇ ਤਾਂ ਉਹ ਬਰਾਬਰ ਹੁੰਦਾ ਹੈ A ਦਾ ਮੈਗਨੀਟਿਊਡ ਪਹਿਲਾਂ ਲਿਖ ਦੋ ਲੈਂਥ ਉਹਦੀ ਫਿਰ B ਦਾ ਮੈਗਨੀਟਿਊਡ ਮਤਲਬ ਗੁਣਾ ਕਰ ਦੇਣਾ ਉਹਨਾਂ ਨੂੰ ਆਪਸ ਵਿੱਚ ਆਮ ਗੁਣਾ ਕਰਨੀ ਜਿਹੜੇ ਨੰਬਰਾਂ ਵਾਲੀ ਹੁੰਦੀ ਕਿਉਂਕਿ ਹੁਣ ਤਾਂ ਨੰਬਰਾਂ ਵਾਲੀ ਗੱਲ ਹੋਗੀ ਨਾ ਜਦੋਂ ਮੈਗਨੀਟਿਊਡ ਲਿਖਤਾ ਤਾਂ ਉਹ ਨੰਬਰਾਂ ਵਾਲੀ ਗੁਣਾ ਹੋਗੀ ਨਾਰਮਲ ਤੇ ਇਹਨਾਂ ਦੇ ਵਿਚਕਾਰ ਜਿਹੜਾ ਐਂਗਲ ਹੁੰਦਾ ਉਹਦਾ cos ਆਫ ਐਂਗਲ ਲਿਖਣਾ ਹੈ cos ਥੀਟਾ ਆ ਜਿਹੜਾ ਆਨਸਰ ਹੈ ਇਹ ਜਿਹੜਾ ਆਨਸਰ ਆਏਗਾ ਆਹ ਚੀਜ਼ ਕੀ ਆਏਗਾ ਇਹ ਕੋਈ ਨੰਬਰ ਆਏਗਾ ਬੇਸਿਕਲੀ ਜੇ ਵੈਕਟਰਸ ਦੇ ਵਿੱਚ ਮੈਥਮੈਟਿਕਸ ਚ ਗੱਲ ਕਰਾਂ ਕੋਈ ਨੰਬਰ ਆਏਗਾ ਜਾਂ ਫਿਰ ਕਹਿ ਲਓ ਕਿ ਜੇ ਫਿਜ਼ਿਕਸ ਚ ਗੱਲ ਕਰਾਂ ਤਾਂ ਕੋਈ ਸਕੇਲਰ ਕੁਆਂਟੀਟੀ ਆਏਗੀ ਕਿਉਂਕਿ ਇਹ ਚ ਆਪਣੀ ਕੋਈ ਡਾਇਰੈਕਸ਼ਨ ਨਹੀਂ ਹੋਏਗੀ ਬਸ A B cos ਥੀਟਾ ਬਸ ਦੈਟਸ ਇਟ A ਡਾਟ B ਇਜ਼ ਜਸਟ ਅ ਨੰਬਰ ਠੀਕ ਹੈ ਤੇ ਇਹਦਾ ਜੇ ਮੈਂ ਦੇਖਾਂ ਜਿਓਮੈਟ੍ਰੀਕਲ ਇੰਟਰਪ੍ਰੀਟੇਸ਼ਨ ਜੇ ਦੇਖਿਆ ਜਾਵੇ ਤਾਂ ਬੇਸਿਕਲੀ ਇਹ ਕੀ ਹੋ ਰਿਹਾ ਵਾ ਜਿਹੜਾ A ਵੈਕਟਰ ਆ ਜਿਵੇਂ ਜੇ ਤੁਸੀਂ ਆ A ਵੈਕਟਰ ਦੀ ਗੱਲ ਕਰੋ ਜੇ A ਵੈਕਟਰ ਦੇ ਕੰਪੋਨੈਂਟ ਬਣਾਓ ਤੁਸੀਂ ਤਾਂ A ਵੈਕਟਰ ਦੇ ਰੈਕਟੈਂਗੂਲਰ ਕੰਪੋਨੈਂਟ ਕਿਹੜੇ ਬਣਨਗੇ ਦੇਖੋ ਇੱਕ ਤਾਂ ਬਣੂਗਾ ਕੰਪੋਨੈਂਟ A ਵੈਕਟਰ ਦਾ ਆ ਇੱਧਰ ਨੂੰ ਬਣੂਗਾ ਇੱਥੋਂ ਇੱਥੇ ਤੱਕ B ਦੀ ਡਾਇਰੈਕਸ਼ਨ ਚ ਤੇ ਇੱਕ ਬਣੂਗਾ ਇਧਰੋਂ ਉੱਪਰ ਨੂੰ A ਦੇ ਦੋ ਕੰਪੋਨੈਂਟ ਬਣਨਗੇ ਤੇ ਜਦੋਂ A ਦੇ ਦੋ ਕੰਪੋਨੈਂਟ ਬਣਾ ਲਏ ਤੁਸੀਂ ਤਾਂ ਤੁਹਾਨੂੰ ਪਤਾ ਹੈ ਕਿ ਫਿਰ ਕੀ ਕਰਦੇ ਆ ਆਪਾਂ ਫਿਰ ਆਪਾਂ A ਨੂੰ ਭੁੱਲ ਜਾਂਦੇ ਆ ਉਹਦੇ ਕੰਪੋਨੈਂਟਸ ਬਾਰੇ ਧਿਆਨ ਦਿੰਦੇ ਆ ਸਿਰਫ ਤੇ ਆ ਜਿਹੜਾ ਕੰਪੋਨੈਂਟ ਹੁੰਦਾ ਆ ਇਹ ਕਿੰਨਾ ਹੁੰਦਾ ਇਹ ਕੰਪੋਨੈਂਟ ਕਿੰਨਾ ਹੁੰਦਾ ਇਹ cos ਥੀਟਾ ਹੁੰਦਾ ਹੈ ਇਹ ਤਾਂ ਤੁਹਾਨੂੰ ਪਤਾ ਹੀ ਆ ਇਹ ਦੱਸਿਆ ਇਹਦੀ ਲੈਂਥ ਕਿੰਨੀ ਆਏਗੀ ਜਿਵੇਂ ਇਹਦੀ ਲੈਂਥ A ਆ ਤਾਂ ਇੱਥੋਂ ਤੁਹਾਨੂੰ ਪਤਾ ਹੈ ਕਿ ਆਹ ਤੋਂ ਪਰਪੈਂਡੀਕੂਲਰ ਡ੍ਰੌਪ ਕਰੋ ਦਾ A cos ਥੀਟਾ ਤੇ ਆ ਕਿੰਨਾ ਹੈ A sin ਥੀਟਾ ਤਾਂ ਡਾਟ ਪ੍ਰੋਡਕਟ ਚ ਕੀ ਹੋ ਰਿਹਾ ਵਾ ਤੁਸੀਂ ਦੇਖੋ ਬੇਸਿਕਲੀ A cos ਥੀਟਾ ਨੂੰ ਗੁਣਾ ਕੀਤਾ ਜਾ ਰਿਹਾ ਵਾ B ਦੇ ਨਾਲ ਯਾਨੀ ਕਿ A ਵੈਕਟਰ ਦਾ ਜਿਹੜਾ ਇਹਦੇ ਵੱਲ ਕੰਪੋਨੈਂਟ ਹੈ B ਤੇ ਜਾਂ ਪਰਛਾਵਾਂ ਪੈਂਦਾ ਜੋ ਸਮਝ ਲਓ ਜਿਵੇਂ ਮਰਜ਼ੀ ਆ ਜਿਹੜਾ ਕੰਪੋਨੈਂਟ ਹੈ ਉਹਦੀ ਜਿਹੜੀ ਲੈਂਥ ਹੈ A cos ਥੀਟਾ ਇਸੇ ਨੂੰ ਚੱਕ ਕੇ ਇਸੇ B ਨਾਲ ਗੁਣਾ ਕਰਤਾ ਆਪਾਂ A cos ਥੀਟਾ ਨੂੰ ਤਾਂ ਬਣ ਗਿਆ AB cos ਥੀਟਾ ਇੱਕ ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਸੋਚ ਸਕਦੇ ਹੋ ਕਿ ਜੇ ਤੁਸੀਂ A ਨੂੰ ਕੰਪੋਨੈਂਟ ਬਣਾਏ ਆ ਤੇ ਇਸੇ ਨੂੰ ਤੁਸੀਂ ਐਵੇਂ ਹੀ ਸੋਚ ਸਕਦੇ ਹੋ ਕਿ ਜੇ ਇਹਨੂੰ ਹਟਾ ਦਈਏ ਆਪਾਂ ਮੰਨ ਲਓ A ਦੇ ਕੰਪੋਨੈਂਟ ਨਹੀਂ ਬਣਾਏ ਠੀਕ ਹੈ ਤੇ ਹੁਣ ਆਪਾਂ ਮੰਨ ਲਓ B ਦੇ ਕੰਪੋਨੈਂਟ ਬਣਾਏ ਤੇ B ਦੇ ਕੰਪੋਨੈਂਟ ਕਿਵੇਂ ਬਣਨਗੇ B ਦੇ ਕੰਪੋਨੈਂਟ ਬਣਨਗੇ ਇਸ ਤਰ੍ਹਾਂ B ਦਾ ਇੱਕ ਕੰਪੋਨੈਂਟ ਤਾਂ ਇਹਦੀ ਡਾਇਰੈਕਸ਼ਨ 'ਚ ਬਣੇਗਾ B ਦੇ ਕੰਪੋਨੈਂਟ ਦੇਖੋ ਇਹਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਸਕਿਲਡ ਹੋਣ ਦੀ ਲੋੜ ਨਹੀਂ ਤੁਸੀਂ ਭਾਵੇਂ ਗੱਲ ਨੂੰ ਸਮਝ ਲਓ ਇਹ ਇੱਥੇ ਤੱਕ ਬਣੇਗਾ ਲਗਭਗ ਪਰਪੈਂਡੀਕੂਲਰ ਕਿਉਂਕਿ ਬਣਨਾ ਚਾਹੀਦਾ
ਮੰਨ ਲਓ ਇੰਨਾ ਕੁ ਬਣ ਗਿਆ ਤੇ ਇੱਥੋਂ ਦੂਜਾ ਕੰਪੋਨੈਂਟ ਜਿਹੜਾ ਪਰਪੈਂਡੀਕੂਲਰ ਬਣੇਗਾ ਉਹ ਇੱਧਰ ਨੂੰ ਬਣੇਗਾ। ਫਿਰ ਆ ਬੀ ਦੇ ਕੰਪੋਨੈਂਟ ਬਣ ਗਏ ਪਰਪੈਂਡੀਕੂਲਰ ਕੰਪੋਨੈਂਟ ਹੈ। ਇੱਕ ਤਾਂ ਉਧਰ ਨੂੰ ਥੀਟਾ ਵਾਲੇ ਪਾਸੇ ਨੂੰ ਜਿਹੜਾ ਕੰਪੋਨੈਂਟ ਹੈਗਾ ਉਹ ਹੋਏਗਾ ਬੀ cos ਥੀਟਾ ਤੇ ਥੀਟਾ ਦੇ ਅਗੇਂਸਟ ਵਾਲਾ ਹੋਏਗਾ ਬੀ sin ਥੀਟਾ। ਠੀਕ ਆ। ਸੋ ਹੁਣ ਇੱਥੇ ਕੀ ਕੀਤਾ ਜਾ ਰਿਹਾ ਸਮਝ ਲਓ ਕਿ A ਨੂੰ ਉੱਥੇ ਹੀ ਰੱਖਿਆ ਜਾ ਰਿਹਾ, A ਨੂੰ ਨਹੀਂ ਛੇੜਿਆ ਤੇ B ਦਾ ਉਹ ਕੰਪੋਨੈਂਟ ਲਿਆ ਜਿਹੜਾ A ਦੀ ਡਾਇਰੈਕਸ਼ਨ 'ਚ ਸੀਗਾ, ਉਹਦੇ ਨਾਲ ਗੁਣਾ ਕਰਤਾ ਤੇ ਇਹਦਾ ਕੁਝ ਕੀਤਾ ਹੀ ਨਹੀਂ। ਜਿਵੇਂ ਉਹਦੇ ਵਿੱਚ ਇਹਦਾ ਕੁਝ ਨਹੀਂ ਕੀਤਾ ਸੀ ਜਦੋਂ A sin ਥੀਟਾ ਸੀਗਾ। ਸੋ ਆ ਵੀ ਬਣ ਗਿਆ। ਕਹਿਣ ਦਾ ਭਾਵ ਇਹ ਆ ਕਿ ਤੁਸੀਂ ਚਾਹੇ B ਵੈਕਟਰ ਦਾ ਕੰਪੋਨੈਂਟ A ਵਾਲੀ ਡਾਇਰੈਕਸ਼ਨ 'ਚ ਲੈ ਲਓ ਤੇ ਚਾਹੇ A ਦਾ ਕੰਪੋਨੈਂਟ B ਵਾਲੀ ਡਾਇਰੈਕਸ਼ਨ 'ਚ ਲੈ ਲਓ, ਫਿਰ ਉਹਨੂੰ ਉਹਦੇ ਨਾਲ ਗੁਣਾ ਕਰ ਦਿਓ। ਬਸ ਉਹਨੂੰ ਉਹਦੇ ਪਾਸੇ ਲਿਆਓ ਤੇ ਉਸ ਜਿਵੇਂ B ਦਾ ਕੰਪੋਨੈਂਟ A ਦੀ ਡਾਇਰੈਕਸ਼ਨ 'ਚ ਲਿਆ ਉਹਨੂੰ A ਨਾਲ ਗੁਣਾ ਕਰ ਲਿਆ ਤਾਂ ਵੀ ਡਾਟ ਪ੍ਰੋਡਕਟ ਹੋ ਗਿਆ। ਜਾਂ ਫਿਰ A ਦਾ ਕੰਪੋਨੈਂਟ B ਦੀ ਡਾਇਰੈਕਸ਼ਨ 'ਚ ਲਿਆ A cos ਥੀਟਾ ਤੇ ਉਹਨੂੰ B ਨਾਲ ਗੁਣਾ ਕਰ ਲਿਆ ਤਾਂ ਵੀ ਡਾਟ ਪ੍ਰੋਡਕਟ ਹੋ ਗਿਆ। ਤੇ ਆਨਸਰ ਦੋਨੋਂ ਹੀ ਕੇਸਿਸ 'ਚ ਸੇਮ ਆਉਂਦਾ ਹੈ। ਸੋ ਇਸ ਲਈ ਤੁਸੀਂ ਆ ਯਾਦ ਰੱਖਣਾ ਹੈ ਬਸ, ਵੈਕਟਰ ਜਿਹੜਾ ਮਰਜ਼ੀ ਹੋਵੇ ਤੇ ਚਾਹੇ ਉਹ A ਡਾਟ B ਹੋਵੇ ਚਾਹੇ B ਡਾਟ ਹੋਵੇ ਕੋਈ ਫਰਕ ਨਹੀਂ ਪੈਂਦਾ। ਇੱਥੋਂ ਪਤਾ ਲੱਗ ਗਿਆ ਕਿ ਇਹ ਜਿਹੜਾ ਹੈਗਾ ਇਹ ਕਮਿਊਟੇਟਿਵ ਵੀ ਹੈਗਾ ਵਾ। ਜਿਵੇਂ 4 × 12 ਹੁੰਦਾ ਤਾਂ 3 × 4 = 12 ਹੁੰਦਾ ਆ ਹਨਾ। 8 × 9 = 72 ਹੁੰਦਾ ਹੈ, 9 × 8 = 72 ਹੁੰਦਾ ਹੈ, 9 × 8 ਵੀ 72 ਹੁੰਦਾ ਹੈ, 8 × 9 ਵੀ 72 ਹੁੰਦਾ ਹੈ। ਸੋ ਬੇਸਿਕਲੀ ਇੱਥੇ ਜਿਹੜਾ ਡਾਟ ਪ੍ਰੋਡਕਟ ਆ ਉਹ ਇੱਕ ਤਰ੍ਹਾਂ ਦਾ ਕਮਿਊਟੇਟਿਵ ਰੂਲ ਵੀ ਆਪਣਾ ਫੋਲੋ ਕਰਦਾ ਹੈ ਤੇ ਇਹਨਾਂ ਨੂੰ ਡਾਟ ਕਰਨ ਤੋਂ ਬਾਅਦ ਜੋ ਜਵਾਬ ਆਉਂਦਾ ਹੈ ਉਹ ਹਮੇਸ਼ਾ ਇੱਕ ਸਕੇਲਰ ਕੁਆਂਟੀਟੀ ਆਉਂਦੀ ਹੈ। ਉਹਨੂੰ ਚਾਹੇ ਤੁਸੀਂ ਇਸ ਤਰ੍ਹਾਂ ਇੰਟਰਪ੍ਰੇਟ ਕਰ ਲਓ ਚਾਹੇ ਇਸ ਤਰ੍ਹਾਂ ਇੰਟਰਪ੍ਰੇਟ ਕਰ ਲਓ ਚਾਹੇ ਜੋ ਮਰਜ਼ੀ ਕਰ ਲਓ, ਆ ਆਪਣੀ ਮਰਜ਼ੀ ਹੈ। ਸਰ ਇਹਦਾ cos ਥੀਟਾ ਕਿਉਂ ਲੈ ਰਹੇ ਹਮੇਸ਼ਾ? ਸਰ ਉਹਦਾ ਕੀ ਮਤਲਬ ਹੈ ਕਿ A ਦੀ ਡਾਇਰੈਕਸ਼ਨ 'ਚ B ਲਿਆ ਮਤਲਬ? ਨਹੀਂ ਜਿਵੇਂ ਆਪਾਂ B ਦੇ ਰੈਕਟੈਂਗੂਲਰ ਕੰਪੋਨੈਂਟ ਬਣਾ ਰਹੇ ਨਾ ਆਪਾਂ, B ਦੇ ਰੈਕਟੈਂਗੂਲਰ ਕੰਪੋਨੈਂਟ ਕਿਸੇ ਵੀ ਦਿਸ਼ਾ ਤੋਂ ਬਣਾ ਸਕਦੇ ਹਾਂ ਆਪਾਂ। ਜਿਵੇਂ ਆ ਦੇਖੋ, ਜਿਵੇਂ ਮੰਨ ਲਓ ਮੈਂ ਇੱਥੇ ਦੇਵਾਂ ਤੈਨੂੰ ਆ ਦੇ, ਮੰਨ ਲਾ ਇੱਕ ਵੈਕਟਰ ਹੈ ਇੱਥੇ, ਆ ਵੈਕਟਰ ਹੈ ਠੀਕ ਹੈ ਤੇ ਇਸ ਵੈਕਟਰ ਦੇ ਮੈਨੂੰ ਕੋਈ ਕਹਿ ਰਿਹਾ ਕਿ ਰੈਕਟੈਂਗੂਲਰ ਕੰਪੋਨੈਂਟ ਬਣਾ ਕੇ ਦਿਖਾਓ ਤੇ ਇਹਦਾ ਇੱਕ ਕੰਪੋਨੈਂਟ ਕਿਸੇ ਵੀ ਦਿਸ਼ਾ 'ਚ ਲੈ ਲਓ ਤੁਸੀਂ। ਹੌਰੀਜ਼ੌਂਟਲ ਲੈਣਾ ਜ਼ਰੂਰੀ ਨਹੀਂ ਕਿਉਂਕਿ ਮੈਂ ਕਿਹੜਾ XY ਐਕਸਿਸ 'ਚ ਕੰਮ ਕਰ ਰਿਹਾ। ਮੈਂ ਤੁਹਾਨੂੰ ਕੱਲ ਵੀ ਸਮਝਾਇਆ ਸੀ XY ਐਕਸਿਸ ਤਾਂ ਜੇ ਗਿਵਨ ਹੋਊਗੀ ਤਾਂ ਵਾ ਨਾ। ਇਹਨੂੰ ਜਿੱਧਰ ਮਰਜ਼ੀ ਡਾਇਰੈਕਸ਼ਨ 'ਚ ਲੈ ਲਓ ਇਹਦਾ ਕੰਪੋਨੈਂਟ। ਮੰਨ ਲਓ ਇੱਧਰ ਨੂੰ ਲੈ ਲਓ ਤੁਸੀਂ, ਇਹ ਇੱਧਰ ਨੂੰ ਲੈ ਲਓ। ਜੇ ਇੱਧਰ ਨੂੰ ਲੈ ਰਹੇ ਹੋ ਨਾ ਤਾਂ ਤੁਹਾਨੂੰ ਪਤਾ ਹੈ ਫਿਰ ਐਂ ਹੀ ਸੋਚਣਾ ਪੈਣਾ ਇਹਨੂੰ ਇੱਥੇ ਤੱਕ ਨਹੀਂ ਰੱਖ ਸਕਦੇ, ਫਿਰ ਇੱਥੇ ਤੱਕ ਵੀ ਨਹੀਂ ਰੱਖ ਸਕਦੇ, ਇਹਨੂੰ ਉੱਥੇ ਤੱਕ ਲੈ ਕੇ ਜਾਣਾ ਪੈਣਾ ਜਿੱਥੋਂ ਫਿਰ ਅਗਲਾ ਪਰਪੈਂਡੀਕੂਲਰ ਹੀ ਬਣੇ ਕੰਪੋਨੈਂਟ ਇਹਦੇ। ਇਹ ਇੱਥੋਂ ਦੇਖੋ ਬਣ ਰਿਹਾ ਨਾ ਪਰਪੈਂਡੀਕੂਲਰ। ਕਹਿਣ ਦਾ ਭਾਵ ਮੇਰਾ ਸਮਝ ਰਹੇ ਹੋ? ਕਹਿਣ ਦਾ ਭਾਵ ਇਹ ਆ ਕਿ ਇੱਥੋਂ ਹੁਣ ਪਰਪੈਂਡੀਕੂਲਰ ਬਣੂਗਾ ਨਾ ਕੰਪੋਨੈਂਟ ਅਗਲਾ, ਦੇਖੋ ਹਨਾ। ਤਾਂ ਆ ਵੀ ਦੋਨੋਂ ਦੇ ਰੈਕਟੈਂਗੂਲਰ ਕੰਪੋਨੈਂਟ ਬਣ ਗਏ। ਦੇਖੋ ਜ਼ਰੂਰ ਨਹੀਂ XY ਐਕਸਿਸ ਦੇ ਡਾਇਰੈਕਸ਼ਨ 'ਚ ਨੇ ਇਹ। ਉਹੀ ਜਿਹੜੀ ਗੱਲ ਕੱਲ ਬੱਚੇ ਨੇ ਕੀਤੀ ਸੀ, ਬੜੀ ਵਧੀਆ ਗੱਲ। ਤੇ ਇਸ ਤਰ੍ਹਾਂ ਉਹਨੂੰ ਮੈਂ ਇੱਥੇ ਡਰਾ ਕਰ ਦੂੰਗਾ ਪਰਪੈਂਡੀਕੂਲਰ ਕੰਪੋਨੈਂਟ ਨੂੰ। ਆ ਦੇਖੋ ਇਹ ਦੋਨੋਂ ਪਰਪੈਂਡੀਕੂਲਰ ਕੰਪੋਨੈਂਟ ਲੱਗ ਰਹੇ ਕਿ ਨਹੀਂ ਲੱਗ ਰਹੇ? ਦੇਖੋ ਦੋਨੋਂ ਵਾਲਿਆਂ ਨੂੰ ਜੇ ਮੈਂ ਪੈਰਲਲੋਗ੍ਰਾਮ ਲਾਅ ਨਾਲ ਕਰਾਂ ਐਡ ਤਾਂ ਆਹੀ ਬਲੈਕ ਵਾਲਾ ਵੈਕਟਰ ਬਣੇਗਾ ਕਿ ਨਹੀਂ ਬਣੇਗਾ? ਸੋ ਇਹਦੀ ਐਂਗਲ ਤੇ ਆ। ਹੁਣ ਜੇ ਤੁਹਾਨੂੰ ਆਹ ਵਾਲਾ ਗਿਵਨ ਆ ਤਾਂ ਤੁਸੀਂ ਇਹਨੂੰ ਕਹਿ ਦੋਗੇ ਆ ਇਹ ਵੈਕਟਰ ਮੰਨ ਲਓ ਤੇ ਇਹਨੂੰ ਕਹਿ ਦੋਗੇ A cos ਥੀਟਾ, ਇਹਨੂੰ A sin ਥੀਟਾ ਕਹਿ ਦੋਗੇ। ਜੇ ਆਹ ਵਾਲਾ ਗਿਵਨ ਆ ਮੰਨ ਲਓ ਐਲਫਾ ਤਾਂ ਇਹਨੂੰ ਤੁਸੀਂ A cos ਐਲਫਾ ਕਹਿ ਦੋਗੇ, ਇਹਨੂੰ A sin ਐਲਫਾ ਕਹਿ ਦੋਗੇ। ਕਹਿੰਦਾ ਭਾਵ ਉਹਦਾ ਥੀਟਾ ਜਿੱਧਰ ਗਿਵਨ ਹੁੰਦਾ ਹੈ ਉਧਰ ਨੂੰ ਬਸ ਥੀਟਾ ਹੁੰਦਾ ਹੈ। ਸੋ ਉਹ ਚੀਜ਼ ਮੈਂ ਤੁਹਾਨੂੰ ਸਮਝਾ ਰਿਹਾ ਬੇਸਿਕ ਗੱਲ ਇੱਥੇ ਡਾਟ ਪ੍ਰੋਡਕਟ ਬਾਰੇ ਇਸ ਤਰ੍ਹਾਂ ਹੁੰਦੀ ਹੈ। ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ A ਦੀ ਡਾਇਰੈਕਸ਼ਨ 'ਚ B ਦੇ ਕੰਪੋਨੈਂਟ ਲਈਏ ਜਾਂ B ਦੀ ਡਾਇਰੈਕਸ਼ਨ 'ਚ A ਦੇ ਕੰਪੋਨੈਂਟ ਲਈਏ। ਇਸ ਗੱਲ ਦਾ ਪਤਾ ਤੁਹਾਨੂੰ ਮੈਥਮੈਟਿਕਸ 'ਚ ਨਹੀਂ ਲੱਗਦਾ। ਮੈਥਮੈਟਿਕਸ ਦੋਨੋਂ ਬਰਾਬਰ ਨੇ, ਚਾਹੇ A ਦੀ ਡਾਇਰੈਕਸ਼ਨ B ਲੈ ਲਓ ਚਾਹੇ B ਦੀ, ਕਿਉਂਕਿ ਐਂਡ 'ਚ ਆਨਸਰ ਤਾਂ ਲੈਂਥ ਹੀ ਆਣੀ ਹੈ, ਸੌਰੀ ਨੰਬਰ ਹੀ ਆਣਾ। ਕੋਈ ਪਤਾ ਕਿੱਥੇ ਲੱਗਦਾ? ਫਿਰ ਪਤਾ ਲੱਗਦਾ ਜਦੋਂ ਤੁਸੀਂ ਕੋਈ ਕੰਮ ਇਦਾਂ ਦਾ ਕਰਦੇ ਹੋ ਜਿਵੇਂ ਕਿ ਮੰਨ ਲਓ ਇੱਥੇ ਇੱਕ ਸਰਫੇਸ ਹੈ ਠੀਕ ਹੈ। ਇੱਥੇ ਤੇ ਤੁਸੀਂ ਜਿਵੇਂ ਮੈਂ ਕੱਲ ਤੁਹਾਨੂੰ ਸਮਝਾ ਰਿਹਾ ਸੀ ਕਿ ਮੰਨ ਲਓ ਇੱਥੇ ਤੁਸੀਂ ਕੋਈ ਰੋਲਰ ਜਿਹਾ ਲੈ ਕੇ ਜਾਣਾ। ਇੱਥੇ ਇੱਕ ਰੋਲਰ ਜਿਹਾ ਹੈਗਾ ਮੰਨ ਲਓ ਜਿਹੜਾ ਤੁਸੀਂ ਰੋਲ ਕਰਕੇ ਲੈ ਕੇ ਜਾਣਾ ਹੈ, ਕੋਈ ਆਬਜੈਕਟ ਲੈ ਕੇ ਜਾਣਾ ਠੀਕ ਹੈ। ਤੇ ਇੱਥੇ ਤੱਕ ਲੈ ਕੇ ਆਉਣਾ ਇਹਨੂੰ ਤੇ ਤੁਹਾਡੀ ਡਿਸਪਲੇਸਮੈਂਟ ਜਿਹੜੀ ਹੋਈ ਆ, ਡਿਸਪਲੇਸਮੈਂਟ ਤੁਹਾਨੂੰ ਪਤਾ ਫਿਰ ਆ ਵਾ ਤੁਹਾਡੀ ਇੱਥੋਂ ਲੈ ਕੇ ਇੱਥੇ ਇਹਦੇ ਸੈਂਟਰ ਤੱਕ ਮੰਨ ਲਓ ਆ ਡਿਸਪਲੇਸਮੈਂਟ ਹੋਈ ਹੈ ਤੁਹਾਡੀ। ਜਿਹਨੂੰ ਤੁਸੀਂ S ਵੈਕਟਰ ਕਹਿ ਰਹੇ ਹੋ, ਇਹਦਾ ਲੈਂਥ ਕੀ ਹੋਗੀ? ਇਹਦੀ ਲੈਂਥ ਨੂੰ S ਕਹਿ ਰਹੇ ਹੋ ਹਨਾ, ਲੈਂਥ ਨੂੰ S ਕਹਿ ਦਿੰਦੇ ਆ, ਵੈਸੇ S ਵੈਕਟਰ ਕਹਿ ਦਿੰਦੇ ਜੇ ਡਾਇਰੈਕਸ਼ਨ ਦੇ ਨਾਲ ਲੈਣਾ ਐਰੋ ਦੇ ਨਾਲ। ਤੇ ਇਹਦੇ ਵਿੱਚ ਜੇ ਫੋਰਸ ਲੱਗਦਾ ਆ ਆਪਣਾ ਤੇ ਫੋਰਸ ਮੰਨ ਲਓ ਇਹਦੇ ਚ ਇਸ ਦਿਸ਼ਾ 'ਚ ਲੱਗ ਰਿਹਾ ਇੱਥੋਂ, ਕੱਲ ਮੈਂ ਸਮਝਾਇਆ ਸੀ। ਤਾਂ ਹੁਣ ਤੁਸੀਂ ਦੱਸੋ ਇਸ ਕੇਸ ਦੇ ਵਿੱਚ ਆ ਜਿਹੜਾ ਫੋਰਸ ਹੈ F ਵੈਕਟਰ
ਤੇ f ਤੇ s ਵਿੱਚ ਐਂਗਲ ਆ ਵਾਲਾ ਥੀਟਾ ਗਿਵਨ ਹੈ ਤੁਹਾਨੂੰ ਹਮੇਸ਼ਾ f, ਕਿਉਂਕਿ ਦੋਨੋਂ ਵੈਕਟਰ ਵਿੱਚ ਐਂਗਲ ਗਿਵਨ ਹੋਊਗਾ ਕੁਐਸਚਨ ਵਿੱਚ, ਪ੍ਰੋਬਲਮ ਵਿੱਚ। ਹੁਣ ਤੁਸੀਂ ਇੱਥੇ ਡਿਸਪਲੇਸਮੈਂਟ ਨੂੰ ਕੰਪੋਨੈਂਟ ਚ ਡਿਵਾਈਡ ਕਰਨਾ ਜ਼ਿਆਦਾ ਸੌਖਾ ਸਮਝਦੇ ਹੋ ਕਿ ਫੋਰਸ ਨੂੰ, ਕਿਉਂਕਿ ਫੋਰਸ ਲੈ ਕੇ ਜਾਏਗਾ ਨਾ, ਡਿਸਪਲੇਸਮੈਂਟ ਤਾਂ ਪੂਰੀ ਕਰਨੀ ਹੈ ਨਾ, ਆਬਜੈਕਟ ਨੇ ਤੁਹਾਡੇ ਨੇ ਪੂਰੇ ਇੱਥੇ ਆਣਾ ਵਾ। ਤੁਸੀਂ ਇੱਥੇ ਫਿਜ਼ਿਕਸ ਦੇ ਵਿੱਚ ਇਹਨੂੰ ਕਿਵੇਂ ਯੂਜ਼ ਕਰੋਗੇ, ਤੁਸੀਂ ਕਹੋਗੇ ਐ ਕਰੋ ਵੀ ਜਿਹੜਾ ਇਹ ਫੋਰਸ ਹੈ ਇਹਦੇ ਦੋ ਕੰਪੋਨੈਂਟ ਬਣਾ ਲਓ, ਇਹਦਾ ਇੱਕ ਕੰਪੋਨੈਂਟ ਬਣਾ ਲਓ ਤੁਸੀਂ ਇਸ ਦਿਸ਼ਾ ਦੇ ਵਿੱਚ, ਆ ਇੱਥੇ ਤੱਕ ਹੀ ਬਣੇਗਾ ਸਿੱਧਾ ਸਿੱਧਾ, ਇਹਦੇ ਨੀਚੇ ਆ ਜਾਏਗਾ ਬਿਲਕੁਲ ਸਿੱਧਾ ਸਿੱਧਾ। ਮਾਮਲੇ ਕਈ ਵਾਰ ਤਾਂ ਸਿੱਧੇ ਜਿਹੇ ਆਉਂਦੇ ਆ, ਉਹਨੇ ਔਖੇ ਨਹੀਂ ਆਉਂਦੇ ਜਿੰਨੇ ਮੈਂ ਤੁਹਾਨੂੰ ਹਰ ਕੇਸ ਸਮਝਾਣਾ ਤਾਂ ਤੁਹਾਨੂੰ ਲੱਗਣ ਲੱਗ ਜਾਂਦਾ ਕਈ ਵਾਰੀ। ਤੇ ਇੱਥੋਂ ਦੂਜਾ ਕੰਪੋਨੈਂਟ ਕਿੱਧਰ ਬਣੇਗਾ, ਆ ਇਸ ਦਿਸ਼ਾ 'ਚ ਬਣੇਗਾ, ਇਹ ਇੰਨਾ ਕੁ ਬਣੇਗਾ। ਦੇਖੋ ਇਹਦੀ ਲੈਂਥ ਸਹੀ ਦਾ ਧਿਆਨ ਰੱਖਣਾ ਕਿ ਕਿੱਥੇ ਆ ਬਣ ਗਿਆ। ਹੁਣ ਆ ਕੀ ਬਣ ਗਿਆ, ਆ ਬਣ ਗਿਆ f cos ਥੀਟਾ ਤੇ ਆ ਬਣ ਗਿਆ f sin ਥੀਟਾ। ਹੁਣ ਤੁਸੀਂ ਮੈਨੂੰ ਦੱਸ ਦਿਓ ਕਿ ਜਿਹੜਾ ਫੋਰਸ ਤਾਂ ਹੁਣ ਹੈ ਹੀ ਨਹੀਂ ਸਮਝ ਲਓ, ਕਿਉਂਕਿ ਫੋਰਸ ਦਾ ਤਾਂ ਆਪਾਂ ਕੰਪੋਨੈਂਟ ਬਣਾ ਲਿਆ, ਉਹਨੂੰ ਛੱਡ ਦਿਓ। ਕੰਪੋਨੈਂਟ ਤੁਹਾਡੇ ਸਾਹਮਣੇ ਹੈਗੇ ਨੇ, ਕਿਹੜਾ ਕੰਪੋਨੈਂਟ ਯੂਜ਼ਫੁਲ ਹੈ ਤੁਹਾਡੇ ਲਈ, ਵਰਕ ਕੌਣ ਕਰ ਰਿਹਾ, f cos ਥੀਟਾ। f cos ਇਹਨੂੰ ਛੱਡ ਦਿਓ, ਫਿਰ f cos ਥੀਟਾ ਦੀ ਗੱਲ ਕਰੋ ਬਸ। ਤੇ ਤੁਸੀਂ ਫਿਰ ਕੀ ਕਰੋਗੇ ਕਿ ਜਿਹੜਾ ਵਰਕ ਡਨ ਹੈਗਾ ਵਾ, ਜਿਹਨੂੰ ਤੁਸੀਂ ਕਈ ਵਾਰ ਇਨਟੂ ਕਹਿੰਦੇ ਨੇ, ਫੋਰਸ ਇਨਟੂ ਡਿਸਪਲੇਸਮੈਂਟ, ਇਨਟੂ ਭੁੱਲ ਜਾਓ ਹੁਣ। ਸੋ ਪਹਿਲਾਂ ਤਾਂ ਤੁਸੀਂ 9th ਕਲਾਸ ਵਾਲਾ ਉਹ ਫੋਰਸ ਵਰਕ ਭੁੱਲ ਜਾਓ, ਉਹਦਾ ਫੋਰਸ ਇਨਟੂ ਦਾ ਕੀ ਭਾਵ ਬਣਿਆ, ਇਨਟੂ ਦਾ ਮਤਲਬ ਆਮ ਗੁਣਾ ਨੂੰ ਕਹਿੰਦੇ ਆ ਆਪਾਂ। ਵੈਕਟਰਸ ਦੇ ਵਿੱਚ ਆਪਾਂ ਇਨਟੂ ਕਦੇ ਸ਼ਬਦ ਨਹੀਂ ਵਰਤਦੇ, ਦੋ ਵੈਕਟਰਾਂ ਦੇ ਵਿੱਚ ਜਾਂ ਤਾਂ ਡਾਟ ਹੁੰਦਾ ਆ ਜਾਂ ਕ੍ਰਾਸ ਹੁੰਦਾ, ਉਹਦੇ ਨਾਲ ਯੂਜ਼ਫੁਲ ਕੁਆਂਟੀਟੀ ਬਣਦੀ ਹੈ। ਹੁਣ ਤੇ ਫੋਰਸ ਦਾ ਡਿਸਪਲੇਸਮੈਂਟ ਦੇ ਨਾਲ, ਕਿਉਂਕਿ ਤੁਹਾਨੂੰ ਪਤਾ ਵਰਕ ਡਨ ਇਨਟੂ ਦੇ ਹਿਸਾਬ ਨਾਲ ਤਾਂ ਫਿਰ ਤੁਹਾਡੀ ਗੱਲ ਆਹੀ ਆ ਵੀ ਤੁਸੀਂ ਉਹਨੂੰ ਉਸੇ ਦਿਸ਼ਾ 'ਚ ਲਿਆਏ, ਡਿਸਪਲੇਸਮੈਂਟ ਨਾਲ ਗੁਣਾ ਕਰਤਾ ਤੇ ਇਹ ਬਣ ਗਿਆ fs cos ਥੀਟਾ। ਇਹੀ ਤੁਹਾਡਾ ਵਰਕ ਡਨ ਆਇਆ ਨਾ ਅਸਲ ਵਿੱਚ। ਇਹ ਤੁਹਾਡਾ ਡਾਟ ਦੀ ਡੈਫੀਨੇਸ਼ਨ ਨਾਲ ਮਿਲਦਾ ਜੁਲਦਾ ਹੈ ਕਿ ਨਹੀਂ, ਦੇਖੋ ਇੱਧਰ ਜਿਹੜੀ ਦੱਸੀ ਹੈ ਸਾਈਡ ਤੇ, ਯੈਸ ਸਰ, ਹਨਾ। ਇਸੇ ਲਈ ਤੁਸੀਂ ਕਹਿੰਦੇ ਹੋ ਫੋਰਸ ਤੇ ਡਿਸਪਲੇਸਮੈਂਟ ਵਿੱਚ ਡਾਟ ਪਾਈਏ ਕਿ ਕ੍ਰਾਸ ਪਾਈਏ, ਡਾਟ ਪਾਵਾਂਗੇ। ਇਸੇ ਲਈ ਜੇ ਮੈਂ ਹੁਣ ਤੁਹਾਨੂੰ ਪੁੱਛਾਂਗਾ ਵਰਕ ਡਨ ਦੀ ਡੈਫੀਨੇਸ਼ਨ +1 ਦੇ ਵਿਦਿਆਰਥੀ ਨੂੰ, ਕਿਸੇ ਨੂੰ, ਤਾਂ +1 ਦਾ ਵਿਦਿਆਰਥੀ ਮੈਨੂੰ ਇਹੀ ਕਹੇਗਾ ਕਿ ਸਰ ਵਰਕ ਡਨ ਇਜ਼ ਇਕੁਅਲ ਟੂ ਫੋਰਸ ਵੈਕਟਰ ਡਾਟ डिस्प्लेसमेंट वेक्टर, या वो कहेगा वर्क डन इज डिफाइंड एज द डॉट प्रोडक्ट ऑफ फोर्स एंड डिस्प्लेसमेंट। ਇਹ ਤੁਹਾਡੀ ਵਰਕ ਦੀ ਡੈਫੀਨੇਸ਼ਨ ਹੋਗੀ ਜਿਹੜੀ ਮੈਂ ਤੁਹਾਨੂੰ ਸਮਝਾਣੀ ਸੀ ਚੌਥੇ ਯੂਨਿਟ 'ਚ। ਚੌਥੇ ਯੂਨਿਟ ਜਾ ਕੇ ਆਏਗੀ, ਪਰ ਦੇਖੋ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਡਾਟ ਕਿਉਂ ਆਉਂਦਾ ਹੁਣ, ਕਿਉਂਕਿ ਤੁਸੀਂ ਡਾਟ ਪ੍ਰੋਡਕਟ ਪੜ੍ਹ ਰਹੇ ਹੋ। ਕਲੀਅਰ ਹੋਈ ਗੱਲ ਸਾਰਿਆਂ ਨੂੰ ਕਿ ਨਹੀਂ? ਯੈਸ ਸਰ। ठीक है, इसलिए ਇਹਨੂੰ स्केलर प्रोडक्ट कहते हैं। स्केलर ਦਾ ਵਰਕ स्केलर है, वर्क ਦੇ ਉੱਪਰ ਵੈਕਟਰ ਦਾ ਸਾਈਨ ਨਹੀਂ ਪੈਣਾ ਕਦੀ ਵੀ, ਕਿਉਂਕਿ ਵਰਕ ਇੱਕ स्केलर ਕੁਆਂਟੀਟੀ ਹੈ। ਠੀਕ ਹੈ, ਸੋ ਆ ਹੋ ਗਿਆ ਆਪਣਾ ਕਹਿੰਦੇ ਆ ਡਾਟ ਪ੍ਰੋਡਕਟ ਦੇ ਬਾਰੇ। ਸੋ ਆਹੀ ਗੱਲ ਮੈਂ ਤੁਹਾਨੂੰ ਕੱਲ ਸਮਝਾ ਰਿਹਾ ਸੀ, ਤੇ ਹੁਣ ਮੈਂ ਤੁਹਾਨੂੰ ਸਮਝਾ ਦੇਣਾ ਕ੍ਰਾਸ ਪ੍ਰੋਡਕਟ ਬਾਰੇ, ਕਿਉਂਕਿ ਤੁਸੀਂ ਹੁਣ ਰੋਟੇਸ਼ਨ ਬਾਰੇ ਸਭ ਕੁਝ ਦੇਖ ਚੁੱਕੇ ਹੋ, ਤੁਹਾਨੂੰ ਲੱਗੇਗਾ ਹੁਣ ਸੌਖਾ। ਇਹਦਾ ਜੇ ਸਕਰੀਨਸ਼ਾਟ ਲੈਣਾ ਕਿਸੇ ਨੇ ਲੈ ਲਓ, ਤਾਂ ਕਿ ਤੁਹਾਨੂੰ ਵੀਡੀਓ ਸਾਰੀ ਲੱਭਣ ਕੇ ਦੇਖਣ ਦੀ ਲੋੜ ਨਹੀਂ, ਹੁਣ ਇੰਨੀ ਗੱਲ ਸਮਝ ਹੀ ਕਿਉਂ ਹੋਊਗੀ। ਸਕਰੀਨਸ਼ਾਟ ਲੈ ਲਓ ਇਹਦਾ ਲੈਣਾ ਕਿਸੇ ਨੇ। ਤੇ ਹੁਣ ਆਪਾਂ ਕਰਦੇ ਹਾਂ ਕ੍ਰਾਸ ਪ੍ਰੋਡਕਟ ਦੇ ਬਾਰੇ। ਬਹੁਤ ਵਧੀਆ ਕੀਤਾ ਤੁਸੀਂ ਸਾਰਿਆਂ ਨੇ ਜਿਹੜਾ ਤੁਸੀਂ ਉਹ ਵੀਡੀਓ ਰੋਟੇਸ਼ਨ ਵਾਲੀ ਡਾਇਰੈਕਸ਼ਨ ਦਾ ਦੇਖ ਲਿਆ, ਕਿਉਂਕਿ ਹੁਣ ਮੈਨੂੰ ਬੜਾ ਸੌਖਾ ਲੱਗੂਗਾ ਕ੍ਰਾਸ ਪ੍ਰੋਡਕਟ ਸਮਝਾਉਣਾ। ਹੁਣ ਫੇਰ ਉਵੇਂ ਹੀ ਆ, ਵੈਕਟਰ ਤਾਂ ਤੁਹਾਡੇ ਕੋਲ ਦੋ ਹੀ ਨੇ ਨਾ, ਤਾਂ ਵੈਕਟਰ ਤੁਹਾਡੇ ਕੋਲ ਫੇਰ ਉਵੇਂ ਹੀ ਆ, ਇੱਕ A ਵੈਕਟਰ ਆ ਤੇ ਇੱਕ B ਵੈਕਟਰ ਆ, ਇਸ ਤਰ੍ਹਾਂ ਹੀ। ਸੋ ਮੰਨ ਲਓ ਕਿ ਆ ਜਿਹੜਾ ਪਤਾ ਨਹੀਂ ਕਿਹੜਾ A ਲਿਆ ਸੀ ਮੈਂ, ਨੀਚੇ ਵਾਲਾ A ਲਿਆ ਸੀ ਪਹਿਲਾਂ ਵੀ, ਜਿਹੜਾ ਮਰਜ਼ੀ ਲੈ ਲਓ, ਆ A ਵੈਕਟਰ ਆ B ਵੈਕਟਰ ਮੰਨ ਲਓ, ਆ ਇਹਨੂੰ A ਮੰਨ ਲੈਂਦੇ, ਚਲੋ ਇੱਕੋ ਹੀ ਗੱਲ ਹੀ ਆ, ਮੈਂ ਬਾਅਦ ਸਮਝਾ ਦੇਣਾ ਸਾਰਾ ਕੁਝ। A ਵੈਕਟਰ ਤੇ B ਵੈਕਟਰ ਆ, ਠੀਕ ਹੈ ਗੱਲ। ਇਹਨਾਂ ਦੇ ਵਿਚਕਾਰ ਐਂਗਲ ਕਿੰਨਾ ਦਿੱਤਾ ਆ, ਥੀਟਾ, ਇਹ ਉਹੀ ਆ ਜਿਵੇਂ ਪਹਿਲਾਂ ਸੀਗਾ। ਹੁਣ ਇਹਨਾਂ ਦੋਨਾਂ ਦਾ ਉਹ ਕਹਿੰਦੇ ਡਾਟ ਨਹੀਂ ਕਰਨਾ, ਕ੍ਰਾਸ ਕਰਨਾ। ਤੇ ਇੱਥੇ A ਵੈਕਟਰ ਤੇ B ਵੈਕਟਰ ਕੀ ਨੇ, ਇਹ ਮੈਥਮੈਟਿਕਸ ਆ। ਮਤਲਬ ਮੈਥਮੈਟਿਕਸ ਵਿੱਚ A ਵੈਕਟਰ ਤੇ B ਵੈਕਟਰ, ਬਸ A ਵੈਕਟਰ ਤੇ B ਵੈਕਟਰ ਹੁੰਦੇ ਨੇ, ਹੋਰ ਕੁਝ ਨਹੀਂ ਹੁੰਦੇ। ਨਾ ਤਾਂ ਇਹਨਾਂ ਦੇ ਕੋਈ ਯੂਨਿਟਸ ਹੈਗੇ ਨੇ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਫਿਜ਼ੀਕਲ ਕੁਆਂਟੀਟੀ ਕਿਹੜੀ ਆ। ਹੁਣ ਤੁਸੀਂ ਦੱਸੋ A ਨੂੰ ਨਿਊਟਨ 'ਚ ਥੋੜੀ ਮਾਪਣ ਲੱਗ ਜਾਓ, ਮੈਨੂੰ ਕੀ ਪਤਾ ਇਹ ਫੋਰਸ ਹੈਗਾ ਕਿ ਨਹੀਂ ਹੈਗਾ, ਕੀ ਪਤਾ A ਫੋਰਸ ਹੋਵੇ B ਡਿਸਪਲੇਸਮੈਂਟ ਹੋਵੇ, ਕੀ ਪਤਾ B ਫੋਰਸ ਹੋਵੇ ਤੇ A ਡਿਸਪਲੇਸਮੈਂਟ ਹੋਵੇ। ਇਸ ਲਈ ਜਦੋਂ ਪ੍ਰੋਡਕਟ ਕਰਦੇ ਆ ਤਾਂ ਦੋਨੋਂ ਵੈਕਟਰ ਦਾ ਜਿਹੜਾ ਨੇਚਰ ਆ, ਜਿਹੜੀ ਕੁਆਂਟੀਟੀ ਆ, ਫਿਜ਼ੀਕਲ ਕੁਆਂਟੀਟੀ ਵੱਖਰੀ ਵੀ ਹੋ ਸਕਦੀ ਹੈ। ਇਸ ਲਈ ਮੈਂ ਇਹਨੂੰ ਮੈਥਮੈਟਿਕਲੀ ਹੀ ਟ੍ਰੀਟ ਕਰਨ ਜਾ ਰਿਹਾ, ਮੈਨੂੰ ਨਹੀਂ ਪਤਾ ਇਹ ਕੀ ਆ ਦੋਨੋਂ, ਮੈਂ ਮੈਥਮੈਟਿਕਲੀ ਡਿਫਾਈਨ ਕਰਨ ਜਾ ਰਿਹਾ A ਕ੍ਰਾਸ B ਕੀ ਹੁੰਦਾ। ਦੇਖੋ ਕੀ ਹੁੰਦਾ, ਅੱਛਾ ਕ੍ਰਾਸ ਪ੍ਰੋਡਕਟ ਨੂੰ ਅਸੀਂ ਵੈਕਟਰ ਪ੍ਰੋਡਕਟ ਵੀ ਕਹਿੰਦੇ ਹਾਂ, ਕਿਉਂਕਿ ਇਹਦਾ ਜਵਾਬ ਵੈਕਟਰ ਆਊਗਾ, ਆਨਸਰ ਆਊਗਾ, ਜਿਹੜਾ ਆਨਸਰ ਹੋਊਗਾ, ਆਨਸਰ ਵੀ ਇੱਕ ਵੈਕਟਰ ਹੋਊਗਾ।
पर उस वैक्टर ਨੂੰ ਇਸ ਪਲੇਨ ਵਿੱਚ ਤੁਹਾਨੂੰ ਮੈਂ ਦਿਖਾ ਨਹੀਂ ਪਾਵਾਂਗਾ, ਤੁਹਾਨੂੰ ਮੈਂ ਸਮਝਾ ਪਾਵਾਂਗਾ। ਪਰ ਤੇ ਦੇਖੋ ਕਿਵੇਂ, ਜੇ ਇਹ ਵੈਕਟਰ क्रॉस बी वैक्टर ਨੂੰ डिफाइन करना होवे, ਇੱਥੇ देखो क्रॉस मतलब नॉर्मल गुणा नहीं है, एक खास क्रॉस है। की होगा ए ਦਾ मैग्नीट्यूड गुणा बी ਦਾ मैग्नीट्यूड गुणा साइन ऑफ एंगल बिटवीन देम, साइन लिया ਆਪਾਂ ਇੱਥੇ साइन थीटा, ਤੇ ਨਾਲ ਇਹਦੇ ਹਮੇਸ਼ਾ ਇੱਕ n ਕੈਪ ਆਂਦੀ ਆ। ਕੈਪ ਦਾ ਮਤਲਬ ਹੁੰਦਾ ਹੈ ਯੂਨਿਟ ਵੈਕਟਰ, ਜਿਹੜਾ ਕਿ ਮੈਂ ਤੁਹਾਨੂੰ ਸਮਝਾਉਂਗਾ, ਅੱਜ ਹੀ ਸਮਝਾ ਦੂੰਗਾ ਇਸ ਤੋਂ ਬਾਅਦ ਹੀ। ਤੇ n ਦਾ ਮਤਲਬ ਹੁੰਦਾ ਨॉर्मल ਆ परपेंडिकुलर। कि पर ए की दसदी आ, ए थोनू दसदी आ डायरेक्शन ऑफ क्रॉस प्रोडक्ट, या तो ए क्रॉस बी दी डायरेक्शन दसदी है, ऑब्वियसली वो तो दिख ही रहा, पर मैं ਇਹਦੇ ਨਾਲ ਜ਼ਿਆਦਾ ਵਧੀਆ वर्ड यूज करूंगा डायरेक्शन ऑफ रोटेशन। ਇਹ n कैप ਇਹ ਦੱਸਦਾ ਹੈ ਕਿ ਜਦੋਂ b ਵੈਕਟਰ a ਵੈਕਟਰ ਨੂੰ ਰੋਟੇਟ ਕਰੂਗਾ ਤਾਂ ਕਿਹੜੀ ਡਾਇਰੈਕਸ਼ਨ 'ਚ ਰੋਟੇਟ ਕਰੂਗਾ। ਜਦੋਂ b ਵੈਕਟਰ ए वैक्टर ਨੂੰ रोटेट करूगा तो ਕਿਹੜੀ डायरेक्शन 'ਚ रोटेट करूगा, ਤਾਂ रोटेशन ਦੀ डायरेक्शन आएगी। ਹੁਣ b ਵੈਕਟਰ, ਕੋਈ ਵੈਕਟਰ ਕਿਸੇ ਵੈਕਟਰ ਨੂੰ ਕਿਵੇਂ रोटेट ਕਰ ਸਕਦਾ, ਸੋ ਆਬਵੀਅਸਲੀ ਉਹ ਫੋਰਸ ਹੋਊਗਾ ਕੋਈ ਨਾ ਕੋਈ। ਤੇ ਇੱਥੇ ਮੈਂ ਫੋਰਸ ਦੀ ਗੱਲ ਕਰ ਰਿਹਾ, ਪਰ ਹੋ ਸਕਦਾ ਕਿ ਇਸ ਤਰ੍ਹਾਂ ਦਾ ਕੁਝ ਹੋਰ ਵੀ ਮੈਂ ਕਰਾਉਂਗਾ ਅੱਗੇ ਰਿਜ਼ਲਟਸ, ਜਿਵੇਂ ਓਮੇਗਾ ਕ੍ਰਾਸ r, ਠੀਕ ਆ, ਇਸ ਤਰ੍ਹਾਂ ਦੀ ਚੀਜ਼ਾਂ ਆਪਣੇ ਕੋਲ ਦੇਖਾਂਗੇ ਆਪਾਂ, ਜਾਂ r ਕ੍ਰਾਸ f, r ਕ੍ਰਾਸ p, ठीक है, मोमेंटम, आ सारे प्रोडक्ट्स डिफाइंड होणगे। ये आऊगा तुहानू रोटेशनल मोशन वाले चैप्टर विच। कहण दा भाव ये आ कि तुसीं इह गल नूं हमेशा याद रखना कि जदों तुहानू क्रॉस प्रोडक्ट वाली चीज़ां आणगियां फिजिक्स दे विच, तां उत्थे किते ना किते रोटेशन वर्गी कोई गल्लां होणगियां, रोटेशन हो रही होगी कोई ना कोई किसी ना किसी तरह की। ते आ एन कैप की डायरेक्शन ऑफ रोटेशन दसदा है। हुण मैं तुहानू दसदा कि रोटेशन किवें दसदा है, किवें करूगा रोटेशन कोई एक वैक्टर दूजे नूं। ਉਹਦੇ ਲਈ ਮੈਂ ਫਿਲਹਾਲ ਸਮਝਾਉਣ ਦੇ ਲਈ ਤੁਹਾਨੂੰ ਮੈਂ b ਵੈਕਟਰ ਤੋਂ ਹੀ ਰੋਟੇਟ ਕਰਵਾਉਣਾ। ਯਾਦ ਰੱਖਿਓ ਆ ਰੋਟੇਟ ਹੁੰਦਾ ਆ ਹਮੇਸ਼ਾ, ਪਹਿਲਾਂ ਵਾਲਾ ਜਿਹੜਾ ਹੁੰਦਾ ਆ, ਜਿਹੜਾ ਇਹ ਆ ਨਾ, ਇਹ ਜਿਹੜੀ ਚੀਜ਼ ਆ ਇਹ ਰੋਟੇਟ ਹੁੰਦਾ ਆ। ਤੇ ਆ ਜਿਹੜਾ ਹੁੰਦਾ ਆ ਇਹ ਰੋਟੇਟ ਕਰਦਾ ਆ, ਠੀਕ ਹੈ। सो आप इनू समझने की कोशिश करते हैं, क्योंकि मैं तुहानू एग्जाम्पल इदां दी देनी है, तां तुहानू इदां समझा रहे हैं। बाकी अगे होर बहुत कुछ आऊगा, जरूरी नहीं कि हमेशा इन्हां चों कोई रोटेट होऊगा तो कोई करूगा, पर मैं इत्थे आ वाली जिहड़ी एग्जाम्पल दित्ती सी तुहानू इहदे करके समझा रहे हैं कि इहनू ऐं क्यों लिखदे हैं। ते इहनू आपां ऐं करदे हैं, पहला हुण आपां b वैक्टर दे कंपोनेंट बना लैंदे हुण, क्योंकि सौखा ही है ना b दे वैक्टर दे कंपोनेंट बनाना। आपां मैं इसीलिए लिखिया इस तरह दा b दे कंपोनेंट जे बनाऊंगा मैं, तां इत्थों b ਦਾ एक कंपोनेंट इधर बनेगा थीटा वाली डायरेक्शन च, ते b ਦਾ एक कंपोनेंट इधर भी बनेगा ਇਹਦੇ परपेंडिकुलर, ਇੱਥੇ तक आ जाएगा। ਤਾਂ ਇਹ ਕੰਪੋਨੈਂਟਸ ਦਾ ਮੈਂ ਲਿਖ ਦਿੰਦਾ ਵਾਂ, ਇਹਦਾ ਮੈਗਨੀਟਿਊਡ ਕਿੰਨਾ ਆਏਗਾ b cos थीटा, ਇਹਦਾ ਹੋਏਗਾ b sin थीटा, ਠੀਕ ਹੈ। ਹੁਣ ਅਸਲ ਵਿੱਚ ਮੈਂ ਇੱਥੇ ਰੋਟੇਸ਼ਨ ਦੇ ਵਿੱਚ ਇੰਟਰਸਟਿਡ ਹੈਗਾ ਆ, ਤਾਂ ਮੈਂ ਇਹ ਸਮਝ ਲੈਣਾ ਕਿ ਜਿਹੜਾ b sin थीटा ਆ ਉਹ a ਵੈਕਟਰ ਨੂੰ ਕਿਵੇਂ ਰੋਟੇਟ ਕਰ ਸਕਦਾ ਹੈ। ਉਹਦੇ ਲਈ ਮੈਂ ਤੁਹਾਨੂੰ ਸਮਝਾ ਦੇਣਾ ਅਲੱਗ ਤੋਂ ਬਣਾ ਕੇ ਕਿ ਆਹ ਦੇਖੋ ਆ ਇਹ ਵੈਕਟਰ ਪਿਆ, ਇਹ ਵੈਕਟਰ ਪਿਆ ਇੱਥੇ, ਜਿਹਦੀ ਲੈਂਥ ਕਿੰਨੀ ਹੈ a ਹੈ, ਤੇ ਜਿਹੜਾ b sin थीटा ਆ ਉਹਦੇ ਇਕੁਅਲ ਵੈਕਟਰ ਮੈਂ ਇੱਥੇ ਲਿਖ ਦਿੰਦਾ ਆ, ਇੱਥੇ आएगा b sin थीटा, एकदम सिरे ते सीगा, चलो मैं इधर बनाता थोड़ा। हुण ये b sin थीटा इस a वेक्टर नूं जे फिक्स कर लवां इत्थे, रोटेट कर सकदा है। देखो किवें कर सकदा है, अच्छा b cos थीटा रोटेट कर सकदा, जे b cos थीटा मैं बना दवां इत्थे, b cos थीटा इत्थे नहीं कर सकदा, कभी भी नहीं कर सकदा। b sin थीटा कर सकदा, ते रोटेट किवें करूगा, किहड़ी डायरेक्शन च करूगा, वो मैं बना दिंदा वां। ओहो इस डायरेक्शन च रोटेट करूगा a नूं, इधरों इधर नूं, इधरों इधर नूं, इधरों इधर नूं, इधरों इधर ऐ घुमाऊगा ਉਹਨੂੰ। ਤਾਂ b ਵੈਕਟਰ ਦਾ ਆਹ ਵਾਲਾ ਕੰਪੋਨੈਂਟ ਜਦੋਂ ਤੁਹਾਡਾ ਰੋਟੇਸ਼ਨ ਕਰ ਰਿਹਾ a ਵੈਕਟਰ ਨੂੰ, ਤੇ ਜਦੋਂ ਤੁਸੀਂ a ਵੈਕਟਰ ਦੇ ਮੈਗਨੀਟਿਊਡ ਨੂੰ ਇਸ ਤੇ ਮੈਗਨੀਟਿਊਡ ਨਾਲ ਮਲਟੀਪਲਾਈ ਕਰਦੇ ਹੋ ਜੋ ਇਹਦੇ ਪਰਪੈਂਡੀਕੁਲਰ ਹੈ, ਤਾਂ ਉਸ ਨੂੰ ਕੀ ਕਹਿੰਦੇ ਆ, ਆ ਦੇਖੋ b sin थीटा ਤੇ a, ਤਾਂ ਆ ਕੀ ਦਾ ਮੈਗਨੀਟਿਊਡ ਬਣਦਾ ਆ, ਕ੍ਰਾਸ ਪ੍ਰੋਡਕਟ ਦਾ। ਸੋ ਜੇ ਤੁਸੀਂ a ਵੈਕਟਰ ਕ੍ਰਾਸ b ਵੈਕਟਰ ਲਿਖੋ ਤੇ ਉਹਦਾ ਤੁਸੀਂ ਮੈਗਨੀਟਿਊਡ ਲਿਖ ਲਵੋ ਇਸ ਤਰ੍ਹਾਂ, ਤਾਂ
ਉਹਨੂੰ ਮੈਗਨੀਟਿਊਡ ਕੱਲਾ ਲਿਖਣਾ ਤਾਂ ਉਹ ਸਿਰਫ a b sin ਥੀਟਾ ਹੋਏਗਾ, ਉਹਦੇ ਚ n ਕੈਪ ਨਹੀਂ ਆਏਗਾ ਕਿਉਂਕਿ ਡਾਇਰੈਕਸ਼ਨ ਦੀ ਦੱਸਣ ਦੀ ਲੋੜ ਹੀ ਨਹੀਂ ਕਿਉਂਕਿ ਕੱਲਾ ਮੈਗਨੀਟਿਊਡ ਦੀ ਗੱਲ ਹੋ ਰਹੀ। ਦੇਖੋ ਮੋਡ ਪਾਤਾ ਮੈਂ। ਪਰ ਜੇ ਤੁਸੀਂ ਵੈਸੇ ਪੂਰਾ ਲਿਖਣਾ ਆ ਬਿਨਾ ਮੋਡ ਦੇ ਕੱਲਾ ਪੂਰਾ ਵੈਕਟਰ ਤਾਂ ਤੁਹਾਨੂੰ a b sin ਥੀਟਾ ਤੋਂ ਬਾਅਦ ਉਹਦੀ ਡਾਇਰੈਕਸ਼ਨ ਆਫ ਰੋਟੇਸ਼ਨ ਦੱਸਣੀ ਪੈਂਦੀ ਆ, ਉਹ ਯੂਨਿਟ ਵੈਕਟਰ ਦੇ ਥਰੂ ਦੱਸਦੇ ਆ n ਕੈਪ। ਹੁਣ n ਕੈਪ ਜਿਹੜਾ ਆ ਇਹ ਤੁਸੀਂ ਲਿਖ ਤਾਂ ਦਿੰਦੇ ਹੋ ਹਰ ਜਗ੍ਹਾ, ਪਰ ਤੁਹਾਨੂੰ ਕਈ ਵਾਰ ਦੱਸਣਾ ਪੈਂਦਾ, ਕਈ ਵਾਰ ਨਹੀਂ ਵੀ ਦੱਸਣਾ ਪੈਂਦਾ। ਤੁਸੀਂ ਦੱਸੋ n ਕੈਪ ਇਹ ਜਿਹੜੇ ਪਲੇਨ ਤੇ ਤੁਹਾਡੇ ਸਾਹਮਣੇ ਮੈਂ ਬਣਾਇਆ ਹੈ ਬੋਰਡ ਤੇ, ਤੁਹਾਡੀ ਸਕਰੀਨ ਤੇ, ਤੁਹਾਡੀ ਸਕਰੀਨ ਤੋਂ n ਕੈਪ ਬਾਹਰ ਨੂੰ ਆਊਗਾ ਕਿ ਅੰਦਰ ਨੂੰ ਆਊਗਾ? ਦੱਸੋ ਮੈਨੂੰ ਹੁਣ। ਬਾਹਰ ਨੂੰ ਆਊਗਾ। ਜੇ ਤੁਸੀਂ ਕੱਲ ਮੇਰੀ ਡਾਇਰੈਕਸ਼ਨ ਆਫ ਰੋਟੇਸ਼ਨ ਵਾਲਾ ਦੇਖਿਆ ਆ ਤਾਂ ਤੁਹਾਨੂੰ ਪਤਾ ਹੈ ਕਿ ਆਹ ਰੋਟੇਸ਼ਨ ਬਾਹਰ ਨੂੰ ਹੋ ਰਹੀ ਹੈ। ਸੋ n ਕੈਪ ਦੀ ਡਾਇਰੈਕਸ਼ਨ ਜੇ ਮੈਂ ਇੱਥੇ ਨਾਲ ਨੀਚੇ ਲਿਖ ਦਵਾਂ ਤਾਂ ਇਹ ਕੀ ਆ, ਇਹ ਆਊਟਵਰਡ ਦ ਪਲੇਨ। ਜੀ ਨਾਰਮਲੀ ਆਊਟਵਰਡ ਆ, ਆਊਟਵਰਡ ਆ। ਹੁਣ ਬੱਚੇ ਕਹਿਣਗੇ ਵੀ ਇਹਦਾ ਮਤਲਬ ਅਸੀਂ ਬਾਰ-ਬਾਰ ਬਣਾਵਾਂਗੇ, ਫਿਰ ਉਹਦਾ ਫਿਰ ਇਸ ਤਰ੍ਹਾਂ ਬਣਾਵਾਂਗੇ, ਮਤਲਬ ਇਹਨੂੰ ਡਿਵਾਈਡ ਕਰਾਂਗੇ ਦੋਨੋਂ ਕੰਪੋਨੈਂਟਸ, ਫਿਰ ਦੇਖਾਂਗੇ ਕਿੱਦਾਂ ਨੂੰ ਰੋਟੇਟ ਕਰ ਰਿਹਾ। ਨਹੀਂ, ਤੁਹਾਨੂੰ ਐ ਨਹੀਂ ਕਰਨਾ ਪੈਣਾ। ਤੁਹਾਨੂੰ ਇਹਦਾ ਸਮਝਾਉਣ ਲਈ ਕਰ ਰਿਹਾ ਮੈਂ ਇੰਨਾ ਸਾਰਾ ਕੁਝ। ਤੁਹਾਨੂੰ ਪਤਾ ਕਿਵੇਂ ਕਰਨਾ ਪੈਣਾ? ਤੁਸੀਂ ਬਹੁਤ ਸੌਖਾ a ਕ੍ਰਾਸ b ਨੂੰ ਦੇਖ ਕੇ ਐਂ ਡਾਇਰੈਕਸ਼ਨ ਦੱਸ ਸਕਦੇ ਹੋ, ਐਂ ਇੰਨਾ ਕੀ ਦੇਖ ਕੇ ਐਂ। ਸੋ ਕਿਉਂਕਿ ਆਪਾਂ ਕੀ ਕਰ ਰਹੇ ਸੀ, a ਕ੍ਰਾਸ b ਕਰ ਰਹੇ ਸੀ ਨਾ, ਤਾਂ ਤੁਸੀਂ ਓਏ ਹੋਏ ਇਹ ਵੈਕਟਰ ਵੀ ਚਲਾ ਗਿਆ ਨਾ ਮੇਰਾ। ਚਲੋ ਮੈਂ ਬਣਾ ਦਿੰਦਾ। ਆ ਸੀਗਾ ਇਹ ਵੈਕਟਰ। ਸੋ ਤੁਸੀਂ ਦੇਖੋ ਕੀ ਕਰਨਾ, ਤੁਸੀਂ a ਕ੍ਰਾਸ b ਕਰਨਾ ਨਾ, ਤਾਂ a ਤੋਂ b ਵਾਲੇ ਪਾਸੇ ਨੂੰ ਫਿੰਗਰ ਕੁਆਇਲ ਕਰਨੀ ਆ, a ਤੋਂ b ਵਾਲੇ ਪਾਸੇ ਨੂੰ ਫਿੰਗਰ ਕੁਆਇਲ ਕਰਨੀ ਆ। ਤਾਂ ਤੁਸੀਂ ਦੇਖ ਲਓ ਫਿੰਗਰ ਕੁਆਇਲ ਕਰਕੇ ਇਦਾਂ ਹੀ a ਤੋਂ b ਵਾਲੇ ਪਾਸੇ ਨੂੰ ਕਰਕੇ ਦੇਖੋ ਤੇ ਤੁਹਾਡਾ ਥੰਬ ਫਿਰ ਬਾਹਰ ਨੂੰ ਆ ਰਿਹਾ, ਤਾਂ ਆਟੋਮੈਟਿਕਲੀ ਤੁਹਾਨੂੰ ਪਤਾ ਲੱਗ ਜਾਊਗਾ a ਕ੍ਰਾਸ b ਦੀ ਡਾਇਰੈਕਸ਼ਨ ਜਿਹੜੀ ਹੈ ਇੱਥੋਂ ਇੱਕਦਮ ਆਊਟਵਰਡ, ਆਊਟਵਰਡ ਦਾ ਆਊਟਵਰਡ। ਇਹ ਬਣਾਈ ਨਹੀਂ ਆਊਟਵਰਡ, ਮੈਂ ਬਣ ਨਹੀਂ ਪਾ ਰਹੀ ਕਿਉਂਕਿ ਮੈਂ 2 ਡਾਇਮੈਂਸ਼ਨਲ ਤੇ ਬਣਾ ਨਹੀਂ ਸਕਦਾ ਇੰਨਾ। ਮੈਂ ਹਲੇ 3 ਡਾਇਮੈਂਸ਼ਨਲ ਉਹ ਸਕੈਚਿੰਗ ਸਕੂਚਿੰਗ ਤੁਹਾਡੇ ਵਰਗੇ ਬੱਚੇ ਕਾਫੀ ਕਰ ਲੈਂਦੇ ਆ, ਮੈਨੂੰ ਨਹੀਂ ਕਰਨੀ ਆਉਂਦੀ। ਪਰ ਤੁਸੀਂ ਇਹ ਸਮਝ ਲਓ n ਕੈਪ ਦੀ ਡਾਇਰੈਕਸ਼ਨ a ਕ੍ਰਾਸ b ਕਰਾਂਗੇ ਤਾਂ ਆਊਟਵਰਡ ਬਾਹਰ ਨੂੰ ਆਊਗੀ ਇਹ। ਹੁਣ ਹਜੇ ਵੀ ਮੈਂ ਥੋੜੀ ਗੱਲ ਥੋੜੀ ਹੋਰ ਦੱਸਣੀ ਆ ਤੁਹਾਨੂੰ, ਬੜੀ ਇੰਟਰਸਟਿੰਗ ਗੱਲ ਆ ਕਿ ਜੇ ਮੈਂ ਐ ਕਰ ਦਵਾਂ a ਕ੍ਰਾਸ b ਦੀ ਜਗ੍ਹਾ ਤੇ b ਕ੍ਰਾਸ a ਕਰ ਦਵਾਂ ਤਾਂ ਕੀ ਹੋਊਗਾ? ਇਸੇ ਕੁਐਸਚਨ ਦੇ ਵਿੱਚ ਇਸੇ ਤਰ੍ਹਾਂ ਹੀ ਜੇ ਮੈਂ b ਕ੍ਰਾਸ a ਕਰ ਦਵਾਂ ਤਾਂ b ਕ੍ਰਾਸ a ਕਰਾਂਗਾ ਤਾਂ ਮੈਂ ਕੀ ਕਰਾਂਗਾ, ਮੈਨੂੰ ਜਿਹੜਾ a ਆ a ਦੇ ਕੰਪੋਨੈਂਟ ਬਣਾਉਣੇ ਪੈਣਗੇ। ਤਾਂ ਤੁਸੀਂ ਆਪ ਸੋਚ ਕੇ ਦੇਖ ਲਓ। ਹੁਣ ਮੈਂ ਸਿੱਧਾ ਹੀ ਲਿਖ ਦਿੰਦਾ ਵਾਂ, ਹੁਣ ਮੈਂ ਬਹੁਤ a ਦੇ ਕੰਪੋਨੈਂਟ ਬਣਾਉਂਗੇ। ਇੱਕ ਤਾਂ b ਵਾਲੇ ਪਾਸੇ ਨੂੰ ਬਣੂਗਾ, ਦੇਖੋ ਇੱਧਰ ਨੂੰ, ਤੇ ਦੂਜਾ ਪੱਕੀ ਗੱਲ ਤੁਹਾਨੂੰ ਇੱਧਰ ਨੂੰ ਬਣੂਗਾ ਨਾ, ਉਹ ਆਪਣੇ ਮੈਂ ਲੈਂਥ ਦੀ ਟੈਨਸ਼ਨ ਨਹੀਂ ਲੈ ਰਿਹਾ ਇੱਥੇ। ਤਾਂ ਜਿਹੜਾ ਕੰਪੋਨੈਂਟ ਬਣੂਗਾ a sin ਥੀਟਾ ਇੱਧਰ ਨੂੰ ਆਦਾ a cos ਥੀਟਾ ਬਣ ਜਾਊਗਾ, ਉਹ a sin ਥੀਟਾ b ਵੈਕਟਰ ਨੂੰ ਰੋਟੇਟ ਕਰੂਗਾ। ਹੁਣ ਕਿਉਂਕਿ ਜਿਹੜਾ ਰੋਟੇਟ ਹੁੰਦਾ ਮੈਂ ਕਿਹਾ ਇੱਥੇ ਰੱਖ ਲਓ, ਜਿਹਨੇ ਰੋਟੇਟ ਕਰਨਾ ਉਹਨੂੰ ਇੱਥੇ ਰੱਖ ਲਓ, ਹਨਾ। ਤੇ ਹੁਣ ਇਹ ਰੋਟੇਟ ਕਿੱਧਰ ਨੂੰ ਕਰੂਗਾ? ਇੱਧਰ ਨੂੰ ਕਰੂਗਾ, ਹਨਾ, ਇੱਧਰ ਨੂੰ। ਤਾਂ ਹੁਣ ਤੁਸੀਂ ਇਹਦੇ ਅਕੋਰਡਿੰਗ ਜੇ ਰਾਈਟ ਹੈਂਡ ਰੂਲ ਲਗਾਓ ਤਾਂ ਥੰਬ ਕਿੱਧਰ ਨੂੰ ਜਾ ਰਿਹਾ ਤੁਹਾਡਾ, ਅੰਦਰ ਨੂੰ ਕਿ ਬਾਹਰ ਨੂੰ? ਅੰਦਰ ਨੂੰ। ਜਾ ਰਿਹਾ। ਸੋ ਇਹਦੇ ਵਿੱਚ ਤੁਸੀਂ ਕੀ ਲਿਖੋਗੇ? b ਨੂੰ a sin ਥੀਟਾ ਨਾਲ ਗੁਣਾ ਕਰੋਗੇ। ਇਹਦੇ ਨਾਲ ਤਾਂ ਕੋਈ ਫਰਕ ਪੈਂਦਾ ਨਹੀਂ ਆਪਾਂ ਨੂੰ, ਪਰ ਨਾਲ ਇੱਥੇ ਜਿਹੜਾ n ਕੈਪ ਹੋਏਗਾ n ਡੈਸ਼ ਕੈਪ ਕਹਿ ਦੇਣਾ, ਇੱਥੇ ਮੈਂ ਨਵਾਂ ਨਾਮ ਰੱਖ ਦੇਣਾ ਇਹਦਾ। ਤੇ ਇਹ ਕੀ ਹੋਏਗਾ? ਇਹ ਨਾਰਮਲੀ ਇਸ ਕੇਸ 'ਚ ਇਨਵਰਡ ਹੋਏਗਾ। ਸੋ ਇਨਵਰਡ ਜਾਂ ਆਊਟਵਰਡ ਆਪਾਂ ਨੂੰ ਨਹੀਂ ਪਤਾ ਲੱਗ ਜਾਂਦਾ ਵਾ। ਸੋ ਦੇਖੋ ਜੇ ਤੁਸੀਂ ਫਿਰ ਮੈਂ ਉੱਥੇ ਲਿਆਣਾ ਸਾਰੀ ਗੱਲ, ਇਹਨੂੰ ਦੇਖੋ ਬਸ। ਤੁਸੀਂ ਜੇ ਤੁਸੀਂ a ਕ੍ਰਾਸ b ਕਰਨਾ ਤਾਂ ਦੇਖੋ a ਤੋਂ b ਵਾਲੇ ਪਾਸੇ ਨੂੰ ਆ ਥੀਟਾ ਦੇ ਅਲੋਂਗ ਫਿੰਗਰ ਨੂੰ ਕੁਆਇਲ ਕਰੋ ਤਾਂ ਬਾਹਰ ਨੂੰ ਆ ਰਿਹਾ। ਜੇ b ਕ੍ਰਾਸ a ਕਰਨਾ ਤਾਂ b ਤੋਂ a ਵਾਲੇ ਪਾਸੇ ਨੂੰ ਲਿਆਓ, ਫਿਰ ਅੰਦਰ ਨੂੰ ਜਾ ਰਿਹਾ। ਤੁਸੀਂ ਕਰਕੇ ਦੇਖ ਲਓ ਆਪਣੇ ਆਪ ਇਹਦੇ ਵਿੱਚ ਹੀ। ਤਾਂ ਤੁਹਾਨੂੰ ਇਸ ਲਈ ਇੰਨਾ ਜ਼ਿਆਦਾ ਉਹ ਸਿਆਪਾ ਕਰਨ ਦੀ ਲੋੜ ਨਹੀਂ ਵੀ ਇਹਨੂੰ ਪਹਿਲਾਂ ਐਂ ਕਰਾਂਗੇ ਫਿਰ ਐਂ ਕਰਾਂਗੇ, ਤੁਹਾਨੂੰ ਐਂ ਪਤਾ ਲੱਗ ਜਾਣਾ ਵੀ a ਕ੍ਰਾਸ b ਤੇ b ਕ੍ਰਾਸ a ਕਿਵੇਂ ਆਊਗਾ, ਤੇ ਇਹਨਾਂ ਦਾ ਮੈਗਨੀਟਿਊਡ ਬਰਾਬਰ ਹੀ ਆਊਗਾ। ਕਹਿਣ ਦਾ ਭਾਵ ਇਹ ਹੈ, ਬਹੁਤ ਜ਼ਰੂਰੀ ਗੱਲ ਇਹ ਆ ਕਿ ਜੇ ਤੁਸੀਂ a ਕ੍ਰਾਸ b ਕਰਦੇ ਹੋ, a ਕ੍ਰਾਸ b ਕਰਦੇ ਹੋ ਤਾਂ ਉਹਦਾ ਮੈਗਨੀਟਿਊਡ ਆਊਗਾ a into b sin ਥੀਟਾ, ਤੇ ਜੇ ਤੁਸੀਂ b ਕ੍ਰਾਸ a ਕਰਦੇ ਹੋ ਤਾਂ ਉਹਦਾ ਮੈਗਨੀਟਿਊਡ ਆਉਂਦਾ ਆ b into a sin ਥੀਟਾ। ਇਹਨਾਂ 'ਚ ਕੋਈ ਫਰਕ ਹੈ? ਕੋਈ ਫਰਕ ਨਹੀਂ ਹੈਗਾ, ਇਹ ਤਾਂ ਸੇਮ ਹੀ ਚੀਜ਼ ਆ। ਇਹਦਾ ਮਤਲਬ ਇਹ ਆ ਵੀ a ਕ੍ਰਾਸ b ਵੈਕਟਰ ਦਾ ਮੈਗਨੀਟਿਊਡ
ਤੇ B ਕ੍ਰਾਸ A ਵੈਕਟਰ ਦਾ ਮੈਗਨੀਟਿਊਡ ਬਿਲਕੁਲ ਬਰਾਬਰ ਹੁੰਦੇ ਨੇ, ਪਰ A ਕ੍ਰਾਸ B ਵੈਕਟਰ ਬਿਲਕੁਲ ਬਾਹਰ ਨੂੰ ਆ ਰਿਹਾ ਵਾ ਇੰਨੇ ਮੈਗਨੀਟਿਊਡ ਦਾ, ਪਰ ਬਾਹਰ ਨੂੰ ਵੈਕਟਰ ਡਰਾ ਕਰਨਾ ਪੈ ਰਿਹਾ। B ਕ੍ਰਾਸ A ਉਨਾ ਹੀ ਅੰਦਰ ਨੂੰ ਵੈਕਟਰ ਡਰਾ ਕਰਨਾ ਪੈ ਰਿਹਾ। ਤੇ ਜਦੋਂ ਦੋ ਵੈਕਟਰ ਇੱਕ ਦੂਜੇ ਦੇ ਬਿਲਕੁਲ ਆਪੋਜ਼ਿਟ ਹੋ ਜਾਂਦੇ ਨੇ, ਇਕੁਅਲ ਐਂਡ ਆਪੋਜ਼ਿਟ, ਤਾਂ ਉਹ ਦੋਨੋਂ ਵੈਕਟਰ ਇੱਕ ਦੂਜੇ ਦੇ ਕੀ ਹੁੰਦੇ ਨੇ, ਨੈਗੇਟਿਵ ਹੁੰਦੇ ਨੇ। ਇਸ ਲਈ ਜੇ ਮੈਂ ਵੈਕਟਰ ਦਾ ਸਾਈਨ ਲਿਖਾਂ ਤਾਂ ਇਹ ਦੂਜੀ ਗੱਲ ਲਿਖਾਂਗਾ ਮੈਂ, A ਕ੍ਰਾਸ B ਇਜ਼ ਮਾਈਨਸ ਆਫ B ਕ੍ਰਾਸ A, ਤੇ ਮੈਗਨੀਟਿਊਡ ਦੋਨਾਂ ਦੇ ਬਰਾਬਰ ਨੇ। ਆ ਪਹਿਲੀ ਗੱਲ, ਆ ਦੂਜੀ ਗੱਲ। ਦੱਸੋ ਸਾਰਿਆਂ ਨੂੰ ਗੱਲ ਸਮਝ ਲੱਗ ਗਈ ਕਿ ਨਹੀਂ ਲੱਗ ਗਈ? यस सर। ਇਹਦੇ ਬਾਰੇ ਕਿਸੇ ਨੇ ਕੋਈ ਸਵਾਲ ਪੁੱਛਣਾ ਜਲਦੀ ਪੁੱਛ ਲਓ, ਫਿਰ ਆਪਾਂ ਅੱਗੇ ਗੱਲ ਕਰੀਏ। सर सर हमेशा रेक्टेंगुलर कंपोनेंट ही क्यों लेंदे हैं? ਕਿਉਂਕਿ ਦੇਖੋ ਨਾ, ਹੁਣ ਜਦੋਂ ਫਿਜ਼ਿਕਸ ਵਿੱਚ ਆਪਾਂ ਕਈ ਜਗ੍ਹਾ ਆਉਂਦੇ ਆ, ਮੰਨ ਲਓ ਹੁਣ ਕਿਸੇ ਜਗ੍ਹਾ ਤੇ ਮੰਨ ਲਓ ਤੂੰ ਰੋਲਰ ਨੂੰ ਇੱਥੇ ਲੈ ਕੇ ਜਾਣਾ ਆ, ਤਾਂ ਤੂੰ ਉਹਨੂੰ ਫੋਰਸ ਦੇ ਕੰਪੋਨੈਂਟ ਲਏਂਗੇ ਇਧਰ ਨੂੰ ਜਿਹੜਾ ਤੇਰੇ ਕੰਮ ਆਊਗਾ, ਤਾਂ ਆਟੋਮੈਟਿਕਲੀ ਆ ਤੇ ਦੂਜਾ ਉਹਦਾ weight ਐਕਟ ਕਰੋਗੇ ਨੀਚੇ ਨੂੰ। ਫਿਜ਼ਿਕਸ 'ਚ ਆਪਣੇ ਲਈ ਜ਼ਿਆਦਾਤਰ ਯੂਜ਼ਫੁਲ ਕੰਪੋਨੈਂਟ ਰੈਕਟੈਂਗੂਲਰ ਕੰਪੋਨੈਂਟ ਹੁੰਦੇ ਨੇ, ਇੱਕ ਪਹਿਲੀ ਗੱਲ। ਦੂਜਾ, ਰੈਕਟੈਂਗੂਲਰ ਕਿਉਂ ਲੈਂਦੇ ਆ? ਕਿਉਂਕਿ ਰੈਕਟੈਂਗੂਲਰ ਕੰਪੋਨੈਂਟ ਕਿਸੇ ਵੀ ਫਰੇਮ ਆਫ ਰੈਫਰੈਂਸ ਜੇ ਅਸੀਂ ਵੈਕਟਰਸ ਡਰਾ ਕਰੀਏ ਤਾਂ ਯੂਨੀਕ ਹੁੰਦੇ ਨੇ। ਤਾਂ ਕਿਸੇ ਵੈਕਟਰ ਦਾ ਸਮਝ ਲਓ ਜੇ XY ਐਕਸਿਸ ਆਪਾਂ ਫਿਕਸ ਕਰ ਦਈਏ ਤਾਂ ਵੈਕਟਰ ਦਾ ਆਧਾਰ ਕਾਰਡ ਹੁੰਦਾ ਹੈ ਉਹ ਰੈਕਟੈਂਗੂਲਰ ਕੰਪੋਨੈਂਟਸ। ਮਤਲਬ ਉੱਥੇ ਜੇ ਕਿਸੇ ਦੇ ਰੈਕਟੈਂਗੂਲਰ ਕੰਪੋਨੈਂਟ 3 ਤੇ -4 ਆ ਤਾਂ ਉਹ ਕਿਸੇ ਇੱਕ ਹੀ ਵੈਕਟਰ ਦੇ ਹੋ ਸਕਦੇ ਨੇ, ਹੋਰ ਕਿਸੇ ਦੇ ਨਹੀਂ ਹੋ ਸਕਦੇ ਫਿਰ ਉਹਦੇ। ਪਰ ਕੰਪੋਨੈਂਟਸ ਦੇਖੋ, ਜਿਹੜੇ ਕੰਪੋਨੈਂਟ ਮੈਂ ਤੁਹਾਨੂੰ ਬਣਾ ਕੇ ਦਿਖਾਏ ਸੀ ਨਾ ਕੱਲ, ਕਿੰਨੇ ਬਣ ਸਕਦੇ ਜੀ। ਇਹ ਵੀ ਬਣਾ ਲਓ, ਉਹ ਵੀ ਬਣਾ ਲਓ, ਇੱਧਰ ਨੂੰ ਬਣਾ ਲਓ, ਉੱਧਰ ਨੂੰ ਬਣਾ ਲਓ, ਛੋਟਾ ਬਣਾ ਲਓ, ਵੱਡਾ ਬਣਾ ਲਓ, ਇੱਧਰੋਂ ਚੱਕ ਕੇ ਉੱਧਰ ਲੈ ਜਾਓ, ਉੱਧਰੋਂ ਚੱਕ ਕੇ ਵਾਪਸ ਲਿਆਓ, ਕਿੰਨੇ ਮਰਜ਼ੀ ਬਣ ਜਾਣਗੇ। ਉਸ ਤਰ੍ਹਾਂ ਤਾਂ ਕਨਫਿਊਜ਼ਨ ਕ੍ਰੀਏਟ ਹੋ ਜੂਗੀ। ਪਰ ਰੈਕਟੈਂਗੂਲਰ ਕੰਪੋਨੈਂਟਸ ਨਾਲ ਦੇਖੋ ਤੁਹਾਡਾ ਸਾਰਾ ਕੰਮ ਆਸਾਨ ਹੋ ਰਿਹਾ, ਤੁਹਾਨੂੰ ਹਰ ਗੱਲ ਸਮਝ ਆ ਰਹੀ ਆ, ਇਸ ਲਈ ਇਹਨੂੰ ਡਿਫਾਈਨ ਇਸ ਤਰ੍ਹਾਂ ਕੀਤਾ ਗਿਆ। ओके सर, थैंक यू। योगेश, ਹੁਣ ਤੈਨੂੰ ਪਤਾ ਲੱਗ ਗਈ ਸਾਰੀ ਗੱਲ, ਜਿਓਮੈਟ੍ਰਿਕ ਇੰਟਰਪ੍ਰੀਟੇਸ਼ਨ ਇਹਦੀ। हाँ जी सर। ਫਿਜ਼ੀਕਲ ਮੀਨਿੰਗ ਵੀ ਸਮਝ ਲੱਗ ਗਿਆ ਹੋਣਾ, ਕੱਲ ਵਾਲਾ R ਕ੍ਰਾਸ F ਵਾਲਾ ਵੀ ਸਮਝ ਲੱਗ ਗਿਆ ਹੋਣਾ ਕਿ ਰੋਟੇਟ R ਹੋ ਰਿਹਾ ਸੀ ਤੇ ਕਰ F ਰਿਹਾ ਸੀ। ਤਾਂ ਜਿਹੜਾ ਰੋਟੇਟ ਹੁੰਦਾ ਆ ਉਹਨੂੰ ਪਹਿਲਾਂ ਲਿਖਦੇ ਆ, ਇਸ ਲਈ ਆਪਾਂ ਪਹਿਲਾਂ R ਲਿਖਿਆ ਸੀ, ਬਾਅਦ ਚ F ਲਿਖਿਆ ਸੀ, ਤੇ ਇਸ ਚੀਜ਼ ਨੂੰ ਨਵੀਂ ਕੁਆਂਟੀਟੀ ਨਾਮ ਦਿੱਤਾ ਟਾਰਕ। ਸੋ ਤੁਹਾਨੂੰ ਮੈਂ ਜੋ ਇਹਦਾ ਸਕਰੀਨਸ਼ਾਟ ਲੈਣਾ ਲੈ ਲਓ ਵੀ, ਆ ਸਕਰੀਨ ਦਾ ਮੈਂ ਮਿਟਾ ਦੇਣੀ ਹੁਣ, ਇੱਕੋ ਵਾਰ ਚ ਗਾਇਬ ਹੋ ਜਾਣਾ ਸਾਰਾ ਕੁਝ। सर नेगेटिव वेक्टर दस दो। ਨੈਗੇਟਿਵ ਵੈਕਟਰ ਮਤਲਬ ਕਿਸੇ ਵੀ ਵੈਕਟਰ ਦੇ ਆਪੋਜ਼ਿਟ ਜਿਹੜਾ ਵੈਕਟਰ ਹੁੰਦਾ ਉਹ ਨੈਗੇਟਿਵ ਵੈਕਟਰ ਹੁੰਦਾ। ਜਿਵੇਂ ਆ B ਵੈਕਟਰ ਆ, ਦੇਖ ਹੁਣ ਆ B ਵੈਕਟਰ ਆ, B ਵੈਕਟਰ ਦੇ ਆਪੋਜ਼ਿਟ ਇੱਧਰ ਨੂੰ ਡਰਾ ਕਰ ਲਾ ਤੂੰ, ਇੱਧਰ ਨੂੰ ਉਨਾ ਹੀ ਵੱਡਾ ਵੈਕਟਰ ਡਰਾ ਕਰ ਲਾ B ਜਿੰਨਾ ਹੀ, ਤਾਂ ਆ ਕੀ ਹੁੰਦਾ ਹੈ, ਇਹ ਮਾਈਨਸ B ਵੈਕਟਰ ਹੁੰਦਾ ਹੈ ਇਹ। ਤੇ ਉਸੇ ਤਰ੍ਹਾਂ ਹੁਣ A ਕ੍ਰਾਸ B ਜਿਹੜਾ ਆ ਉਹ ਇਹਦਾ n ਕੈਪ ਪੂਰੀ ਤਰ੍ਹਾਂ ਬਾਹਰ ਨੂੰ ਆ, ਇਹਦਾ ਅੰਦਰ ਨੂੰ ਆ, ਪਰ ਦੋਨੋਂ ਹੈ ਬਰਾਬਰੀ, ਲੈਂਥ ਬਰਾਬਰ ਹੋਣੀ ਚਾਹੀਦੀ ਹੈ, ਤਾਂ ਇੱਕ ਦੂਜੇ ਦੇ ਨੈਗੇਟਿਵ ਹੁੰਦੇ ਨੇ। ਇਸ ਲਈ A ਕ੍ਰਾਸ B ਮਾਈਨਸ ਆਫ B ਕ੍ਰਾਸ A ਹੁੰਦਾ, ਕਮਿਊਟੇਟਿਵ ਨਹੀਂ ਹੁੰਦਾ। ਜਿਵੇਂ 3 ਗੁਣਾ 4 12 ਤੇ 4 ਗੁਣਾ 3 12, ਇਹ ਚੀਜ਼ ਡਾਟ ਪ੍ਰੋਡਕਟ ਚ ਤਾਂ ਵੈਲਿਡ ਹੈ ਪਰ ਕ੍ਰਾਸ ਪ੍ਰੋਡਕਟ ਚ ਵੈਲਿਡ ਨਹੀਂ ਹੈ। ठीक है सर। ਇਹਦਾ ਸਕਰੀਨਸ਼ਾਟ ਲੈ ਲਓ। ਮੈਂ ਤੁਹਾਨੂੰ ਹੁਣ ਦੀ ਜਿਓਮੈਟ੍ਰਿਕ ਇੰਟਰਪ੍ਰੀਟੇਸ਼ਨ ਦੱਸਣ ਜਾ ਰਿਹਾ, ਜਿਹਦੇ ਨਾਲ ਕਈ ਸਵਾਲਾਂ ਦੇ ਜਵਾਬ ਦੇਖ ਕੇ ਉਹੀ ਨਿਕਲ ਜਾਂਦੇ ਆ ਵੀ ਦੇਖਿਆ ਹੋ ਗਿਆ ਐਦਾਂ ਹੀ। ਆ ਜੀ ਹੁਣ ਆਉਂਦੇ ਆ ਫਿਰ ਡਾਟ ਤੇ ਵਾਪਸ ਆ ਰਿਹਾ ਮੈਂ, ਕਿਉਂਕਿ ਮੈਂ ਹੁਣ ਤੁਹਾਨੂੰ ਇਹਦੀ ਜਿਓਮੈਟ੍ਰਿਕ ਚੀਜ਼ਾਂ ਦੱਸਣ ਜਾ ਰਿਹਾ। ਤਾਂ ਪਹਿਲਾਂ ਆਉਂਦੇ ਆ ਆਪਾਂ ਪ੍ਰੋਪਰਟੀਜ਼ ਆਫ ਡਾਟ ਪ੍ਰੋਡਕਟ। ਪਹਿਲੀ ਗੱਲ ਤਾਂ ਇਹਦੀ ਇਹ ਆ ਪ੍ਰੋਪਰਟੀ ਕਿ ਆਵਲਾ ਬਣ ਰਹਿਣ ਦੀ। ਪ੍ਰੋਪਰਟੀਜ਼ ਆਫ ਡਾਟ ਪ੍ਰੋਡਕਟ ਦੇ ਵਿੱਚ ਪਹਿਲੀ ਪ੍ਰੋਪਰਟੀ ਇਹ ਆ ਕਿ ਇਟ ਇਜ਼ ਕਮਿਊਟੇਟਿਵ। ਇਟ ਇਜ਼ ਕਮਿਊਟੇਟਿਵ। ਕਮਿਊਟੇਟਿਵ ਦਾ ਮਤਲਬ ਹੁੰਦਾ ਆ ਵੀ ਇਹਨੂੰ ਇੱਧਰ ਅੱਗੇ ਪਿੱਛੇ ਲਿਖ ਸਕਦੇ। ਕਹਿਣ ਦਾ ਭਾਵ ਦੈਟ ਇਜ਼, ਕਹਿਣ ਦਾ ਭਾਵ ਹੈ A ਵੈਕਟਰ ਡਾਟ B ਵੈਕਟਰ ਨੂੰ ਤੁਸੀਂ ਜਦੋਂ ਮਰਜੀ B ਵੈਕਟਰ ਡਾਟ A ਵੀ ਲਿਖ ਸਕਦੇ ਹੋ, ਕੋਈ ਫਰਕ ਨਹੀਂ ਪੈਂਦਾ, ਇਹ ਦੋਨੋਂ ਸੇਮ ਹੀ ਗੱਲਾਂ ਹੁੰਦੀਆਂ ਨੇ। ਪਹਿਲੀ ਗੱਲ। ਦੂਜੀ ਗੱਲ, if A vector is not equal to 0, कहने मतलब दोनों नॉन जीरो वेक्टर लेने तुसी, मतलब उन्हें तो कोई ना कोई मैग्नीट्यूड होना चाहिए, and B is not equal to 0, then अगर A vector B vector दे perpendicular हो जाए, if then A vector dot B vector की हुंदा या 0। क्यों? तुसी सोच के देखो कि जे परपेंडिकुलर हो गए तो A डॉट B दा तुहानू किवें सॉल्व करोगे? A डॉट B की होगा A वेक्टर दा मैग्नीट्यूड, B दा मैग्नीट्यूड cos of 90
cos 90 ਨਾਲ ਦਾ 0 ਤੇ ਗੱਲ ਖਤਮ ਹੋ ਗਈ। ਕਹਿਣ ਦਾ ਭਾਵ ਇਹ ਹੈ ਕਿ ਜਦੋਂ 90 ਡਿਗਰੀ ਤੇ ਹੋ ਗਏ ਤਾਂ ਉਹਦਾ ਕੋਈ ਕੰਪੋਨੈਂਟ ਆਇਆ ਹੀ ਨਹੀਂ ਇਸ ਪਾਸੇ। ਕਹਿਣ ਦਾ ਭਾਵ ਜਦੋਂ ਫੋਰਸ ਉੱਪਰ ਨੂੰ ਐਕਟ ਕਰੂਗਾ ਸਿੱਧਾ ਹੀ ਤੇ ਡਿਸਪਲੇਸਮੈਂਟ 90 ਡਿਗਰੀ ਤੇ ਇੱਧਰ ਨੂੰ ਹੋ ਰਹੀ ਆ ਤੇ ਦੋਨਾਂ ਐਂਗਲ 90 ਡਿਗਰੀ, ਤਾਂ ਫੋਰਸ ਦਾ ਕਿਹੜਾ ਕੰਪੋਨੈਂਟ ਕੰਮ ਕਰੂਗਾ ਇਸ ਪਾਸੇ? ਕੋਈ ਆਏਗਾ ਹੀ ਨਹੀਂ। ਤਾਂ ਇਸ ਫੋਰਸ ਦੇ ਦੁਆਰਾ ਕੀਤਾ ਗਿਆ ਵਰਕ ਡਨ ਕਿੰਨਾ ਹੋਏਗਾ? 0 ਹੋਏਗਾ। ਤੇ 9ਵੀਂ ਕਲਾਸ ਤੁਹਾਨੂੰ ਕਈ ਟੀਚਰਾਂ ਨੇ ਦੱਸਿਆ ਹੋਣਾ ਕਿ ਕੁਲੀ ਜਿਹੜਾ ਵਰਕ ਡਨ ਕਰਦਾ ਉਹ 0 ਹੁੰਦਾ ਹੈ, ਸ਼ਾਇਦ ਦੱਸਿਆ ਹੋਵੇ, ਪਤਾ ਨਹੀਂ ਕਿ ਨਹੀਂ ਦੱਸਿਆ ਕਿਸੇ ਨੂੰ? ਸੁਣਿਆ ਕਦੀ ਕਿਸੇ ਨੇ? ਹੱਥ ਖੜਾ ਕਰੋ। ਕੁਲੀ ਵਾਲੀ ਗੱਲ ਸੁਣੀ ਹੈ? ਹਾਂਜੀ ਸਰ, ਕੁਲੀ ਵਾਲੀ ਸੁਣੀ? ਹਾਂ ਨਹੀਂ ਸੁਣੀ ਜੀ। ਯੈਸ ਸਰ। ਸੋ ਉਹ ਕਹਿੰਦੇ ਕੁਲੀ ਜਿਹੜਾ ਆ ਉਹ ਕਹਿੰਦੇ ਉਹ ਤਾਂ ਕੋਈ ਕੰਮ ਹੀ ਨਹੀਂ ਕਰਦਾ ਫਿਜ਼ਿਕਸ ਦੇ ਹਿਸਾਬ ਨਾਲ, ਕਿਉਂਕਿ ਉਹਨੇ ਸਮਾਨ ਜਿਹੜਾ ਚੱਕਿਆ ਹੁੰਦਾ, ਸਮਾਨ ਚੱਕ ਕੇ ਸਮਾਨ ਨੂੰ ਚੱਕਣ ਲਈ ਫੋਰਸ ਤਾਂ ਉੱਪਰ ਨੂੰ ਲਾ ਰਿਹਾ ਹੁੰਦਾ, ਸਿਰ ਤੇ ਚੱਕ ਕੇ ਐਨ ਉੱਪਰ ਨੂੰ ਚੱਕਿਆ ਹੋਇਆ ਹੈ ਨਾ ਸਮਾਨ, ਉਹਨੇ ਸਮਾਨ ਚੱਕਣ ਲਈ ਉਹ ਉੱਪਰ ਨੂੰ ਫੋਰਸ ਲਾ ਰਿਹਾ, ਤੁਰਦਾ ਉਹ ਪਲੇਟਫਾਰਮ ਤੇ ਪਿਆ। ਤਾਂ ਉਹ ਕਹਿੰਦੇ ਵੀ ਜਿਹੜਾ ਤੁਰਦਾ ਪਲੇਟਫਾਰਮ ਤੇ ਪਿਆ ਤੇ ਸਮਾਨ ਉਹਨੇ ਉੱਪਰ ਨੂੰ ਚੱਕਿਆ ਹੋਇਆ ਐ ਕਰਕੇ, ਤਾਂ ਫੋਰਸ ਤੇ ਡਿਸਪਲੇਸਮੈਂਟ 'ਚ ਐਂਗਲ 90 ਡਿਗਰੀ ਹੋ ਗਿਆ, ਜਿਵੇਂ ਮੈਂ ਕੋਨੇ ਤੇ ਦਿਖਾਇਆ ਤੁਹਾਨੂੰ। ਤਾਂ ਉਹ ਕਹਿੰਦੇ ਵੀ ਵਰਕ ਡਨ F cos 90 ਡਿਗਰੀ 0, ਵਰਕ ਡਨ ਇਜ਼ 0, ਕੋਈ ਕੰਮ ਹੀ ਨਹੀਂ ਕੀਤਾ। ਹੁਣ ਤੁਸੀਂ ਜਾਓ ਰੇਲਵੇ ਸਟੇਸ਼ਨ, ਕੁਲੀ ਤੋਂ ਸਮਾਨ ਚਕਾ ਲਓ, ਪਹਿਲਾਂ ਰਖਾ ਲਓ, ਫਿਰ ਤੁਸੀਂ ਉਹਨੂੰ ਸਮਝਾਉਣ ਲੱਗ ਜਾਓ ਕਿ ਲੈ ਜੀ ਵਰਕ ਡਨ ਤਾਂ 0 ਆ, cos 90 ਡਿਗਰੀ। ਉੱਥੇ ਤੁਹਾਡੇ ਛਿੱਤਰ ਪੈ ਸਕਦੇ ਨੇ, ਕਿਉਂਕਿ ਉੱਥੇ ਤੁਹਾਡਾ ਆ ਫਿਜ਼ਿਕਸ ਦਾ ਆ ਵਾਲਾ ਫੰਡਾ ਨਹੀਂ ਚੱਲੂਗਾ ਵਰਕ ਡਨ ਵਾਲਾ। ਉਹ ਵਿਚਾਰਾ ਔਖਾ ਤੁਰਦਾ ਸੀ ਹੈ, ਪੈਰਾਂ ਦੇ ਨਾਲ ਜਿਹੜਾ ਤੁਸੀਂ ਆਰਾਮ ਨਾਲ ਤੁਰੇ ਜਾ ਰਹੇ ਸੀ ਖਾਲੀ ਆਪਣੇ ਸਰੀਰ 'ਚ, ਉਹਨੇ ਇੰਨਾ ਸਮਾਨ ਚੱਕਿਆ ਵਿਚਾਰਾ ਪੈਰਾਂ ਦੇ ਨਾਲ, ਜਿਹੜਾ ਫ੍ਰਿਕਸ਼ਨ ਦੇ ਕਰਕੇ ਅੱਗੇ ਨੂੰ ਆਪਣੇ ਸਰੀਰ ਨੂੰ ਚੱਕ ਕੇ ਲੈ ਕੇ ਜਾ ਰਿਹਾ, ਉਹ ਤਾਂ ਔਖਾ ਤੁਰ ਕੇ ਜਾ ਰਿਹਾ, ਉਹਨੂੰ ਤਾਂ ਪੈਸੇ ਦਿੰਦੇ ਆਪਾਂ। ਸੋ ਤੁਸੀਂ ਉੱਥੇ ਜਾ ਕੇ ਆ ਨਹੀਂ ਦਿਖਾ ਦੇਣਾ ਮੇਰਾ ਲੈਕਚਰ ਦਿਖਾ ਕੇ ਕੋ ਆ ਦੇਖ ਲਿਆ ਤੇਰੇ ਪੈਸੇ ਬੜੇ ਨਹੀਂ ਕੋਈ, ਸੋ ਪੈਸੇ ਉਹਦੇ ਬਣਦੇ ਉਹਨੂੰ ਦੇ ਦਿਆ ਕਰੋ। F.S ਮੈਂ ਤੁਹਾਨੂੰ ਸਮਝਾ ਰਿਹਾ ਫਿਜ਼ਿਕਸ ਦੇ ਪੁਆਇੰਟ ਆਫ ਵਿਊ ਤੋਂ, ਜਿਸ ਨੂੰ ਵਰਕ ਡਨ ਕਿਹਾ ਜਾਂਦਾ ਆ। ਜਿਵੇਂ ਵਰਕ ਡਨ ਹੋਮਵਰਕ ਵਾਲਾ ਵਰਕ ਥੋੜੀ ਹੁੰਦਾ ਹੈ, ਹੋਮਵਰਕ ਮਿਲਿਆ ਜੀ ਤੇ ਉਹ ਵਰਕ ਕਰ ਲਿਆ। ਫਿਜ਼ਿਕਸ ਦੇ ਪੁਆਇੰਟ ਆਫ ਤੋਂ ਵਰਕ ਡਨ ਕੌਣ ਹੁੰਦਾ ਹੈ? ਫਿਜ਼ਿਕਸ ਵਿੱਚ ਵਰਕ ਉਹਨੂੰ ਹੀ ਗਿਣਿਆ ਜਾਏਗਾ, ਉਹਨੂੰ ਹੀ ਮੰਨਿਆ ਜਾਏਗਾ ਫਿਜ਼ੀਕਲ ਵਰਕ ਡਨ ਇਹਨੂੰ ਕਹਿੰਦੇ ਆਪਾਂ। ਫਿਜ਼ੀਕਲ ਵਰਕ ਡਨ ਉਹ ਹੁੰਦਾ ਹੈ ਜਿਹਦੇ 'ਚ ਤੁਸੀਂ ਕਿਸੇ ਚੀਜ਼ ਨੂੰ ਫੋਰਸ ਲਗਾ ਕੇ ਡਿਸਪਲੇਸ ਕਰਦੇ ਹੋ। ਜੇ ਕਰਦੇ ਹੋ ਤਾਂ ਵਰਕ ਡਨ ਹੈ, ਨਹੀਂ ਤਾਂ ਕੋਈ ਵਰਕ ਡਨ ਨਹੀਂ ਹੋਇਆ। ਹੁਣ ਤੁਸੀਂ ਕੰਧ ਨੂੰ ਧੱਕਾ ਮਾਰੀ ਜਾਓ, ਹੁਣ ਇੱਕ ਬੰਦਾ ਕੰਧ ਨੂੰ ਧੱਕਾ ਮਾਰ ਮਾਰ ਕੇ ਥੱਕ ਕੇ ਵਿਚਾਰਾ ਬਹਿ ਗਿਆ, ਅੱਧਾ ਘੰਟਾ ਧੱਕਾ ਮਾਰੀ ਗਿਆ, ਕੰਧ ਤਾਂ ਹਿੱਲੀ ਨਹੀਂ, ਡਿਸਪਲੇਸਮੈਂਟ ਕਿੰਨੀ ਹੋਈ? 0। ਫਿਰ ਆਪਾਂ ਕਹਾਂਗੇ ਉਹਦਾ ਵਰਕ ਡਨ ਕਿੰਨਾ ਆਇਆ? 0। ਹੁਣ ਅਗਲਾ ਕਹੂਗਾ ਯਾਰ ਹੱਦ ਹੋ ਗਈ, ਮੈਂ ਤਾਂ ਥੱਕ ਗਿਆ, ਇਹ ਕਹਿੰਦੇ ਵਰਕ ਡਨ ਹੀ ਕੋਈ ਨਹੀਂ ਹੋਇਆ। ਤੇ ਉਹ ਥੱਕ ਪਤਾ ਕਿਉਂ ਗਿਆ? ਕਿਉਂਕਿ ਜਿਵੇਂ ਉਹ ਫਿਰ ਗੱਲ ਬਾਇਓਲੋਜੀ ਚਲੀ ਗਈ। ਫਿਜ਼ੀਕਲੀ ਤਾਂ ਮੈਨੂੰ ਕੰਧ ਨਹੀਂ ਹਿੱਲਦੀ ਦਿਖੀ ਨਾ, ਕੰਧ ਨਹੀਂ ਹਿੱਲੀ, ਪਰ ਉਹ ਵਿਚਾਰਾ ਜਦੋਂ ਫੋਰਸ ਲਗਾਉਂਦਾ ਹੈ, ਆਪਣੇ ਮਸਲਸ ਹੁੰਦੇ ਨੇ, ਮਸਲਸ ਆਪਣੇ ਕੰਟਰੈਕਟ ਹੁੰਦੇ ਨੇ, ਐਕਸਪੈਂਡ ਹੁੰਦੇ ਨੇ, ਮਸਲਸ ਦੇ ਵਿੱਚ ਜਿਹੜੀ એનર્ਜੀ ਹੁੰਦੀ ਹੈ ਉਹ ਯੂਜ਼ ਹੁੰਦੀ ਹੈ, ਤੇ ਮਸਲ ਦਾ ਕੰਟਰੈਕਟ ਹੋਣਾ, ਐਕਸਪੈਂਡ ਹੋਣਾ, ਉਹ 'ਚ ਵੀ ਤਾਂ ਵਰਕ ਡਨ ਲੱਗ ਰਿਹਾ ਨਾ। ਉਹ ਅੰਦਰ ਹੀ ਅੰਦਰ ਥੱਕ ਗਿਆ ਵਿਚਾਰਾ, ਆਪ ਹੀ ਥੱਕ ਗਿਆ। ਠੀਕ ਹੈ, ਸੋ ਇੱਥੇ ਜਿਹੜਾ ਫੋਰਸ ਹੈ, ਇਹ ਫਿਜ਼ਿਕਸ ਵਿੱਚ ਤਾਂ ਫੋਰਸ ਆਪਾਂ ਬੇਜਾਨ ਚੀਜ਼ ਲੈ ਰਹੇ, ਇੱਕ ਤਰ੍ਹਾਂ ਦੀ ਫੋਰਸ ਹੈ ਬਸ। ਲਾਇਆ ਕੀ ਨੇ, ਲਾ ਕੌਣ ਰਿਹਾ, ਇਹ ਤਾਂ ਆਪਾਂ ਗੱਲ ਨਹੀਂ ਕਰਦੇ। ਇਸੇ ਲਈ ਇਸ ਐਸਪੈਕਟ ਦੇ ਵਿੱਚ ਮੈਂ ਕਹਿ ਰਿਹਾ ਵਰਕ ਡਨ 0 ਹੋਏਗਾ। ਸੋ ਜਦੋਂ A ਤੇ B ਵੈਕਟਰ ਪਰਪੈਂਡੀਕੂਲਰ ਹੋਣਗੇ ਤਾਂ ਡਾਟ ਪ੍ਰੋਡਕਟ 0 ਹੋਏਗਾ। ਤੇ ਜੇ ਆ ਗੱਲ ਕੰਡੀਸ਼ਨ ਟਰੂ ਹੋਵੇ ਤੇ A ਤੇ B ਵੈਕਟਰ ਦਾ ਡਾਟ ਪ੍ਰੋਡਕਟ ਜੇ 0 ਆ ਜਾਵੇ ਤਾਂ ਇਹਦਾ ਮਤਲਬ ਕੀ ਹੋਏਗਾ? A ਤੇ ਕੀ ਨੇ? B ਪਰਪੈਂਡੀਕੂਲਰ। ਸਮਝ ਲੱਗੀ ਗੱਲ ਸਾਰਿਆਂ ਨੂੰ? ਬੜੀ ਇੰਪੋਰਟੈਂਟ ਗੱਲ ਹੈ ਇਹ, ਬੜਾ ਇੰਪੋਰਟੈਂਟ ਜਿਓਮੈਟ੍ਰਿਕ ਇਹਦਾ ਉਹ ਆ ਪ੍ਰੋਪਰਟੀ ਹੈ ਡਾਟ ਪ੍ਰੋਡਕਟ ਦੀ। ਤੇ ਆਪਾਂ ਇਹਨਾਂ ਦੋਨਾਂ ਗੱਲਾਂ ਨੂੰ ਐਂ ਯਾਦ ਰੱਖ ਲੈਣੇ ਵੀ ਪਰਪੈਂਡੀਕੂਲਰ ਵੈਕਟਰ ਨੇ ਤਾਂ ਡਾਟ ਪ੍ਰੋਡਕਟ 0 ਹੁੰਦਾ ਹੀ ਹੈ। ਡਾਟ ਪ੍ਰੋਡਕਟ 0 ਹੈ ਮਤਲਬ ਪਰਪੈਂਡੀਕੂਲਰ ਹੋਣਗੇ ਹੀ। ਆ ਦੋਨੋਂ ਗੱਲਾਂ ਟਰੂ ਨੇ। ਤੇ ਪ੍ਰੋਪਰਟੀਜ਼ ਆਫ ਕ੍ਰਾਸ ਪ੍ਰੋਡਕਟ ਦੇਖੋ ਕੀ ਨੇ। ਕ੍ਰਾਸ ਪ੍ਰੋਡਕਟ ਦੇ ਵਿੱਚ ਪਹਿਲੀ ਗੱਲ ਤਾਂ ਇਹ ਆ, ਇਹ ਨਾਟ ਕਮਿਊਟੇਟਿਵ, ਇਹ ਕਮਿਊਟੇਟਿਵ ਨਹੀਂ ਹੁੰਦਾ ਕਿਉਂਕਿ ਇਹਦੇ ਚ A ਵੈਕਟਰ ਕ੍ਰਾਸ B ਵੈਕਟਰ ਜਿਹੜਾ ਆ ਉਹ B ਵੈਕਟਰ ਕ੍ਰਾਸ A ਵੈਕਟਰ ਦੇ ਬਰਾਬਰ ਨਹੀਂ ਹੁੰਦਾ, ਸਗੋਂ ਉਹਦਾ ਨੈਗੇਟਿਵ ਹੁੰਦਾ ਹੈ। ਨੈਗੇਟਿਵ ਪਾ ਕੇ ਬ੍ਰੈਕਟ ਚ ਪਾ ਲਓ, ਠੀਕ ਹੈ ਗੱਲ। ਬਟ ਇਹਨਾਂ ਦਾ ਜੇ ਮੈਗਨੀਚਿਊਡ ਲੈ ਲਿਆ ਜਾਵੇ ਇਕੱਲਾ A ਕ੍ਰਾਸ B ਦਾ ਤੇ B ਕ੍ਰਾਸ A ਦਾ, ਤਾਂ ਮੈਗਨੀਚਿਊਡ ਦੋਨਾਂ ਦੇ ਬਿਲਕੁਲ ਬਰਾਬਰ ਹੀ ਹੁੰਦੇ ਨੇ।
ए बी साइन थीटा। दूसरी प्रॉपर्टी जी इंपॉर्टेंट यही है कि जे मान लो ए वैक्टर नॉन जीरो तां ले लेने ना आपां कि एवं पता लगे वैक्टर ही जीरो है तो फिर तो प्रोडक्ट जीरो आ ही जाना, चाहे डॉट हो चाहे क्रॉस हो। आपां लेके चलते नॉन जीरो वैक्टर ने, ते जे ए वैक्टर पैरेलल हो गया बी वैक्टर दे, देन ए क्रॉस बी की आऊगा, दसो। जीरो। क्योंकि जे पैरेलल देखो ऐ कह दिंदे आपां जे ए इधर नु होवे बी इधर नु होवे तां भी पैरेलल ने, जे ए इधर नु होवे बी इधर नु होवे तां भी पैरेलल ही ने। एक तरह एंटी पैरेलल कह दिंदे आ, एंटी पैरेलल कह दिंदे आ, पैरेलल कह दिंदे आ। पैरेलल और एंटी पैरेलल मतलब लीनियर ने, मतलब एक ही डायरेक्शन च। तां थीटा दी वैल्यू जा तां होगी 0 डिग्री, ਜਾਂ थीटा कितना होगा 180 डिग्री। ਤੁਸੀਂ ਮੈਨੂੰ ਦੱਸੋ sin 0 डिग्री कितना ਹੁੰਦਾ 0 80 डिग्री कितना ਹੁੰਦਾ 0। इसलिए चाहे sin 0 ਹੋਵੇ ਚਾहे मतलब क्रॉस प्रोडक्ट 0 आ ही ਜਾਂਦਾ ਵਾ। ਤੇ ਜੇ क्रॉस प्रोडक्ट 0 ਆ ਜਾਵੇ ਪੁੱਠਾ ਤਾਂ ਕੀ ਹੋਊਗਾ, ਦੱਸ ਸਕਦਾ ਕੋਈ? पुठी गल वही हो जूगी, जे क्रॉस प्रोडक्ट आ गया ਇਹਦਾ मतलब कि पैरेलल होणगे बस। दसो ਇਹ ਚ ਕੋਈ प्रॉब्लम ਹੋਵੇ ਪੁੱਛ ਲਓ ਹੁਣ ਮੇਰੇ ਤੋਂ, ਜੇ ਕੋਈ ਵੀ ਗੱਲ ਕਿਸੇ ਨੇ ਪੁੱਛਣੀ ਇਸ ਬਾਰੇ। ਫਿਰ ਆਪਾਂ ਬਹੁਤ ਵਧੀਆ ਹੁਣ ਆਪਾਂ ਅੱਗੇ ਗੱਲ ਕਰ ਸਕਦੇ ਹਾਂ। ਹੁਣ ਮੈਨੂੰ ਲੱਗ ਰਿਹਾ ਕਿ ਮੈਨੂੰ ਕੌਨਫੀਡੈਂਸ ਆ ਗਈ ਤੁਹਾਡੇ ਨਾਲ ਸਾਰੀ ਗੱਲ ਇਹਦੇ ਬਾਰੇ ਹੋ ਗਈ ਹੈ। ਕਨਸੈਪਟ ਬਾਰੇ ਕਿਸੇ ਨੂੰ ਕੋਈ ਦਿੱਕਤ ਹੋਵੇ ਤਾਂ ਪੁੱਛ ਲਓ, ਫਿਰ ਆਪਾਂ ਅੱਗੇ ਦੀ ਗੱਲ ਕਰੀਏ। सारे नु समझ आ गया सारा कुछ? मतलब मैं समझा? हाँ जी सर। आप प्रॉपर्टीज का स्क्रीनशॉट ले लो, थोड़े काम आने ले लिया सर। ठीक है, हुण मैं अगे काम करवाना तुहानू अगे दा, वो मैं करवाऊंगा तुहानू बोर्ड दे ऊपर पिक्चर नहीं है, नहीं पिक्चर ही शेयर कर लेना। चलो स्क्रीन ही शेयर कर आ जाओ। हुण आपां ਉਹ ਜਿਹੜੀ ਇਹਦੀ ਮੈਂ PDF ਤੁਹਾਨੂੰ ਭੇਜ ਚੁੱਕਿਆ ਜ਼ਿਆਦਾਤਰ ਬੱਚਿਆਂ ਨੂੰ। ਆਪਸ ਵਿੱਚ ਇੱਕ ਦੂਜੇ ਨੂੰ ਭੇਜ ਲਿਓ ਜਿਹੜੇ ਕੰਟੈਕਟ ਹੈਗੇ ਹੋ, ਨਹੀਂ ਤਾਂ ਮੈਨੂੰ ਮੰਗ ਲਿਓ ਆਪਣਾ ਉਹ ਭੇਜ ਕੇ ਮੈਂ ਭੇਜ ਦੂੰਗਾ ਤੁਹਾਨੂੰ, ਕੋਈ ਗੱਲ ਨਹੀਂ। ਲਓ ਜੀ, ਆ ਵੈਕਟਰਸ ਦੇ ਬਾਰੇ ਗੱਲ ਕਰੀਏ ਆਪਾਂ। ਗੱਲ ਕਿੱਥੇ ਤੱਕ ਕੀਤੀ ਦੇਖੋ, ਹੁਣ ਤੁਹਾਨੂੰ ਸਾਰੀਆਂ ਗੱਲਾਂ ਸਮਝ ਆਣਗੀਆਂ। ਹੁਣ ਕਿਹੜੀ ਕਿਹੜੀ ਗੱਲ ਕਰ ਚੁੱਕੇ ਆ, ਕਿਹੜੀ ਕਿਹੜੀ ਨਹੀਂ ਕਰ ਚੁੱਕੇ ਆ। ਇੱਥੇ ਤਾਂ ਮੈਂ ਸਬਟ੍ਰੈਕਸ਼ਨ ਦੀ ਗੱਲ ਕਰ ਰਿਹਾ ਸੀ, ਮਤਲਬ ਇਹ ਤਾਂ ਅੱਗੇ ਕਾਫੀ ਨਿਕਲ ਗਏ ਆਪਾਂ। ਆ ਸੀ ਕਿ ਜਿਵੇਂ ਐਕਸਲਰੇਸ਼ਨ ਕੈਲਕੂਲੇਟ ਕਰ ਰਹੇ ਹੋ ਤਾਂ ਰੇਟ ਆਫ ਚੇਂਜ ਆਫ ਵੈਲੋਸਿਟੀਜ਼ ਹੁੰਦਾ ਨਾ, ਤਾਂ ਚੇਂਜ ਇਨ ਵੈਲੋਸਿਟੀ v2 v1। ਇੱਥੇ ਵੀ v2 v1 ਦਾ ਪ੍ਰੋਡਕਟ ਆ ਦੇਖੋ, ਫਾਰਮੂਲਾ ਆਹੀ ਲਾਇਆ ਕਰਾਂਗੇ ਆਪਾਂ। ਫਿਰ ਜੇ ਐਕਸਲਰੇਸ਼ਨ ਦਾ ਮੈਗਨੀਟਿਊਡ ਪਤਾ ਕਰਨਾ ਕਾਈਨੈਮੈਟਿਕਸ ਚ, ਤਾਂ ਵੈਲੋਸਿਟੀਜ਼ ਦਾ ਸਬਟ੍ਰੈਕਟ ਕਰਕੇ ਆ ਆਊਗਾ ਇਸ ਤਰ੍ਹਾਂ। ਦੇਖੋ ਸੋ ਇਸ ਤਰ੍ਹਾਂ ਦੇ ਕੁਐਸਚਨਸ ਕਈ ਵਾਰ ਆਉਂਦੇ ਨੇ ਪੇਪਰ 'ਚ, ਜੇ ਪਲੇਨ ਦੇ ਵਿੱਚ ਦੋਨੋਂ ਵੈਲੋਸਿਟੀਜ਼ ਹੋਣ। ਉੱਥੇ ਫਿਰ ਕੀ ਆ ਕਿ ਬੱਚੇ ਘਬਰਾ ਜਾਂਦੇ ਨੇ ਕਿ ਆ ਕਿਵੇਂ ਕਰ, ਆ ਇੱਥੋਂ ਆ ਗਿਆ ਫਾਰਮੂਲਾ। ਤੁਹਾਨੂੰ ਪਤਾ ਨਾ ਹੁਣ ਆ ਫਾਰਮੂਲਾ a ਵੈਕਟਰ ਮਾਈਨਸ b ਵੈਕਟਰ ਦਾ, ਉਹੀ ਲਾਇਆ ਬਸ। ਸੋ ਇਹਦਾ ਮਤਲਬ ਇਹ ਵੀ ਕੋਈ ਗੱਲ ਨਹੀਂ, ਇਹ ਰਿਲੇਟਿਵ ਵੈਲੋਸਿਟੀ ਇਨ ਪਲੇਨ ਹੈ। ਇਹ ਤੁਹਾਨੂੰ ਮੈਂ ਕਰਾਣੀ ਆ, ਕਾਈਨੈਮੈਟਿਕਸ ਚ ਕਰਾਣੀ ਆ, ਹੁਣੀ ਮੈਂ ਨਹੀਂ ਕਰਾ ਰਿਹਾ। ਕੰਪੋਨੈਂਟਸ ਆਫ ਅ ਵੈਕਟਰ ਆ ਦੇਖੋ ਕਿੰਨਾ ਵਧੀਆ ਇਹ ਚ ਸਮਝਾਇਆ ਹੋਇਆ, ਸਾਰਾ ਕੁਝ ਤੁਹਾਨੂੰ ਲਿਖਿਆ ਹੋਇਆ ਮਿਲ ਜੂਗਾ, ਸਾਰਾ ਕੁਝ ਤੁਹਾਨੂੰ ਇਸ PDF ਚ, ਜਿਹੜੀ ਗੱਲ ਮੇਰੇ ਵੀਡੀਓ ਚ ਸਮਝ। ਆ ਦੇਖੋ ਕਿਵੇਂ ਬਣਾਇਆ। ਫਿਰ ਆ ਜਿਹੜਾ a sin θ ਆ, ਇਹਨੂੰ ਹੀ ਚੱਕ ਕੇ ਫਿਰ ਆਪਾਂ ਇੱਥੇ ਡਰਾ ਕਰ ਦਿੰਦੇ ਆ ਪੈਰਲਲੋਗ੍ਰਾਮ ਲਾਅ ਦੇ ਹਿਸਾਬ ਨਾਲ, ਟ੍ਰਾਇੰਗਲ ਲਾਅ ਦੇ ਹਿਸਾਬ ਨਾਲ ਆਇਆ ਹੋ ਜਾਂਦਾ। ਫਿਰ ਆਪਾਂ ਇਹਨੂੰ ਜ਼ਿਆਦਾ ਵਰਤਦੇ ਆ ਆਪਣੇ ਵਿੱਚ, ਠੀਕ ਹੈ। ਸੋ ਤੁਹਾਡੇ ਕੋਲ ਰਿਟਨ ਚ ਵੀ ਇਹ ਚੀਜ਼ਾਂ ਹੈਗੀਆਂ। ਹੁਣ ਨੋਟਸ ਬਣਾਓ ਸੋਹਣੇ ਸੋਹਣੇ ਲਿਖ ਕੇ, ਵਧੀਆ ਵਧੀਆ ਗੱਲਾਂ ਸਾਰੀਆਂ ਜਿਹੜੀਆਂ ਮੈਂ ਸਮਝਾਈਆਂ ਤੁਹਾਨੂੰ। ਆ ਗਈ ਆਪਣੀ ਦੂਜੀ ਰੈਪਰੈਜ਼ੈਂਟੇਸ਼ਨ। ਹੁਣ ਆਪਾਂ ਗੱਲ ਕਰਦੇ ਹਾਂ ਦੂਜੀ ਰੈਪਰੈਜ਼ੈਂਟੇਸ਼ਨ ਦੀ। ਇਹ ਇੱਥੋਂ ਆਪਣੇ ਕੋਲ 10 ਫੋਟੋਆਂ ਹੈਗੀਆਂ, ਵਿੱਚ ਸਾਰਾ ਕੰਮ ਹੋਇਆ ਪਿਆ ਵਾ। ਤੇ ਮੈਂ ਤੁਹਾਨੂੰ ਥੋੜੀ ਜਿਹੀ ਗੱਲਾਂ ਪਹਿਲਾਂ ਯੂਨਿਟ ਵੈਕਟਰ ਬਾਰੇ ਸਮਝਾ ਦੇਵਾਂ, ਉਹਦੇ ਵਿੱਚ ਹੀ ਵਾਈਟ ਬੋਰਡ 'ਚ। ਅੱਜ ਤੁਸੀਂ ਲਗਭਗ ਸਾਰੇ ਜਣੇ ਪ੍ਰੈਜ਼ੈਂਟ ਲੱਗ ਰਹੇ ਹੋ, 24 ਬੱਚੇ 23 ਬੱਚੇ ਹੋ, ਤੇ ਚੰਗੀ ਗੱਲ ਆ ਵੀ ਮਤਲਬ ਤੁਸੀਂ ਇਸ ਗੱਲ ਨੂੰ ਇੰਨਾ ਸੀਰੀਅਸਲੀ ਤਾਂ ਲਿਆ ਘੱਟੋ ਘੱਟ। ਸੋ ਦੇਖੋ ਹੁਣ ਆਪਾਂ ਕਰਦੇ ਹਾਂ ਨਵੀਂ ਰੈਪਰੈਜ਼ੈਂਟੇਸ਼ਨ ਕਰਨ ਜਾ ਰਹੇ ਹਾਂ। ਹੁਣੀ ਤੁਸੀਂ ਕਿਹੜੀ ਰੈਪਰੈਜ਼ੈਂਟੇਸ਼ਨ ਕੀਤੀ ਸੀ, ਜਿਸ ਦੀ ਲੈਂਥ ਹੁੰਦੀ ਹੈ, ਡਾਇਰੈਕਟਡ ਲਾਈਨ ਸੈਗਮੈਂਟ ਹੁੰਦਾ ਆ। ਹੁਣ ਮੈਂ ਕਰਨ ਜਾ ਰਹੀ ਹਾਂ ਇਸ ਨੂੰ ਕਹਿੰਦਾ ਯੂਨਿਟ ਵੈਕਟਰ ਰੈਪਰੈਜ਼ੈਂਟੇਸ਼ਨ। मतलब एक रिप्रेजेंटेशन है, ये यूनिट वेक्टर वाली रिप्रेजेंटेशन है। ये देखो बड़ी सौखी लगूगी, ਤੁਹਾਨੂੰ बहुत ही सौखी लगूगी, बहुत जल्दी हो जाएगा काम।
कि ਇਹਦੇ ਚ ਕੀ ਹੁੰਦਾ ਕਿ ਮੰਨ ਲਓ ਤੁਸੀਂ ਕੋਈ ਵੀ ਵੈਕਟਰ ਲਿਖਿਆ, ਹੁਣ ਜੋ ਮੈਂ ਬਣਾਉਣ ਜਾ ਰਿਹਾ ਕਿਤਾਬਾਂ 'ਚ ਨਹੀਂ ਹੁੰਦਾ ਇਸ ਤਰ੍ਹਾਂ ਕੁਝ ਵੀ, ਕਿਤਾਬਾਂ 'ਚ ਤਾਂ ਸਿੱਧੀ ਹੀ ਗੱਲ ਹੁੰਦੀ ਹੈ, ਤੇ ਇਸ ਲਈ ਥੋੜਾ ਧਿਆਨ ਨਾਲ ਸਮਝੋ ਇਸ ਗੱਲ ਨੂੰ। ਮੰਨ ਲਓ ਕਿ ਆ ਇੱਕ ਵੈਕਟਰ ਹੈ ਇਧਰ ਨੂੰ ਐ ਕਰਕੇ, ਤੇ ਇਸ ਵੈਕਟਰ ਦੀ ਜਿਹੜੀ ਲੈਂਥ ਆ ਉਹ ਮੰਨ ਲਓ, ਜਸਟ ਮੈਂ ਐਗਜ਼ਾਮਪਲ ਲੈ ਰਿਹਾ, ਮੰਨ ਲਓ 1 2 ਯੂਨਿਟ ਕੋਈ ਨਾ ਕੋਈ ਤਾਂ ਹੋਣੀ ਹੈ, ਮੈਂ ਉਹ ਮੰਨ ਲਈ ਆਹੀ ਹੈ 3 4 5, ਇਹ 5 ਯੂਨਿਟ ਦਾ ਇੱਕ ਵੈਕਟਰ ਹੈ। ਤੇ ਇਸ ਨੂੰ ਮੈਂ ਕਹਿ ਰਿਹਾ ਇਸ ਨੂੰ ਲਿਖਿਆ ਜਾ ਸਕਦਾ, ਜਿੰਨਾ ਇਹਦਾ ਮੈਗਨੀਟਿਊਡ ਆ ਉਹਨੂੰ ਵੱਖਰਾ ਲਿਖ ਦਿਓ 5, ਨਾਲ ਯੂਨਿਟ ਲਿਖਣ ਦੀ ਲੋੜ ਨਹੀਂ, ਕਿਉਂਕਿ ਇਹਦੇ ਸਾਨੂੰ ਕਿਹੜਾ ਪਤਾ 5 ਨਿਊਟਨ ਹੋ ਜਾਊਗਾ ਆਬਵੀਅਸਲੀ ਜੇ ਫੋਰਸ ਹੋਇਆ, ਪਰ ਫਿਲਹਾਲ ਤਾਂ ਮੈਂ ਬਸ 5 ਲਿਖ ਰਿਹਾ, ਇਹਦੀ ਲੈਂਥ 5 ਹੈ। ਤੇ ਜਿਸ ਡਾਇਰੈਕਸ਼ਨ 'ਚ ਹੈਗਾ ਇਸੇ ਡਾਇਰੈਕਸ਼ਨ 'ਚ ਇੱਕ ਯੂਨਿਟ ਲੈਂਥ ਦਾ ਵੈਕਟਰ, ਯੂਨਿਟ ਵਾਲਾ ਇੱਕ ਜਿਹਦਾ ਮੈਗਨੀਟਿਊਡ 1 ਹੋਵੇ, ਹਾਂ, ਤੇ ਇੱਥੇ ਮੈਂ ਇਹਨੂੰ ਬ੍ਰੈਕਟ 'ਚ ਲਿਖ ਦਿੰਦਾ ਐ ਕਰਕੇ ਬਸ। ਸੋ ਆ ਜਿਹੜਾ ਵੈਕਟਰ ਹੈ ਇਹ 5 ਗੁਣਾ ਇਹਦਾ ਆ 5 ਟਾਈਮਸ ਦਿਸ। ਸੋ ਜੇ ਇਸ ਵੈਕਟਰ ਦਾ ਨਾਮ ਜਿਹੜਾ ਆ ਵੈਕਟਰ ਹੈ ਜਿਹੜਾ ਬ੍ਰੈਕਟ 'ਚ ਲਿਖਿਆ, ਇਹਦਾ ਨਾਮ ਜੇ ਮੈਂ a ਕੈਪ ਲਿਖ ਦਵਾਂ ਯੂਨਿਟ ਵੈਕਟਰ ਦਾ, ਤਾਂ ਇਹ 5 ਟਾਈਮਸ a ਕੈਪ ਹੋ ਗਿਆ। ਤੇ ਤੁਹਾਨੂੰ ਮੈਂ ਸਮਝਾਇਆ ਕਿ ਜੇ ਆ a ਕੈਪ ਆ, ਜੇ ਮੈਂ ਤੁਹਾਨੂੰ ਕੱਲ ਵੀ ਪਹਿਲਾਂ ਹੀ ਸਮਝਾ ਚੁੱਕਾ, ਜਦੋਂ ਮੈਂ ਕਿਸੇ ਇੱਕ ਵੈਕਟਰ ਨੂੰ ਮਲਟੀਪਲਾਈ ਕਰਨ ਵਾਲਾ ਸਮਝਾਇਆ, ਜੇ ਆ a ਕੈਪ ਆ, a ਕੈਪ, ਤਾਂ 5 ਟਾਈਮਸ a ਕੈਪ ਕਿਵੇਂ ਡਰਾ ਕਰੋਗੇ, ਤੁਹਾਨੂੰ ਪਤਾ ਨਾ ਇਹ ਗੱਲ, ਫਿਰ 5 ਟਾਈਮਸ a ਕੈਪ 5 ਗੁਣਾ ਡਰਾ ਕਰ ਦੋਗੇ, ਤੇ ਇਹਦੇ ਨਾਲ ਤੁਹਾਨੂੰ ਫਿਰ ਉਹੀ ਵੈਕਟਰ ਮਿਲ ਜਾਏਗਾ ਕਿ ਨਹੀਂ, ਦੇਖੋ ਜਿਹੜਾ ਵੈਕਟਰ ਮੈਂ ਡਰਾ ਕੀਤਾ ਹੋਇਆ 5 ਟਾਈਮਸ a ਕੈਪ ਮਿਲ ਜਾਏਗਾ। ਸੋ ਉਹੀ ਇਹਨੂੰ ਕਹਿੰਦੇ ਯੂਨਿਟ ਵੈਕਟਰ ਰਿਪਰੈਜ਼ੈਂਟੇਸ਼ਨ, ਕਿ ਤੁਸੀਂ ਯੂਨਿਟ ਵੈਕਟਰ ਨੂੰ ਚੱਕ ਕੇ ਰੱਖ ਲਓ, ਨਾਲ ਉਹਦਾ ਮੈਗਨੀਟਿਊਡ ਵੱਖਰਾ ਕਰਕੇ ਲਿਖ ਦਿਓ। ਹੁਣ ਮੰਨ ਲਓ ਜੇ 2000 ਨਿਊਟਨ ਹੋਵੇ ਤਾਂ 2000 ਮੈਨੂੰ ਐਡਾ ਵੱਡਾ ਆ ਬਣਾਉਣ ਦੀ ਲੋੜ ਹੀ ਨਹੀਂ, 2000 ਵੱਡਾ ਵੈਕਟਰ ਬਣਾਉਣ ਦੀ, ਮੈਂ ਕੀ ਕਰੂੰਗਾ 2000 ਬਸ ਹੋ ਗਿਆ। ਪਰ ਇਹ ਬੜੀ ਅਜੀਬ ਚੀਜ਼ ਹੈ, ਇਹਨੂੰ ਕਿਵੇਂ ਪ੍ਰੈਕਟੀਕਲੀ ਹੈਂਡਲ ਕਰੋਗੇ? ਇਹਨੂੰ ਪ੍ਰੈਕਟੀਕਲੀ ਹੈਂਡਲ ਕਰਨਾ ਤਾਂ ਔਖਾ ਨਾ, ਇਹਨੂੰ ਆਪਾਂ ਪਤਾ ਨਹੀਂ ਐਰੋ ਥੋੜੀ ਬਣਾਉਂਦੇ ਫਿਰਾਂਗੇ ਆਪਾਂ ਕਾਪੀ ਤੇ ਇਸ ਤਰ੍ਹਾਂ, ਤਾਂ ਇਹਦੇ ਨਾਲ ਤਾਂ ਕੰਮ ਔਖਾ ਹੋ ਜਾਏਗਾ। ਸੋ ਆਪਾਂ ਇਹਨੂੰ ਹੋਰ ਸੌਖਾ ਕਰਦੇ ਹਾਂ ਕਿ ਯੂਨਿਟ ਵੈਕਟਰ ਰਿਪਰੈਜ਼ੈਂਟੇਸ਼ਨ ਦੇ ਵਿੱਚ ਆਪਾਂ ਜਿਸ ਤਰ੍ਹਾਂ ਇਹਨੂੰ ਯੂਜ਼ ਕਰਦੇ ਹਾਂ, ਮੈਂ ਤੁਹਾਨੂੰ ਥੋੜਾ ਜਿਹਾ ਹੋਰ ਵੈਕਟਰ ਬਣਾ ਕੇ ਦਿਖਾ ਦੇਣਾ ਆਪਣੀ ਆਹ ਵਾਲੀ ਚੀਜ਼ ਨੂੰ। ਜਿਵੇਂ ਮੰਨ ਲਓ ਇੱਧਰ ਨੂੰ ਹੋਵੇ ਕੋਈ ਵੈਕਟਰ, ਇੱਧਰ ਨੂੰ ਮੰਨ ਲਓ ਇਹਦੀ 2 ਹੀ ਲੈਂਥ ਹੋਵੇ, ਤੇ ਤੁਸੀਂ ਇਸ ਨੂੰ ਲਿਖ ਸਕਦੇ ਹੋ ਬਰਾਬਰ ਹੈ 2 ਗੁਣਾ ਇਸ ਯੂਨਿਟ, ਹੈ ਨਾ, ਇਹਨੂੰ 2 ਗੁਣਾ ਇਹਦੇ ਲਿਖ ਦਾਂਗੇ। ਤੇ ਜੇ ਕੋਈ ਵੈਕਟਰ ਹੋਵੇ ਇੱਧਰ ਨੂੰ, ਤੇ ਇਹਦੀ ਲੈਂਥ ਹੋਵੇ ਮੰਨ ਲਓ 1 2 3 4 5 6 ਮੰਨ ਲਓ 7, ਤਾਂ ਇਹਨੂੰ ਮੈਂ ਲਿਖ ਦੂੰਗਾ ਬਰਾਬਰ ਹੈ 7, ਤੇ ਇਹਦਾ ਯੂਨਿਟ ਵੈਕਟਰ ਕਿੱਧਰ ਨੂੰ ਹੋਏਗਾ, ਇੱਧਰ ਨੂੰ, ਇਸ ਤਰ੍ਹਾਂ। ਦੱਸੋ ਆ ਗੱਲਾਂ ਸਮਝ ਲੱਗ ਰਹੀਆਂ ਸਾਰਿਆਂ ਨੂੰ? ਯੈਸ ਸਰ। तो आ वाला वेक्टर है ब्लैक कलर का मैं ड्रॉ किया इत्थे, इस वेक्टर नूं बेसिकली वेक्टर का नाम हुंदा है ए वेक्टर, मान लो तां आपां ओनू ए वेक्टर लिख दिंदे आ। ਇਹਦੀ ਲੈਂਥ ਨੂੰ ਤੁਹਾਨੂੰ ਪਤਾ ਪਹਿਲਾਂ ਕੀ ਲੈਂਦਾ ਰਿਹਾ ਮੈਂ, ਲੈਂਥ a ਵੈਕਟਰ ਦੀ ਲੈਂਥ ਨੂੰ ਕੀ ਮੰਨ ਕੇ ਚੱਲਦਾ ਸੀ, a ਮੰਨ ਕੇ ਚੱਲਦਾ ਸੀ ਨਾ, a ਕੈਪ ਸਰ, a ਮੰਨ ਕੇ ਚੱਲਦਾ ਸਿਰਫ। a ਵੈਕਟਰ ਦੀ ਲੈਂਥ a ਹੁੰਦੀ ਆ, b ਵੈਕਟਰ ਦੀ ਲੈਂਥ b ਹੁੰਦੀ ਆ, ਤਾਂ a ਵੈਕਟਰ ਦੀ ਲੈਂਥ ਇੱਥੇ ਲਿਖਤੀ ਮੈਗਨੀਟਿਊਡ, ਆ a ਕੈਪ ਕੀ ਦੱਸ ਰਿਹਾ ਇਹਦੀ ਡਾਇਰੈਕਸ਼ਨ। ਹੁਣ ਉੱਪਰਲੀ ਗੱਲ ਨੂੰ ਮੈਂ ਮਿਟਾ ਦਿੰਦਾ ਵਾਂ, ਹੁਣ ਤੁਹਾਨੂੰ ਆ ਗੱਲ ਸਮਝ ਲੱਗ ਰਹੀ ਹੈ ਕੀ ਲਿਖਿਆ ਹੈ ਵਾ, a ਵੈਕਟਰ ਇਜ਼ ਇਕੁਅਲ ਟੂ a ਇਨਟੂ a ਕੈਪ। ਹਾਂਜੀ ਸਰ, ਪਤਾ ਲੱਗ ਗਿਆ ਨਾ? ਇਹਦਾ ਮਤਲਬ ਕੀ ਆ ਕਿ ਆ ਜਿਹੜਾ a ਆ ਕੱਲਾ ਇਹ ਮੈਨੂੰ ਦੱਸ ਰਿਹਾ ਵਾ ਮੈਗਨੀਟਿਊਡ, ਤੇ a ਕੈਪ ਮੈਨੂੰ ਕੀ ਦੱਸ ਰਿਹਾ, ਕੱਲੀ ਡਾਇਰੈਕਸ਼ਨ, ਕੁਝ ਕੱਲੀ ਡਾਇਰੈਕਸ਼ਨ ਆ, ਤੇ ਡਾਇਰੈਕਸ਼ਨ ਇੱਕ ਯੂਨਿਟ ਵੈਕਟਰ ਨਾਲ ਰਿਪਰੈਜ਼ੈਂਟ ਕੀਤੀ ਗਈ ਹੈ। ਯੂਨਿਟ ਵੈਕਟਰ ਉਸ ਦਿਸ਼ਾ 'ਚ ਬਣਾ ਦਿੱਤਾ ਗਿਆ ਵਾ, ਮਤਲਬ ਬਣਾਇਆ ਕਿਹੜੀ ਦਿਸ਼ਾ 'ਚ ਮੈਨੂੰ ਨਹੀਂ ਪਤਾ, ਪਰ ਮੈਂ ਮੈਥਮੈਟਿਕਲੀ ਦਿਖਾ ਰਿਹਾ। ਤੇ ਆਹ ਕੀ ਆ ਪੂਰਾ ਵੈਕਟਰ, ਤਾਂ ਵੈਕਟਰ ਨੂੰ ਤੋੜ ਕੇ ਉਹਦਾ ਮੈਗਨੀਟਿਊਡ ਵੱਖਰਾ ਤੇ ਡਾਇਰੈਕਸ਼ਨ ਵੱਖਰੀ ਲਿਖਣਾ ਸਿੱਖ ਲਿਆ ਆਪਾਂ ਹੁਣ ਡਾਇਰੈਕਟਡ ਲਾਈਨ ਸੈਗਮੈਂਟ ਵਿੱਚੋਂ ਹੀ। ਆ ਉਹਦਾ ਮੈਗਨੀਟਿਊਡ ਹੁੰਦਾ ਆ, ਆ ਉਹਦੀ ਡਾਇਰੈਕਸ਼ਨ ਹੁੰਦੀ ਆ,
ਦੋਨਾਂ ਨੂੰ ਆਪਸ ਚ ਗੁਣਾ ਕਰਕੇ ਪੂਰਾ ਵੈਕਟਰ A ਬਣਦਾ ਆ। ਕੈਪ ਆਪਾਂ ਮੋਸਟਲੀ ਯੂਨਿਟ ਵੈਕਟਰ ਲਈ ਰੱਖਦੇ ਆ, ਇਸ ਲਈ ਜਦੋਂ ਆਪਾਂ A ਕ੍ਰਾਸ B ਲਿਖ ਰਹੇ ਸੀ ਤੇ ਆਪਾਂ ਉਹਨੂੰ AB sin ਥੀਟਾ ਲਿਖ ਰਹੇ ਸੀ ਤਾਂ ਨਾਲ ਜਿਹੜਾ n ਕੈਪ ਪਾਉਂਦੇ ਸੀ, ਮਤਲਬ ਇਹਦੇ ਚ ਮੈਗਨੀਟਿਊਡ ਕੋਈ ਨਹੀਂ ਹੈਗਾ, ਇਹ ਚ 1 ਹੀ ਆ ਮੈਗਨੀਟਿਊਡ ਇਹਦਾ, ਮਤਲਬ ਇਨਵਰਡ ਅੰਦਰ ਨੂੰ ਵੈਕਟਰ ਹੋਏਗਾ ਪਰ ਇੱਕ ਲੈਂਥ ਦਾ ਹੋਏਗਾ, ਫਿਰ ਆ ਲੈਂਥ ਗੁਣਾ ਕਰਨੀ ਪੈਣੀ ਆ ਪੂਰੀ ਤਾਂ A ਕ੍ਰਾਸ B ਪੂਰਾ ਮਿਲੇਗਾ। ਠੀਕ ਹੈ ਜੀ ਗੱਲ? ਹਾਂਜੀ ਸਰ। ਹਾਂਜੀ ਇਹਦੇ ਨਾਲ ਇਹਦੇ ਕਈ ਹੋਰ ਜਿਓਮੈਟ੍ਰਿਕ ਮੀਨਿੰਗ ਵੀ ਹੈਗੇ ਨੇ A ਕ੍ਰਾਸ B ਪ੍ਰੋਡਕਟ ਦੇ, ਤੇ ਤੁਹਾਨੂੰ ਮੈਂ ਉਹ ਵੀ ਦੱਸ ਦਿੰਦਾ ਵਾਂ, ਬੜੇ ਜਿਓਮੈਟ੍ਰਿਕ ਮੀਨਿੰਗ ਨੇ ਇਹਦੇ। ट्रिपल प्रोडक्ट का होर ही कमाल की चीज होंगी है। ਤੁਹਾਨੂੰ ट्रिपल प्रोडक्ट करवाया गया वा ਤੁਹਾਡੇ ਹੈਗਾ ਉਹ ਨਹੀਂ ਇਹਦੇ ਚ ਅਗਲੀ ਅਸਾਈਨਮੈਂਟ ਚ ट्रिपल प्रोडक्ट ਕੀਤਾ ਕਿਸੇ ਨੇ? ਸਰ ਸ਼ਾਇਦ ਹੈਗਾ ਆ। ਚਲੋ ट्रिपल प्रोडक्ट ਬਾਰੇ ਆਪਾਂ ਬਾਅਦ ਚ ਹੀ ਗੱਲ ਕਰਾਂਗੇ, ਪਹਿਲਾਂ ਆਪਾਂ ਡਬਲ ਪ੍ਰੋਡਕਟ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਂਗੇ, ਡਾਟ ਨੂੰ, ਕ੍ਰਾਸ ਨੂੰ, ਫਿਰ ਆਪਾਂ ट्रिपल प्रोडक्ट ਤੇ ਵੀ ਗੱਲ ਕਰਾਂਗੇ। ਮੈਂ ਤੁਹਾਨੂੰ ਸਮਝਾਉਂਗਾ ਸਾਰੀ ਗੱਲ, ਬਹੁਤ ਸੌਖੀ ਚੀਜ਼ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਕਰੀਏ, ਮੈਂ ਤੁਹਾਨੂੰ ਆ ਕਰਾਉਣ ਲੱਗਾ ਸੱਚ ਇੱਕ ਨਾ ਚੀਜ਼ ਥੋੜੀ ਜਿਹੀ ਰਹਿ ਗਈ ਪਿੱਛੇ, ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਵਾਂ। ਉਹ ਯੂਨਿਟ ਵੈਕਟਰ ਰਿਪਰੈਜ਼ੈਂਟੇਸ਼ਨ ਦੀ ਨਹੀਂ ਹੈਗੀ, ਇਹ ਤਾਂ ਚਲੋ ਤੁਹਾਡੇ ਨਾਲ ਗੱਲ ਹੋਏਗੀ, ਮੈਂ ਤੁਹਾਨੂੰ ਸਮਝਾ ਦਿੰਦਾ। ਜੇ ਮੰਨ ਲਓ ਕੋਈ ਇੱਕ A ਵੈਕਟਰ ਹੋਵੇ ਇਸ ਤਰ੍ਹਾਂ, ਇਹ A ਕ੍ਰਾਸ B ਦਾ ਇੱਕ ਫਾਇਦਾ ਆਪਾਂ ਨੂੰ, B ਵੈਕਟਰ ਹੋਵੇ ਇਸ ਤਰ੍ਹਾਂ ਤੇ B ਵੈਕਟਰ ਦਾ A ਵੈਕਟਰ ਨਾਲ ਐਂਗਲ ਬਣ ਰਿਹਾ ਹੋਵੇ ਥੀਟਾ, ਤਾਂ ਕਈ ਇਹਦੇ ਜਿਓਮੈਟ੍ਰਿਕ ਇੰਟਰਪ੍ਰੀਟੇਸ਼ਨ ਦੇਖੋ ਕੀ ਨੇ, ਕਿ ਜੇ ਮੈਂ ਇਹਨੂੰ ਬੰਦ ਕਰ ਦਵਾਂ, ਵੈਕਟਰ ਨਾਲ ਨਹੀਂ ਬੰਦ ਕਰ ਰਿਹਾ ਇਹਨੂੰ, ਵੈਕਟਰ ਨਾ ਸਮਝੋ, ਮੈਂ ਜਸਟ ਵੈਸੇ ਇਹਨੂੰ ਬੰਦ ਕਰ ਦਵਾਂ ਤਾਂ ਇਹ ਇੱਕ ਟ੍ਰਾਇੰਗਲ ਬਣ ਜਾਊਗਾ। ਮਤਲਬ ਕਹਿੰਦਾ ਮਤਲਬ ਇਹ ਇੱਕ ਤਰ੍ਹਾਂ ਦੇ ਟ੍ਰਾਇੰਗਲ ਬਣ ਗਈ, ਬਸ ਇਹ ਕੋਈ ਉਹਦੇ ਨਾਲ ਕਨਫਿਊਜ਼ ਨਾ ਕਰਿਓ ਪਿਛਲੇ ਉਹਦੇ ਨਾਲ, ਜਸਟ ਮੈਂ ਇੱਕ ਟ੍ਰਾਇੰਗਲ ਬਣਾਤੀ। ਤੇ ਇਸ ਟ੍ਰਾਇੰਗਲ ਦਾ ਏਰੀਆ ਕੀ ਹੋ ਸਕਦਾ ਹੈ ਤੁਸੀਂ ਦੱਸੋ? ਏਰੀਆ ਆਫ ਦਿਸ ਟ੍ਰਾਇੰਗਲ ਉਹ ਹੁੰਦਾ ਤੁਹਾਨੂੰ ਪਤਾ 1/2 ਗੁਣਾ ਉਹਦੀ ਜਿਹੜਾ ਬੇਸ ਦੀ ਲੰਬਾਈ ਗੁਣਾ ਹਾਈਟ। ਇਸ ਦੀ ਹਾਈਟ ਜੇ ਪਤਾ ਕਰਨੀ ਹੋਵੇ, ਇਹਦੀ ਹਾਈਟ ਬੇਸਿਕਲੀ ਹੋਊਗੀ ਆ ਵਾਲੀ, ਇੱਥੋਂ ਲੈ ਕੇ ਆ ਹਾਈਟ ਹੋਏਗੀ ਇਹਦੀ, ਹਨਾ? ਤੇ ਜੇ ਤੁਹਾਨੂੰ ਹਾਈਟ ਦਾ ਜੇ ਹਾਈਟ ਪਤਾ ਕਰਨੀ ਹੋਵੇ ਸਿਰਫ, ਤਾਂ ਤੁਹਾਨੂੰ ਪਤਾ B ਵੈਕਟਰ ਆ, ਇਹਦੀ ਲੰਬਾਈ ਕਿੰਨੀ ਆ? B ਆ, ਤੇ ਆ ਥੀਟਾ ਆ, ਤਾਂ ਆ ਜਿਹੜੀ ਹਾਈਟ ਹੋਊਗੀ B sin ਥੀਟਾ ਹੋਊਗੀ, ਤਾਂ ਤੁਹਾਨੂੰ ਪਤਾ ਹੀ ਆ, ਹਨਾ? ਤੇ ਜੇ ਤੁਸੀਂ ਇਹਦਾ ਗੁਣਾ ਕਰਨਾ ਹੋਵੇ ਏਰੀਆ ਆਫ ਟ੍ਰਾਇੰਗਲ, ਹਾਫ ਇਨਟੂ ਬੇਸ ਕਿੰਨਾ ਹੁੰਦਾ? A। ਇੱਥੇ ਨਾ ਇਹ ਕ੍ਰਾਸ ਮੈਂ ਪਾਉਣ ਤੋਂ ਬਚਦਾ ਵਾਂ, ਪਤਾ ਕਿਉਂ ਬਚਦਾ? ਕਿਉਂਕਿ ਬੱਚਿਆਂ ਨੂੰ ਕਨਫਿਊਜ਼ਨ ਹੋ ਜਾਂਦੀ, ਬੱਚੇ ਕਹਿੰਦੇ ਆਹ ਵਾਲਾ ਕ੍ਰਾਸ ਪ੍ਰੋਡਕਟ ਆ ਗਿਆ, ਨਹੀਂ, ਇਹ ਸਿਰਫ ਮੈਂ ਪ੍ਰੋਡਕਟ ਕਰ ਰਿਹਾ, ਸੋ ਮੈਂ ਨਹੀਂ ਲਿਖਦਾ, ਹਾਫ ਇਨਟੂ A ਬਸ, ਠੀਕ ਹੈ? ਆ ਇਹਦੀ ਬੇਸ ਦੀ ਲੰਬਾਈ ਆ ਗਈ, ਤੇ ਹਾਈਟ ਕਿੰਨੀ ਆ ਗਈ? B sin theta। B sin ਥੀਟਾ, ਤਾਂ ਇਹਦੇ ਨਾਲ ਆ 1/2 ਗੁਣਾ AB sin ਥੀਟਾ ਆ ਗਿਆ, ਆ ਗਿਆ 1/2 ਗੁਣਾ A ਵੈਕਟਰ ਕ੍ਰਾਸ B ਵੈਕਟਰ ਦਾ ਮੈਗਨੀਟਿਊਡ, ਤਾਂ ਆ ਗਿਆ ਏਰੀਆ ਆਫ ਟ੍ਰਾਇੰਗਲ। ਇਹਦਾ ਮਤਲਬ ਜੇ ਕੋਈ ਦੋ ਵੈਕਟਰ ਕਿਸੇ ਟ੍ਰਾਇੰਗਲ ਦੀ ਕੋਈ ਵੀ ਦੋ ਸਾਈਡ ਬਣ ਰਹੇ ਹੋਣ, ਤਾਂ ਉਸ ਟ੍ਰਾਇੰਗਲ ਦਾ ਜਿਹੜਾ ਏਰੀਆ ਹੁੰਦਾ ਆ, ਉਹ ਏਰੀਆ ਜੇ ਉਹ ਇਹ ਇਸ ਤਰ੍ਹਾਂ ਹੋਣ, ਇੱਕ ਪੁਆਇੰਟ ਤੋਂ ਨਿਕਲ ਰਿਹਾ ਹੋਣ, ਪਰ ਇਹ ਬੜੀ ਖਾਸ ਗੱਲ ਆ, ਤਾਂ ਉਹ ਹਾਫ ਇਨਟੂ A ਕ੍ਰਾਸ B ਦਾ ਮੈਗਨੀਟਿਊਡ ਹੁੰਦਾ ਹੈ। ਇਹ ਬਹੁਤ ਸੌਖੀ ਗੱਲ ਆ, ਇਹ ਯਾਦ ਰਹੂਗੀ ਤੁਹਾਨੂੰ ਸਾਰਿਆਂ ਨੂੰ? Yes sir। ਤੇ ਜੇ ਇਸੇ ਤਰ੍ਹਾਂ ਜੇ ਇਹੀ ਦੋ ਵੈਕਟਰ ਬਣਾ ਰਹੇ ਹੁਣ ਪੈਰਲਲੋਗ੍ਰਾਮ, ਤੇ ਪੈਰਲਲੋਗ੍ਰਾਮ ਲਈ ਕੀ ਹੋਊਗਾ ਫਿਰ? ਇਹ ਇਸ ਤਰ੍ਹਾਂ ਹੋਊਗਾ ਤੇ ਇਸ ਤਰ੍ਹਾਂ ਹੋਊਗਾ। ਹੁਣ ਤੁਸੀਂ ਮੈਨੂੰ ਦੱਸੋ ਕਿ ਆਹ ਵਾਲੀ ਟ੍ਰਾਇੰਗਲ ਜਿਹੜੀ ਨੀਚੇ ਬਣ ਰਹੀ ਤੇ ਉੱਪਰ ਬਣ ਰਹੀ ਤਾਂ ਸੇਮ ਹੀ ਬਣੇਗੀ ਨਹੀਂ? Yes sir। ਹਾਂਜੀ ਸਰ। ਤੇ ਇਹਦਾ ਆਇਆ ਵਾ ਜਿੰਨਾ ਏਰੀਆ ਉਨਾ ਹੀ ਇਹਦਾ ਹੋਊਗਾ। ਹਾਂਜੀ। ਜਿਹੜਾ ਏਰੀਆ ਆਫ ਪੈਰਲਲੋਗ੍ਰਾਮ ਆਊਗਾ ਇੱਥੇ, ਏਰੀਆ ਆਫ ਪੈਰਲਲੋਗ੍ਰਾਮ ਜਿਹਦੇ A ਤੇ B ਦੋਨੋਂ ਬਣੇ ਨੇ, ਉਹ ਦੁੱਗਣਾ ਹੋਊਗਾ ਉਹਦਾ ਫਿਰ ਪਹਿਲਾਂ ਵਾਲੇ ਦਾ, ਹਾਂਜੀ ਹਨਾ? ਦੁੱਗਣੇ ਨਾ ਹੀ ਪਾਵਾਂ ਤਾਂ ਚੰਗਾ, ਪਾ ਸਕਦੇ ਆ, ਕੋਈ ਗੱਲ ਨਹੀਂ ਹੈ, ਗੱਲ ਸਮਝ ਆਉਣ ਲੱਗ ਜੂ ਨਾ ਫਿਰ ਪਾਉਣ ਲੱਗ ਜਾਓਗੇ ਆਪਾਂ, ਕੋਈ ਗੱਲ ਨਹੀਂ। ਤੇ ਇਹ ਕਿੰਨਾ ਆਊਗਾ? A ਵੈਕਟਰ ਕ੍ਰਾਸ B ਵੈਕਟਰ ਦਾ ਮੈਗਨੀਟਿਊਡ। ਦੇਖੋ ਮੈਗਨੀਟਿਊਡ ਤਾਂ ਸਾਨੂੰ ਜਿਓਮੈਟ੍ਰਿਕ ਜਾਣਕਾਰੀ ਵੀ ਮਿਲ ਜਾਂਦੀ ਆ ਕਿਸੇ ਵੈਕਟਰ ਦੀ, ਕਿ ਜਿਓਮੈਟ੍ਰਿਕਲੀ ਉਹ ਜਦੋਂ ਪੈਰਲਲੋਗ੍ਰਾਮ ਨੂੰ ਰੈਪਰੈਜ਼ੈਂਟ ਕਰ ਰਿਹਾ ਤਾਂ ਉਹ ਪੂਰੇ ਪੈਰਲਲੋਗ੍ਰਾਮ ਦਾ ਏਰੀਆ ਦੱਸ ਰਿਹਾ। ਜੇ ਕੱਲਾ ਅੱਧਾ ਲਓਗੇ ਉਹਦਾ
ਤਾਂ ਉਹ ਇਕੱਲੇ ਉਸ ਟ੍ਰਾਇੰਗਲ ਦਾ ਦੱਸ ਰਿਹਾ। ਦੱਸੋ ਇਹ ਗੱਲ ਸਾਰਿਆਂ ਨੂੰ ਸਮਝ ਲੱਗ ਗਈ? ਹਾਂਜੀ ਸਰ। हाँ जी सर। ਸੋ ਦੇਖੋ ਤੁਸੀਂ ਵੈਕਟਰ ਦਾ ਪਤਾ ਕਿੰਨਾ ਫਾਇਦਾ, ਜਦੋਂ ਤੁਸੀਂ +2 ਚ ਜਾਓਗੇ ਮੈਂ ਇਲੈਕਟ੍ਰੋਸਟੈਟਿਕਸ ਦੇ ਕੁਝ ਡੈਰੀਵੇਸ਼ਨਸ ਕਰਵਾਉਂਗਾ ਤੁਹਾਨੂੰ ਮੈਂ ਉਹ ਪਤਾ 4 ਤਰੀਕਿਆਂ ਨਾਲ ਕਰਾਉਂਗਾ। ਪਹਿਲਾ ਤਾਂ ਕਿਤਾਬ 'ਚ ਹੋਊਗਾ ਜਿਹੜੀ ਤੁਹਾਡੀ ਉਹੀ ਹੋਊਗਾ, ਦੂਜਾ ਫਿਰ ਹੋਊਗਾ ਆਪਣਾ ਦੇਸੀ ਵਾਲਾ ਤਰੀਕਾ, ਤੀਜਾ ਹੋਊਗਾ ਆ ਇਸ ਤਰ੍ਹਾਂ ਦਾ ਵੈਕਟਰ ਰੈਪਰੈਜ਼ੈਂਟੇਸ਼ਨ ਵਾਲਾ, ਚੌਥਾ ਹੋਊਗਾ ਆਈ ਕੈਪ ਜੇ ਕੈਪ ਵਾਲਾ। ਮਤਲਬ ਤੁਸੀਂ ਕਹੋਗੇ ਵੀ ਵੈਕਟਰ ਨਾਲ ਕੰਮ ਕਰੋ ਤਾਂ ਜੋ ਮਰਜ਼ੀ ਕੰਮ ਕਰੋ। ਜਿਓਮੈਟਰੀ 'ਚ ਬੜਾ ਫਾਇਦਾ ਤੁਹਾਨੂੰ ਵੈਕਟਰ ਦਾ ਤੁਹਾਨੂੰ ਫਿਜ਼ਿਕਸ ਵਿੱਚ ਜਗ੍ਹਾ ਜਗ੍ਹਾ ਤੇ ਬੜਾ ਯੂਜ਼ ਹੁੰਦਾ ਹੈ। ਨਵੀਂ ਕੁਆਂਟੀਟੀਜ਼ ਡਿਸਾਈਡ ਕਰਨਾ, ਵਰਕ, ਟਾਰਕ, ਤੇ ਇਸੇ ਲਈ ਤੁਹਾਨੂੰ ਵੈਕਟਰ ਚੰਗੀ ਤਰ੍ਹਾਂ ਸਿੱਖਣਾ ਚਾਹੀਦਾ ਹੈ। ਇੱਥੇ ਤੱਕ ਸਾਰਿਆਂ ਨੂੰ ਸਾਰੀ ਗੱਲ ਸਮਝ ਲੱਗ ਗਈ ਹੈ ਮੈਂ ਸੋਚਦਾ ਹੁਣ, ਹਨਾ? ਤੇ हाँ जी ਇਹਨੂੰ ਸਾਰਿਆਂ ਨੂੰ ਇਹਦਾ ਸਕਰੀਨਸ਼ਾਟ ਲੈ ਲਓ, ਇਹ ਬੜੀ ਜ਼ਰੂਰੀ ਗੱਲ ਸੀ ਕਿਉਂਕਿ ਯਾਦ ਰਹੂਗਾ ਤੁਹਾਨੂੰ। ਪਹਿਲਾਂ ਤਾਂ ਮੈਂ ਤੁਹਾਨੂੰ ਹੁਣ ਉਹਦੇ ਲੈ ਜਾਵਾਂ, ਹੁਣ ਆਪਾਂ ਫੋਟੋਆਂ ਦੇਖਦੇ ਹਾਂ, ਉਹਦੇ ਤੇ ਸਾਰੀ ਗੱਲ ਤੇਜ਼ ਕਰਾਂਗੇ ਥੋੜੀ ਜਿਹੀ। ਇੱਥੇ ਕਿਤੇ ਸੀਗੇ ਆਪਾਂ, ਲਓ ਜੀ। ਸਭ ਤੋਂ ਪਹਿਲੀ ਗੱਲ ਸਿੱਖਣੀ ਆਪਾਂ ਯੂਨਿਟ ਵੈਕਟਰ ਕੀ ਹੁੰਦਾ ਹੈ। ਯੂਨਿਟ ਵੈਕਟਰ ਰੈਪਰੈਜ਼ੈਂਟੇਸ਼ਨ, ਦੇਖੋ ਉੱਪਰ ਮੈਂ ਲਿਖਿਆ ਹੈ ਰੈਪਰੈਜ਼ੈਂਟੇਸ਼ਨ ਆਫ ਅ ਵੈਕਟਰ, ਨਾਲ 2 ਪਾਇਆ, ਮਤਲਬ ਕਿ ਦੂਜੀ ਨਵੀਂ ਰਿਪਰੈਜ਼ੈਂਟੇਸ਼ਨ ਸ਼ੁਰੂ ਹੋ ਗਈ ਇੱਥੋਂ। ਪਹਿਲੀਆਂ 2 ਤੁਹਾਨੂੰ ਪਹਿਲੀ ਰੈਪਰੈਜ਼ੈਂਟੇਸ਼ਨ 'ਚ ਤੁਹਾਨੂੰ ਮੈਂ ਸਾਰੀ ਗੱਲ ਕਰਾਤੀ, ਤੁਹਾਨੂੰ ਮੈਂ a + b ਵੀ ਕਰਾਤਾ, a - b ਵੀ ਕਰਾਤਾ, a.b ਵੀ ਕਰਾਤਾ, a × b ਵੀ ਕਰਾਤਾ, ਡਿਵਾਈਡ ਹੁੰਦਾ ਨਹੀਂ, ਠੀਕ ਹੈ। यूनिट वेक्टर किया अ वेक्टर इन एनी डायरेक्शन बट विद मैग्नीट्यूड 1 इज कॉल्ड यूनिट वेक्टर। दीज आर यूनिट वेक्टर। देखो मैं लिखे ने इत्थे बनाए ने, आ देखो आ हो गया, एदा यूनिट इन्ना के बड़ा हुंदा ना, देखो इन्ना के बड़ा हुंदा, तो आ भी यूनिट वेक्टर आ भी यूनिट वेक्टर आ देखो सारे मैं इधर उधर सारी दिशावां च बना के दिखाए ने तुहानू, सारे यूनिट वेक्टर जिधर मर्जी इधर बना लो, भावें इधर बना लो, यूनिट लेंथ दा होण बस। आइडिया बिहाइंड दिस रिप्रेजेंटेशन की है वो आया, जिवें आई नू मैं लिख सकदा इस तरह ते आ गल भी मैं थोड़े नाल करी चुका। सो इस तरह जिवें आपां लिखदे इन जनरल नोटेशन आपां वेक्टर नू लिखदे आ इस तरह, ओदे मैग्नीट्यूड नू लिखदे आ ओदे सिंबल नाल रिप्रेजेंट करदे आ बिना एरो दे उपर, ते यूनिट वेक्टर नू आपां कैप पा दने आ नू ए कैप। ये गल भी तुहाडे नाल मैं कर चुका। आ हुंदा है वेक्टर, ए हुंदा मैग्नीट्यूड, ए हुंदा ओदी डायरेक्शन। So let us make this representation more useful so that analytic treatment becomes more practical। कि ਇਹਦਾ ਜਿਹੜਾ analytic treatment ਆ ਇਹਦਾ ਹਿਸਾਬ ਕਿਤਾਬ ਜਿਹਾ ਥੋੜਾ ਸੌਖਾ ਕਰਦੀ ਆਪਾਂ। ਸੌਖਾ ਦੇਖੋ ਕਿਵੇਂ ਹੁੰਦਾ ਫਿਰ। ਉਹ ਕਹਿ ਰਹੇ ਨੇ ਸਭ ਤੋਂ ਪਹਿਲਾਂ ਤਾਂ ਆ ਜਿਹੜਾ ਪਲੇਨ ਲਓ ਤੁਸੀਂ, ਆ x ਐਕਸਿਸ ਆ, ਇਹ y ਐਕਸਿਸ ਆ, ਕਿਉਂਕਿ ਹੁਣ ਤੁਸੀਂ ਕੰਮ ਜਿਹੜਾ ਕਰਨਾ ਆ ਉਹ ਕਿਸੇ ਪਲੇਨ 'ਚ ਹੀ ਕਰਨਾ ਹੈ, xy ਪਲੇਨ 'ਚ। ਤਾਂ ਉਹ ਕਹਿੰਦੇ ਜਿਹੜਾ ਤਾਂ x ਐਕਸਿਸ ਵਾਲੇ ਪਾਸੇ ਨੂੰ ਯੂਨਿਟ ਵੈਕਟਰ ਹੋਊਗਾ ਆ ਵਾਲਾ ਇੰਨਾ ਇੱਕ ਯੂਨਿਟ, ਉਹਦਾ ਨਾਮ ਕੀ ਰੱਖਤਾ ਆਪਾਂ? आई कैप। ਇਹਦਾ ਨਾਮ ਰੱਖਤਾ ਆਪਾਂ आई कैप। ਤੇ ਤੁਹਾਨੂੰ ਪਤਾ आई कैप ਇੱਧਰ ਵੀ ਹੋ ਸਕਦਾ, ਦੇਖੋ ਆ ਬੜਾ ਵਧੀਆ ਸਮਝਾਇਆ ਮੈਂ ਤੇ ਤਾਂ ਹੀ ਆ ਵੀ आई कैप ਆ, ਆ ਵੀ आई कैप ਆ, ਆ ਵੀ आई कैप। ਦੇਖੋ ਜਿਵੇਂ ਅੱਧਾ ਇੱਧਰ ਅੱਧਾ ਇੱਧਰ ਵੀ ਹੋ ਸਕਦਾ, ਆ ਵੀ आई कैप। मतलब कि आई कैप ਨੂੰ ਜਿੱਥੇ ਮਰਜ਼ੀ ਬਣਾ ਲਓ, ਆ ਸਾਰੇ ਆ ਨਹੀਂ ਆਣੀ, ਆ आई कैप ਆ। ਇਹ ਸਾਰਿਆਂ 'ਚ ਇੱਕ ਕਾਮਨ ਗੱਲ ਆ, ਪਤਾ ਕੀ ਕਾਮਨ ਗੱਲ ਆ? ਕਿ ਸਾਰੇ ਦੇ ਸਾਰੇ ਇਹ पॉजिटिव एक्स एक्सिस वाले पासे ਨੂੰ अपॉइंट कर रहे हैं। सो ਜਿਹੜੇ ਵੈਕਟਰਸ पॉजिटिव एक्स एक्सिस वाले ਪਾਸੇ ਨੂੰ अपॉइंट ਕਰਨਗੇ ਇਧਰ ਨੂੰ, ਉਹ ਚਾਹੇ ਜਿੱਥੇ ਮਰਜ਼ੀ ਬਣਾ ਲਓ, ਉਹ आई कैप ਕਹੇ ਜਾਣਗੇ। ਉਹਨਾਂ ਦਾ ਨਾਮ ਰੱਖਤਾ ਆਪਾਂ, ਜਿਵੇਂ A कैप ਹੁੰਦਾ ਤਾਂ ਆਪਾਂ आई कैप ਨਾ ਰੱਖਤਾ। ਇਹ ਤਾਂ ਪੱਕਾ ਹੀ ਹੈ ਕਿਉਂਕਿ पॉजिटिव एक्स एक्सिस वाली डायरेक्शन ਆਪਣੀ ਜਿਵੇਂ ਨਾਰਥ ਈਸਟ ਵੈਸਟ ਸਾਊਥ ਸੀਗਾ, ਉਸੇ ਤਰ੍ਹਾਂ ਸਮਝ ਲਓ ਵੀ ਆ आई कैप। ਤੇ आई कैप ਦੇ ਬਿਲਕੁਲ ਉਲਟਾ ਡਾਇਰੈਕਸ਼ਨ 'ਚ ਪੁੱਠਾ ਇਧਰ ਨੂੰ ਨੈਗੇਟਿਵ ਐਕਸਿਸ ਵਾਲੇ ਪਾਸੇ ਨੂੰ ਜਿਹੜਾ ਪੁਆਇੰਟ ਕਰੋ, ਉਹ -आई कैप। ਕਿਉਂਕਿ ਤੁਹਾਨੂੰ ਪਤਾ ਹੀ ਹੈ किसी वैक्टर ਨੂੰ ਆਪਾਂ ਨੈਗੇਟਿਵ ਆਫ ਵੈਕਟਰ ਆਈ ਕਹਿੰਦੇ ਆ, ਆਪੋਜ਼ਿਟ ਡਾਇਰੈਕਸ਼ਨ ਵਿੱਚ ਆ -आई कैप हो गया। ਇਸੇ ਤਰ੍ਹਾਂ ਆ -आई कैप ਇੱਥੇ ਬਣਾਤਾ ਮੈਂ ਇੱਕ ਤਾਂ, ਬਸ ਹੋਰ ਨਹੀਂ ਬਣਾਇਆ। ਤੇ j कैप ਕਿੱਧਰ ਨੂੰ ਆ? ਉੱਪਰ ਨੂੰ, ਤੇ -j कैप ਨੀਚੇ ਨੂੰ। ਤਾਂ 4 ਵੈਕਟਰ ਬਣਾਏ ਆ, ਮੈਂ ਸਿਰਫ 4 ਵੈਕਟਰਾਂ ਤੇ ਗੱਲ ਕਰਨ ਜਾ ਰਿਹਾ। ਸੋ ਦੇਖੋ ਜਿਹੜਾ ਆ ਕੀ ਆ 2i कैप ਆ, ਇਹ ਸਮਝ ਲੱਗ ਗਿਆ 2i कैप ਕਿਵੇਂ ਆਇਆ? ਕਿਉਂਕਿ 2 ਲੈਂਥ ਆ। ਆ ਕੀ ਆ? ਇਹ -2j कैप ਆ, ਕਿਉਂਕਿ 1 2 ਇਹਦੀ ਲੈਂਥ ਆ ਤੇ ਇਹਨੂੰ ਬੇਸਿਕਲੀ ਲਿਖ ਰਹੇ ਆ 2 ਟਾਈਮਸ -j कैप ਹੈ। ਤਾਂ ਉਹ ਬੇਸਿਕਲੀ ਉਹ -j कैप ਦਾ -2j कैप कहता। ਇਸ ਤਰ੍ਹਾਂ ਆ 2j कैप ਆ ਕਿਉਂਕਿ ਉੱਪਰ ਨੂੰ ਆ। ਤੇ ਦੱਸੋ ਆ ਗੱਲ ਸਾਰਿਆਂ ਨੂੰ ਸਮਝ ਲੱਗ ਗਈ? ਇਹ 'ਚ ਕੋਈ ਪ੍ਰੋਬਲਮ ਆ ਪਹਿਲਾਂ ਪੁੱਛ ਲਓ।
मतलब कि 4 वैक्टर मैं निशानदेही करती है भी आ 4 वैक्टर ने। अच्छा जे 3D च काम करना, 3D च अलोंग z एक्सिस की होगा k कैप ते वो माइनस k कैप, ये कहना पावे थे z एक्सिस किधर ਨੂੰ ਆਊਗੀ ਇੱਥੋਂ ਬਾਹਰ ਨੂੰ ਆਊਗੀ। ਤਾਂ ਜਿੰਨੇ ਵੀ ਵੈਕਟਰ ਇੱਥੋਂ ਪੇਜ ਤੋਂ ਸਕਰੀਨ ਤੋਂ ਬਾਹਰ ਨੂੰ ਆ ਰਹੇ ਨੇ ਸਮਝ ਲਓ ਉਹ k कैप ने, ਸਕਰੀਨ ਦੇ ਅੰਦਰ ਨੂੰ ਉਹ ਮਾਈਨਸ k कैप ਨੇ। ਇਹ ਗੱਲ ਸਮਝ ਲੱਗੀ ਸਾਰਿਆਂ ਨੂੰ? ਹਾਂਜੀ ਤੇ ਆਪਾਂ ਇਹਨਾਂ ਦੀ ਗੱਲ ਕਰਾਂਗੇ ਆਪਾਂ, ਕਿਉਂਕਿ 2 ਡਾਇਮੈਂਸ਼ਨਲ ਜਿਓਮੈਟਰੀ ਮੈਂ ਸਿਰਫ ਪਲੇਨ ਤੇ ਸ਼ੋ ਕਰ ਸਕਦਾ, ਤਾਂ 2 ਡਾਇਮੈਂਸ਼ਨਲ ਜਿਓਮੈਟਰੀ ਚ ਤਾਂ ਮੈਂ ਇਹੀ ਚਾਰਾਂ ਦੀ ਗੱਲ ਕਰਾਂਗਾ ਕੱਲਿਆਂ। ਇਹਨਾਂ ਚਾਰਾਂ ਨਾਲ ਸਾਰੀ ਗੱਲ ਸਮਝਾ ਦੂੰਗਾ, ਫਿਰ ਇਹਨਾਂ ਨੂੰ ਵਿੱਚ ਆਪਾਂ ਇੰਟਰੋਡਿਊਸ ਕਰ ਦਾਂਗੇ ਸਿਮਿਲਰਲੀ। ਕੋਈ ਕੁਝ ਪੁੱਛ ਰਿਹਾ ਸੀ ਬੱਚਾ? ਮੈਨੂੰ ਆਵਾਜ਼ ਲੱਗੀ। ਕੁਝ ਪੁੱਛ ਰਿਹਾ ਕੋਈ? ਪੁੱਛ ਲਓ। ਚਲੋ ਫਿਰ ਕੀ ਕਰੀਏ। ਸੋ ਹੁਣ ਦੇਖੋ, ਹੁਣ ਉਹ ਕਹਿੰਦੇ ਕਿ ਚਲੋ i कैप j कैप ਦਾ ਠੀਕ ਆ, ਪਰ ਜੇ ਕੋਈ ਵੈਕਟਰ ਇਸ ਤਰ੍ਹਾਂ ਹੋਵੇ ਰੈਂਡਮ ਦੀ ਡਾਇਰੈਕਸ਼ਨ ਚ ਹੋਵੇ, ਜਿਵੇਂ ਇੱਧਰ ਨੂੰ ਡਰਾ ਹੋ ਗਿਆ, ਜਿਵੇਂ ਇੱਧਰ ਤਾਂ ਚਲੋ ਤੁਸੀਂ ਨੂੰ ਪਤਾ ਲੱਗ ਗਿਆ ਤੁਹਾਨੂੰ ਕਿ i कैप j कैप, ਮੰਨ ਲਓ ਜੇ ਵੈਕਟਰ ਇੱਧਰ ਨੂੰ ਹੋ ਗਿਆ ਤਾਂ ਕੀ ਕਰੋਗੇ, ਜਾਂ ਜੇ ਇੱਧਰ ਨੂੰ ਹੋ ਗਿਆ ਤਾਂ ਕੀ ਕਰੋਗੇ, ਇੱਧਰ ਨੂੰ ਹੋ ਗਿਆ ਤਾਂ ਕੀ ਕਰੋਗੇ, ਜਾਂ ਇੱਧਰ ਨੂੰ ਹੋ ਗਿਆ, ਕਿਉਂਕਿ ਤੁਹਾਨੂੰ ਤਾਂ ਸਾਰੇ ਦੱਸਣੇ ਪੈਣੇ ਆ ਤੇ ਤੁਸੀਂ ਸਿਰਫ ਆਹੀ ਦੱਸੇ ਨੇ, ਜਾਂ ਹੌਰੀਜ਼ੌਂਟਲ ਵੈਕਟਰ ਦੱਸਿਆ i कैप, ਇੱਧਰਲਾ ਮਾਈਨਸ i कैप, ਉੱਪਰਲਾ j कैप, ਨੀਚੇ ਦਾ ਮਾਈਨਸ j कैप, ਲੈਂਥ ਦੇ ਹਿਸਾਬ ਨਾਲ ਇਹਨੂੰ ਐਡਜਸਟ ਕਰ ਲੈਣੇ ਤੁਸੀਂ। पर जे इधर ਨੂੰ ਹੋ ਗਿਆ, 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 ਤਾਂ ਕਿਵੇਂ ਕਰਾਂਗੇ? ਤਾਂ ਉਹਦੇ ਲਈ ਆਪਾਂ ਫਿਰ ਕੰਮ ਕਰਦੇ ਹਾਂ। ਚਲੋ ਫਿਰ ਆਪਾਂ ਕੀ ਕਰਦੇ ਹਾਂ, ਜਿਵੇਂ ਮੰਨ ਲਓ ਆ a ਵੈਕਟਰ, ਆਪਾਂ ਇਸ a ਵੈਕਟਰ ਨੂੰ ਲਿਖਣਾ ਹੁਣ, ਤਾਂ ਉਹ ਕਹਿੰਦੇ a ਵੈਕਟਰ ਨੂੰ ਵੱਖਰਾ ਕੁਝ ਕਰਨ ਦੀ ਲੋੜ ਨਹੀਂ ਹੈ। ਤੁਸੀਂ a ਵੈਕਟਰ ਨੂੰ ਦੇਖੋ ਕਿ a ਵੈਕਟਰ ਦੇ ਰੈਕਟੈਂਗੂਲਰ ਕੰਪੋਨੈਂਟ ਕਿਹੜੇ ਬਣਨਗੇ। ਦੇਖੋ, क्योंकि रेक्टेंगुलर कंपोनेंट या तो एक्स एक्सिस वाले पासे बनणगे, वाई एक्सिस वाले पासे। तो देखो इथों 1 2 3 आ रेक्टेंगुलर कंपोनेंट बनूगा एक ट्रायंगल के हिसाब नाल, ते इथों 1 2 3 4 आ बनूगा एक। तो आ वाला जिहड़ा वैक्टर बनया नीचे वाला, इनू 3 टाइम्स i कैप कह सकता मैं हुण तक जिहड़ी गलबात सीखी है, ते इनू 4 टाइम्स j कैप कह सकता। ਤਾਂ ਆ ਜਿਹੜਾ a ਵੈਕਟਰ ਆ, ਇਹ ਵੈਕਟਰ ਇਹਨਾਂ ਦੋਨਾਂ ਦਾ ਜੋੜ ਹੈ ਕਿ ਨਹੀਂ ਦੱਸੋ? ਐਡੀਸ਼ਨ ਆਫ 2 ਵੈਕਟਰਸ ਸਿੰਪਲੀ ਟ੍ਰਾਇੰਗਲ ਲਾਅ ਦੇ ਹਿਸਾਬ ਨਾਲ है सर। ਤਾਂ ਤੁਸੀਂ ਇਹਨੂੰ ਲਿਖ ਸਕਦੇ ਹੋ ਨਾ 3i कैप + 4j कैप। ਤਾਂ ਇਹ ਵੈਕਟਰ ਦੀ ਰਿਪਰੈਜ਼ੈਂਟੇਸ਼ਨ ਹੋਗੀ। ਮਤਲਬ ਇਸ ਵੈਕਟਰ ਨੂੰ ਲਿਖਣ ਦੇ ਲਈ ਮੈਨੂੰ ਕੁਝ ਕਰਨਾ ਹੀ ਨਹੀਂ ਪਿਆ, ਨਵਾਂ ਵੈਕਟਰ ਨਹੀਂ ਡਿਫਾਈਨ ਕਰਨਾ ਪਿਆ। ਮੈਂ a ਵੈਕਟਰ ਨੂੰ ਲਿਖਤਾ 3 टाइम्स i कैप + 4 टाइम्स j कैप, ਗੱਲ ਖਤਮ। ਤੇ ਜੇ ਕੋਈ ਮੈਨੂੰ ਕਹੇ ਕਿ ਮੈਨੂੰ ਅੱਛਾ ਦੱਸੋ ਫਿਰ ਮੈਗਨੀਟਿਊਡ ਕਿੰਨਾ ਹੈ a ਵੈਕਟਰ ਦਾ, ਤਾਂ ਬੱਚੇ ਕਹਿੰਦੇ ਕਈ ਵਾਰ 7 4 ਤੇ 3 7। नो, इस तरह नहीं करना। ऐड कर रहे हो वैक्टर्स ਨੂੰ ऐड कर रहे हो, वैक्टर ਨੂੰ ऐड करना सिखाया ਤਾਂ ਹੈ ਤੁਹਾਨੂੰ ਮੈਂ, ਤੇ ਤੁਸੀਂ ਵੈਸੇ ਹੀ ਜਾਣਦੇ ਹੋ ਕਿ ਇਹਦੇ ਰੈਕਟੈਂਗੂਲਰ ਕੰਪੋਨੈਂਟ ਰੈਕਟੈਂਗੂਲਰ ਤਾਂ ਹੋਣਗੇ, ਤਾਂ ਇਹ 3 ਲੈਂਥ ਹੋਊਗੀ ਤੇ ਇਹਦੀ 4 ਹੋਊਗੀ, ਤੇ ਤੁਹਾਨੂੰ ਲੰਬਾਈ ਹੀ ਪਤਾ ਕਰਨੀ ਨਾ। ਮੈਗਨੀਟਿਊਡ ਮਤਲਬ ਇਹਦੀ ਲੰਬਾਈ, ਇਹਦੀ ਲੰਬਾਈ ਕਿੰਨੀ ਹੋਊਗੀ? ਇਹ ਪਾਈਥਾਗੋਰਸ ਥਿਊਰਮ ਲਾ ਦਿਓ, 3 ਸਕੁਅਰ 4 ਸਕੁਅਰ ਲਓ 25 ਆ ਗਿਆ, 5 ਆ ਗਿਆ, ਤੇ ਇਹਦੀ ਲੰਬਾਈ 5 ਹੋਊਗੀ, ਇਹਦਾ ਮੈਗਨੀਟਿਊਡ 5 ਹੋਊਗਾ। योगेश हाँ जी सर, पता लग गया रेक्टेंगुलर कंपोनेंट क्यों कीते सी? यस सर। रेक्टेंगुलर ना करदा ਤਾਂ ਆਪਾਂ ਤਾਂ ਪਤਾ ਨਹੀਂ ਕੀ ਕਰਦੇ ਇਸ a ਦਾ। ਹੁਣ ਦੇਖ ਲਾ ਆਪਾਂ ਰੈਕਟੈਂਗੂਲਰ ਕੰਪੋਨੈਂਟ ਡਿਵਾਈਡ ਕੀਤਾ ਤੇ ਉਹਨੂੰ ਹੀ ਲਿਖਤਾ, ਰੈਕਟੈਂਗਲ ਵਾਲੇ ਪਾਸੇ ਨੂੰ ਡਿਫਾਈਨ ਕਰਤੇ i कैप j कैप, ਉਹਦੇ ਨਾਲ ਹੀ ਸਾਰੇ ਵੈਕਟਰ ਲਿਖੀ ਜਾਵਾਂਗੇ। ਹੁਣ ਇਹਦਾ ਮੈਗਨੀਟਿਊਡ ਆ ਗਿਆ a ਵੈਕਟਰ ਦਾ। ਅੱਛਾ ਇਹਦੇ ਫਿਰ ਯੂਨਿਟ ਵੈਕਟਰ ਕਿਵੇਂ ਆਊਗਾ? ਜਿਵੇਂ ਦੇਖੋ ਜੇ a ਵੈਕਟਰ ਨੂੰ ਤੁਸੀਂ ਲਿਖ ਸਕਦੇ ਹੋ a * a कैप, ਤਾਂ ਯੂਨਿਟ ਵੈਕਟਰ ਕੀ ਹੁੰਦਾ? ਆਹੀ ਹੁੰਦਾ ਨਾ। ਤਾਂ a कैप ਕੀ ਹੋਊਗਾ ਤੁਹਾਡਾ? a ਵੈਕਟਰ ਨਾਲ ਬਟਾ ਡਿਵਾਈਡ ਕਰ ਦੋ ਉਹਦੀ ਲੈਂਥ, a ਨੂੰ ਨੀਚੇ ਡਿਵਾਈਡ ਕਰ ਦੋ ਨਾ ਇਹਦੇ, ਤਾਂ a ਵੈਕਟਰ ਤੁਹਾਨੂੰ ਪਤਾ ਆ ਰਹੀ 3i कैप + 4j कैप ਬਟਾ ਉਹਦੀ ਲੈਂਥ ਕਿੰਨੀ ਆ? 5 ਆਈ ਹੈ ਉੱਪਰ ਦੇਖੋ, ਤਾਂ ਆ ਕਿੰਨਾ ਆਊਗਾ? 0.6 i कैप। 5 ਨੂੰ ਡਿਵਾਈਡ ਕਰ ਦੋ 3/5 4/5, i कैप 0.8 j कैप। ਹੁਣ ਜੇ ਤੁਸੀਂ ਇਹਨੂੰ ਕਰਕੇ ਦੇਖੋ ਇਸ ਤਰ੍ਹਾਂ 0.6 i कैप ਇੱਥੇ ਕਰਕੇ ਦੇਖੋ ਨਾ, 0.6 i कैप ਕਿਵੇਂ ਆਊਗਾ? ਕਿੰਨਾ ਆਊਗਾ? ਆ 1 ਆ ਇੱਥੇ ਤੱਕ ਨਾ, ਦੇਖੋ ਆ ਡਾਟ ਤੱਕ, ਇਹਨਾਂ ਬੜਾ ਮੋਟਾ ਚੱਲਦਾ ਇੱਥੇ। ਚਲੋ ਇੱਥੇ ਪਤਲਾ ਕਰਦੇ ਆ, ਠੀਕ ਆ ਹੋ ਗਿਆ, ਬਣ ਗਿਆ ਵਧੀਆ, ਠੀਕ ਹੈ। ਹੁਣ ਦੇਖੋ ਹੁਣ 0.6 ਇੱਥੇ ਤੱਕ ਤਾਂ ਦੇਖੋ 1 ਬਣ ਜਾਂਦਾ ਨਾ,
0.6 आई कैप इथे 0.5 ਤੋਂ 0.6 ਇੱਥੇ ਤੱਕ ਹੋਊਗਾ ਥੋੜਾ ਲਗਭਗ ਇਹ ਛੋਟਾ ਜਿਹਾ ਵੈਕਟਰ ਦੇਖੋ ਨੀਚੇ ਮੈਂ ਬਣਾ ਰਿਹਾ ਆ ਹੋਊਗਾ 0.6 आई कैप इधर ਨੂੰ ਹਨਾ 0.8 जे कैप ਫਿਰ ਉੱਪਰ ਨੂੰ ਇਹਦੇ ਨਾਲ ਜੋੜਨਾ ਪੈਣਾ ਤਾਂ ਜੋੜ ਦੋ ਟ੍ਰਾਇੰਗਲ ਲਾਉਣਾ ਇੱਥੋਂ 0.8 जे कैप ਕਰੋਗੇ ਤਾਂ ਇੱਥੇ ਇੰਨਾ ਆਏਗਾ 0.8 जे कैप इधर ਨੂੰ ਤੇ ਇਹ ਜਿਹੜੇ ਦੋਨੋਂ ਛੋਟੇ ਜਿਹੇ ਵੈਕਟਰ ਡਰਾ ਕੀਤੇ ਨੇ ਮੈਂ ਇਹਨਾਂ ਦੋਨਾਂ ਨੂੰ ਵੈਕਟਰਸ ਨੂੰ ਬਣਾ ਕੇ ਕੀ ਬਣੇਗਾ ਆ ਵੈਕਟਰ ਬਣੇਗਾ ਕਿ ਨਹੀਂ ਦੇਖੋ ਬਲੂ ਕਲਰ ਦਾ ਇਹਦੇ ਉੱਪਰ ਬਣਾਇਆ ਆ ਦੇਖੋ ਉਹਦੀ ਡਾਇਰੈਕਸ਼ਨ ਚ ਇੱਕ ਯੂਨਿਟੀ ਬਣਿਆ ਕਿ ਨਹੀਂ ਬਣਿਆ ਉਹ बड़ी इंपॉर्टेंट गल कह रहे हैं मैं समझा रहा था मैं विजुअलाइज करा रहा हूं चीज ध्यान ਨਾਲ ਸਮਝੋ ਇਸ ਚੀਜ਼ ਨੂੰ 0.6 आई कैप ਤੇ 0.8 जे कैप ਨੂੰ ਇੱਥੇ ਮੈਂ ਡਰਾ ਕੀਤਾ ਤਾਂ ਆ ਬਲੂ ਵਾਲਾ ਵੈਕਟਰ ਬਣ ਗਿਆ ਉਹ a ਦੀ ਡਾਇਰੈਕਸ਼ਨ ਚ ਹੀ ਬਣਿਆ ਦੇਖੋ ਤੇ a कैप ਬਣਿਆ ਇਹੀ 5 ਟਾਈਮਸ ਆ ਵਾਲਾ ਹੀ a कैप ਇੱਥੇ ਲਿਖਾਂਗੇ ਆਪਾਂ ਤਾਂ ਹੀ ਇਹ ਵੈਕਟਰ ਬਣ ਰਿਹਾ ਦੱਸੋ ਗੱਲ ਸਮਝ ਲੱਗੀ ਸਾਰਿਆਂ ਨੂੰ ਆਪਲੀ हाँ जी सर ठीक है सो बहुत सौखा ये काम हो गया अपना ਇਹਦੇ ਨਾਲ ਇਹਦਾ ਮਤਲਬ ਕੋਈ ਕਿਸੇ ਵੀ ਡਾਇਰੈਕਸ਼ਨ ਚ ਹੋ ਸਕਦਾ ਜਿਵੇਂ ਆ ਦੇਖੋ b ਵੈਕਟਰ ਮੰਨ ਲਓ ਇਹਨੂੰ ਡਰਾ ਕਰਨਾ b ਵੈਕਟਰ ਨੂੰ ਡਰਾ ਕਰਨਾ ਤੁਸੀਂ ਹੁਣ b ਵੈਕਟਰ ਕੀ 3i ਕੈਪ -4j ਕੈਪ ਨੂੰ ਡਰਾ ਕਰਨਾ ਤਾਂ ਉਹ ਬੇਸਿਕਲੀ 3i ਕੈਪ ਤੇ -4j ਕੈਪ ਦਾ ਸਮ ਹੈ ਨਾ ਉਹ ਤਾਂ 3i ਕੈਪ ਇਧਰੋਂ ਡਰਾ ਕਰਨਾ ਸ਼ੁਰੂ ਕਰ ਦੋ ਜਿੱਥੋਂ ਮਰਜ਼ੀ ਸ਼ੁਰੂ ਕਰ ਦੋ 3i ਕੈਪ ਇਧਰ ਨੂੰ ਆ ਗਿਆ 1 2 3 ਤੇ -4j ਕੈਪ ਨੂੰ ਜੋੜ -4j ਕੈਪ ਨੀਚੇ ਨੂੰ ਹੋਊਗਾ -4 1 2 3 4 ਤਾਂ ਆ ਜਿਹੜਾ 3i ਕੈਪ ਇਧਰ ਨੂੰ -4j ਕੈਪ ਇਧਰ ਨੂੰ ਉਹਨਾਂ ਨੂੰ ਜੋੜ ਦੋ आ रहा b वेक्टर इधरों नीचे नु आऊगा सो इस तरह अपना 3i -4j हो गया एदी भी लंबाई 3 है एदी भी 4 है ये भी 5 ही आऊगी लंबाई करके देख लियो एदा यूनिट वेक्टर फिर वही आऊगा 3i -4j बड़ा 5 इसी तरह जी तुहाडे कोल इन जनरल होवे कोई भी वेक्टर देखो किवें लिखना हुण आ बड़ी इंपॉर्टेंट गल है ये गल तुसी नोट्स विच बहुत चंगी तरह लिख लेनी कि जे कोई भी वेक्टर v होवे v फॉर वेक्टर ਤੇ ਜੇ k ਕੈਪ ਵੀ ਨਾਲ ਆ ਗਿਆ ai ਕੈਪ bj ਕੈਪ ck ਕੈਪ ਤਾਂ ਉਹਦਾ ਮੈਗਨੀਟਿਊਡ ਕਿਵੇਂ ਲਿਖਦੇ ਹੋ ਤੁਸੀਂ ਆ a ਦਾ ਸਕੁਅਰ b ਦਾ ਸਕੁਅਰ c ਦਾ ਸਕੁਅਰ ਦਾ ਅੰਡਰ ਦਾ ਰੂਟ ਪਾਇਥਾਗੋਰਸ ਥਿਉਰਮ ਲਾ ਕੇ ਤੇ ਇਹਦਾ v ਕੈਪ ਕਿਵੇਂ ਆਉਂਦਾ ਆ ਉਹਦਾ ਡਾਇਰੈਕਸ਼ਨ ਆ ਮੈਗਨੀਟਿਊਡ ਆ ਡਾਇਰੈਕਸ਼ਨ v ਵੈਕਟਰ ਬਟਾ ਉਹਦਾ ਮੈਗਨੀਟਿਊਡ ਸੋ ਇਸ ਤਰ੍ਹਾਂ ਹੈ ਇਹਦੇ ਚ ਕੋਈ ਡਾਊਟ ਹੋਵੇ ਤਾਂ ਪਹਿਲਾਂ ਹੁਣ ਪੁੱਛ ਲਓ ਮੈਨੂੰ मैं उम्मीद करता दोनों ये डाउट होना चाहिए सर ए बी सी की है तो सर ए बी सी सर दोबारा रिपीट करो डायरेक्शन वाला जिवें है ना देखो हुणी मैं तैनूं कराया ना ए वैक्टर जिहड़ा पहला जो लिख रहा सी मैं तां मैं यही लिख रहा सी ना ए वैक्टर जिहड़ा हुंदा आ ਉਹ मान लो a * a कैप हुंदा ना आही यूनिट वैक्टर ना अपना डायरेक्शन तां ही है ते a कैप की होगा फिर a ਵੈਕਟਰ ਜਿਹੜਾ ਇਧਰ ਪੂਰਾ ਵੈਕਟਰ ਪਿਆ ਉਹਦਾ ਬਟਾ a ਉਹਦਾ ਮੈਗਨੀਟਿਊਡ ਆ ਤੇ ਉਹਦੇ ਮੈਗਨੀਟਿਊਡ ਨਾਲ ਡਿਵਾਈਡ ਕੀਤਾ v ਵੈਕਟਰ ਨੂੰ v ਦੇ ਨਾਲ ਡਿਵਾਈਡ ਕਰਤਾ v ਮਤਲਬ ਉਹਦਾ ਮੈਗਨੀਟਿਊਡ ਨੂੰ ਮੈਂ ਦੇਖੋ ਕੱਲਾ v ਲਿਖ ਰਿਹਾ डायरेक्शन ਨੂੰ v कैप लिख रहे हैं तो पूरे वेक्टर सर नहीं मतलब नीचे की कितना है दो आ v ਜਿਹੜਾ ਇਹਦੀ ਲੈਂਥ ਆਉਗੀ ਡਿਵਾਈਡ ਕਰਤੀ ਨਾ ਇਹ ਆ ਅਸਲ ਵਿੱਚ ਪਤਾ ਕੀ ਹੈ ਮੇਰੀ ਗੱਲ ਸੁਣ ਮੈਂ ਨਾ ਹੁਣ 3 डायमेंशनल लिख रहा है 2 डायमेंशनल नहीं लिख रहा है 3 डायमेंशनल वेक्टर मैं ਤੁਹਾਨੂੰ ਲਿਖ ਕੇ ਬਣਾ ਦਿਖਾਣਾ चलो देखते हैं आज मैं भी सर नहीं मतलब आ वाले नीचे के जो लिखा जरा लास्ट ते ਉਹਦਾ ਡਿਵਾਈਡ ਕਰਤਾ ਉਹਨੂੰ ਆਪਾਂ ਆ ਜਿਹੜੀ ਚੀਜ਼ ਇਹਦਾ ਇਹਨੂੰ a ਨਾਲ ਡਿਵਾਈਡ ਕਰਤਾ ਪਲੱਸ ਆ b ਨਾਲ ਡਿਵਾਈਡ ਕਰਤਾ c ਨਾਲ ਡਿਵਾਈਡ ਕਰਤਾ ਸਾਰਿਆਂ ਨਾਲ ਵੱਖਰਾ ਵੱਖਰਾ ਕਰਤਾ ਆਹੀ ਤਾਂ ਆਨਸਰ 5 ਆਇਆ ਸੀ ਨਾ ਆਪਣਾ ਪਿਛਲੇ ਕੇਸ ਚ यस सर ओके सर ਨੋਟੇਸ਼ਨ ਵੀ ਲਿਖਤੀ ਮੈਂ ਕੈਲਕੂਲੇਟ ਨਹੀਂ ਨਾ ਕਰ ਸਕਦਾ ਸੀ ਮੈਂ ਤੁਹਾਨੂੰ 3 ਡਾਇਮੈਂਸ਼ਨਲ ਵੈਕਟਰ ਸਮਝਾਣਾ ਹੁਣ ਇਹ ਚ ਥੋੜੀ ਜੀ ਹੋ ਸਕਦਾ ਮੇਰੀ ਰਾਈਟਿੰਗ ਦੇ ਜਿਹੜੀ ਜਿਓਮੈਟਰੀ ਉਨੀ ਵਧੀਆ ਨਹੀਂ ਆ ਪਰ ਕੋਸ਼ਿਸ਼ ਕਰਦੇ ਆ ਕਰਾਂਗੇ ਕੋਸ਼ਿਸ਼ ਤਾਂ ਹੀ ਆਊਗਾ ਚਲੋ ਜੀ अच्छा ये थे पहले लिखा है चलो मैं हुण तुहानूं 3 डायमेंशनल वैक्टर विजुअलाइज कराने की कोशिश करन जा रहा ਉਹਦੇ ਲਈ ਆਪਾਂ ਪਹਿਲਾਂ ਤਾਂ ਬਣਾ ਲਈਏ एक्स वाई एक्सिस ਬਣਾ ਲੈਂਦੇ ਆ z एक्सिस ਉਹਦੇ ਵਿੱਚ ਹੀ ਉਹ ਕਰ ਲਾਂਗੇ ਆ x एक्सिस ਹੈ ਜੇ ਬਣ ਗਿਆ ਦੇਖੋ ਫਿਰ ਤਾਂ ਹੁਣੀ ਵਧੀਆ ਹੋ ਜਾਊਗਾ ਨਹੀਂ ਬਣਿਆ ਤਾਂ ਫਿਰ ਮੈਂ ਤੁਹਾਡੇ ਲਈ ਅੱਗੇ ਡਰਾ ਕਰਕੇ ਨਾ ਵਧੀਆ ਕਿਸੇ ਕਾਪੀ ਤੇ ਜਾਂ ਬੱਚੇ ਤੋਂ ਕਰਵਾ ਕੇ ਉਹਦੀ ਫੋਟੋ ਖਿੱਚ ਕੇ ਰੱਖੂਗਾ ਪਰ ਵੈਸੇ ਮੈਨੂੰ ਤਾਂ ਲੱਗਦਾ ਮੈਂ ਸਮਝਾ ਹੀ ਲੂੰਗਾ ਹੁਣੀ ਸਮਝਾ ਦੂੰਗਾ ਕੋਸ਼ਿਸ਼ ਆਪਣੀ ਪੂਰੀ ਹੋਊਗੀ ਇਹ एक्स वाई एक्सिस ਹੋ ਗਈ ਇਸੇ ਪਲੇਨ ਚ ਆ ਠੀਕ ਆ ਗੱਲ ਤੇ ਜਿਹੜੀ z एक्सिस ਆ ਉਹ ਹੁਣ ਇਹ ਤੋਂ ਬਾਹਰ ਨੂੰ ਬਣਾਣੀ ਹੈ ਮੈਂ z एक्सिस ਜਿਹੜੀ ਹੈ ਇਹ ਤੋਂ ਬਾਹਰ ਨੂੰ ਆ ਸੋ ਬੇਸਿਕਲੀ ਉਹ ਇਧਰੋਂ सर क्यूब बना के कर लो सर
ਉਹੀ ਕਰਨ ਲੱਗਾ ਬਸ ਸਮਝ ਗਿਆ मैं। कोशिश आप करांगे बन जाए क्यूब जिहा बना देंगे आप। हुण इहदे च जिवें मान लो आ एक स्पेस च वैक्टर बनाना, मैं स्पेस वैक्टर पता किवें होऊगा भी आ तां एक एक्स एक्सिस है, मान लो एक्स एक्सिस दे पैरेलल होगा थोड़ा इत्थे तक, वर्ड जिहा बना देना। थोड़ा बहुत तुसी आप भी इमेजिन कर लियो, ठीक है ना भी जे मेरे तो पूरा तो नहीं भी बंदे अपने, कोशिश मैं पूरी कर रहा हूँ कि बन जाए। ठीक है जी, इस तरह एक्सिस है तो जो मेरा वैक्टर है, जो वैक्टर असल में बनाना मैं वो इथों ओरिजिन तो ना आ वा इस कोने तक आ वा वैक्टर मेरा, ठीक है। स्पेस दे विच आओ तो एक्स एक्सिस वाले पासे भी कुछ होगा, वाई वाले पासे भी होगा, जेड वाले पासे भी होगा। तो ਇਹਦਾ ਜਿਹੜਾ एक्स एक्सिस वाले तक किवें आऊगा, देखो ਇਹਦਾ एक तो एक्स वाले पासे पहला तो इथों इत्थे तक जाऊगा, इन्ने आई कैप मान लो ए आई कैप हो गया, फिर इथों जो इधर आऊगा तो बेसिकली ये जेड दे पैरेलल आऊगा ना, सॉरी जेड दे पैरेलल आ रहे ते फिर इधरों ऊपर ਨੂੰ जाऊगा, नहीं है नहीं आना सी, ये रास्ता थोड़ा लंबा पै गया, ठीक है भी पर आप इस तो भी सौखा बना सकते हैं। देखो ये तो ए आई कैप गया, ये तो वाई की डायरेक्शन जाओ, हुण वाई की डायरेक्शन ऊपर ਨੂੰ जाओगे ना, इथों फिर इत्थे तक आओगे तो हाइट तक पहुंचेंगे पूरी, तो ये आऊगा बी जे कैप, फिर इथों इधर ਨੂੰ आओगे जेड वाले पासे ਨੂੰ वापस इधर ਨੂੰ 3 डायमेंशन आऊगा सी के कैप, ताड़ा आ वाला वेक्टर है ए वेक्टर या वी वेक्टर वो 3 डायमेंशनली बन जाऊगा ए आई कैप बी जे कैप सी के कैप। सो जो नीचे ਨੂੰ हो गया था और नेगेटिव भी हो सकता है, ਤੁਹਾਨੂੰ पता ही है। तो वी वैक्टर का मैग्नीट्यूड किहदे बराबर होगा, जिन्होंने आप वी कह दिंदे आ। देखो पहला तो तुसीं ए ते बी दे हिसाब नाल जे पता करोगे तो आ इहदा का फेस डायगोनल आएगा, जिवें आ देखो ए बी सी ओ डी ई एफ, तो इत्थे देखो आ ओ आ, तो मैं ओ बी पता करना सिर्फ पहला, ओ बी की लेंथ कितनी आएगी, देखो ए स्क्वायर प्लस बी स्क्वायर का रूट आएगी कि नहीं, देखो क्योंकि एदे ते लगेगी पहला पाइथागोरस, तो ओ बी आ जाएगा जेड़ा उस फेस का डायगोनल होएगा ओ बी, ते एफ तो बाद इत्थे जी आ इधरले पासे। हुण जेड़ा ओ बी आ गया तुहाडा इत्थे तक ओ ए स्क्वायर प्लस बी स्क्वायर, देखो फिर जेड़ा बी जी आऊगा, बी जी ते ओ बी आपस में परपेंडिकुलर है ना, देखो क्योंकि बी जी इधर बाहर ਨੂੰ ਆ ना जेड वाले पासे ਨੂੰ, ते ओ बी उधर पासे फेस च है एक्स वाई प्लेन विच ही पिया वा, ਉਹ भी दोनों एक दूजे परपेंडिकुलर ने, ਤਾਂ ਇਹਦੇ ਨਾਲ ਦੋਨੋਂ ਜਿਹੜਾ ਡਾਇਗੋਨਲ ਆਊਗਾ ਇਹਨਾਂ ਦੋਨਾਂ ਦੇ ਉਹ ਆਊਗਾ v, ਤਾਂ v ਆਊਗਾ ਤੁਹਾਡਾ ਅੰਡਰ ਰੂਟ ਆਫ ob ਸਕੁਅਰ प्लस bg ਸਕੁਅਰ, ob ਕਿੰਨਾ ਹੈ ਆਪਣਾ ਅੰਡਰ ਰੂਟ ਆਫ a ਸਕੁਅਰ प्लस b ਸਕੁਅਰ, ਤੇ ਇਹਦੀ ਕਰਨੀ ਹੈ ਤੁਸੀਂ ਸਕੁਅਰ, bg ਕਿੰਨਾ ਹੈ c ਹੈ, ਉਹ ਤਾਂ bg ਤਾਂ c ਹੈ सिर्फ, आ बन जाएगा अंडर रूट ऑफ ए स्क्वायर प्लस बी स्क्वायर प्लस सी स्क्वायर। सो बेसिकली ये एक तरह का बॉडी डायगोनल बन गया ਉਹਦਾ, ਜਿਹੜਾ ਇਹ क्यूब ਦਾ बॉडी डायगोनल ਤੁਸੀਂ ਸਮਝਦੇ ਹੋ, ਤੇ ਇਹ बेसिकली इसलिए वेक्टर ਜਿਹੜੇ ਤਿੰਨੋਂ ਕੰਪੋਨੈਂਟ ਹੋਣਗੇ ਸਪੇਸ ਵਿੱਚ ਕੋਈ वेक्टर ਹੋਏਗਾ ਤਾਂ ਇਹਨਾਂ ਸਾਰਿਆਂ ਦਾ ਸਕੁਅਰ ਕਰਕੇ रूट करना ਹੁੰਦਾ ਹੈ, ਤਾਂ ਉਹ ਆਪਣਾ ਉਹਦਾ मैग्नीट्यूड ਬਣੇਗਾ।
ਦੱਸੋ ਮੈਨੂੰ ਇਹ ਗੱਲ ਸਾਰਿਆਂ ਨੂੰ ਸਮਝ ਲੱਗੀ ਹੈ ਕਿ ਨਹੀਂ ਲੱਗੀ? ਪਹਿਲਾਂ ਸਹੀ ਚੀਜ਼ ਦੱਸ ਦਿਓ ਮੈਨੂੰ, ਕੋਈ ਐਵੇਂ ਨਾ ਹੋਵੇ ਕਿ ਸਰ OB ਨਾਲੇ BG ਪਰਪੈਂਡੀਕੂਲਰ ਕਿੱਦਾਂ ਹੋਵੇ? ਆ ਦੇ ਨਾ OB ਜਿਹੜਾ ਹੈਗਾ OB ਤਾਂ ਐਸੇ ਪਲੇਨ ਚ ਪਿਆ ਨਾ। ਆ ਦੇ ਇੱਕ ਤਾਂ ਇਹ ਜਿਹੜਾ ABCO ਆ ਤਾਂ ਉਸ ਪਲੇਨ ਚ ਪਿਆ ਨਾ, ਸਭ ਤੋਂ ਪਿੱਛੇ ਵਾਲੇ ਪਲੇਨ ਚ ਪਿਆ। ਹਾਂਜੀ G ਇਧਰਲੇ ਪਾਸੇ ਆ ਕੋਨਾ ਵਾ ਇਹਦਾ, ਤਾਂ ਜਿਹੜਾ BG ਆ ਕੋਨਾ, ਆ ਜਿਹੜੀ BG ਆ ਜਿਹੜੀ ਮੈਂ ਹਡਾਲ ਕਰਤੀ, ਤੇ ਜਿਹੜਾ OG ਤਾਂ ਉਸ ਪਲੇਨ ਚ ਕਿਹੜੀ ਮਰਜ਼ੀ ਲਾਈਨ ਡਰਾ ਕਰ ਲਾ, ਉਹ ਇਹਦੇ ਪਰਪੈਂਡੀਕੂਲਰ ਹੀ ਹੋਊਗੀ। ਤੂੰ ਇਹਨੂੰ ਆਪਣੇ ਕਮਰੇ ਦੇ ਹਿਸਾਬ ਨਾਲ ਸੋਚ। ਤੇਰੇ ਕਮਰੇ ਦੇ ਵਿੱਚ ਜੇ ਤੂੰ ਕਿਸੇ ਇੱਕ ਕੰਧ ਦੇ, ਕੋਈ ਇੱਕ ਕਮਰੇ 'ਚ ਇੱਕ ਕੰਧ ਚੱਕ ਲਾ ਆਪਣੀ, ਉਹਦਾ ਕੋਈ ਵੀ ਇੱਕ ਡਾਇਗਨਲ ਬਣਾ ਲਾ, ਫਿਰ ਉਸ ਕੋਨੇ ਤੋਂ ਜਿਹੜੀ ਤੁਹਾਡੀ ਦੂਜੀ ਕੰਧ ਨੂੰ ਜੋੜਦੀ ਲਾਈਨ ਆ ਉਹ ਪਰਪੈਂਡੀਕੂਲਰ ਹੈ ਕਿ ਨਹੀਂ? ਦੇਖ ਸਰ OG ਡਾਇਗਨਲ ਹੈ ਇੱਥੇ OG ਬੋਡੀ ਡਾਇਗਨਲ ਆ। ਮੈਂ ਤੁਹਾਨੂੰ ਸਮਝਾਣਾ ਕਿਵੇਂ, ਮੈਂ ਨਾ ਉਹ ਬਣਾ ਦੇਣਾ। ਇਹ ਮੈਂ ਡਾਇਗਰਾਮ, ਮੈਨੂੰ ਮਜ਼ਾ ਜਿਹਾ ਨਹੀਂ ਆਇਆ ਵੈਸੇ ਬਣਾ ਕੇ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ। ਚਲੋ ਮੈਂ ਇੱਕ ਵਾਰ ਕੋਸ਼ਿਸ਼ ਕਰਦਾ, ਫਿਰ ਇੱਕ ਬਣਾ ਦੇਣਾ, ਛੋਟਾ ਆਇਆ ਬਸ ਸਮਝਾਉਣ ਲਈ ਤੁਹਾਨੂੰ, ਠੀਕ ਹੈ? ਸ਼ੇਪਸ ਹੈਗੀ ਇੱਥੇ। ਹਾਂ ਹੁਣ ਠੀਕ ਆ, ਮੈਂ ਪਹਿਲਾਂ ਹੀ ਇਹ ਕਰ ਲੈਂਦਾ, ਕਿੰਨਾ ਵਧੀਆ ਸੀ। ਚਲੋ ਇਹਨੂੰ ਆਪਾਂ ਜੋੜ ਦਿੰਦੇ ਹਾਂ। ਹੁਣ ਮੈਂ ਤੁਹਾਨੂੰ ਅਲੱਗ-ਅਲੱਗ ਕਲਰਸ ਦੇ ਨਾਲ ਫਾਇਦਾ ਚੱਕਦਾ ਇਹਦਾ। ਲੈ ਵੀ ਆ ਬਣਾਤੀ ਆਪਾਂ। ਠੀਕ ਆ ਵੀ, ਹੁਣ ਉਹ ਡੱਬਾ ਆ ਉੱਥੇ ਵੀ ਤੁਸੀਂ ਸਮਝ ਲਓਗੇ ਇਹਨੂੰ ਕਰਕੇ, ਐ ਕਰਕੇ। ਹੁਣ ਠੀਕ ਬਣ ਰਿਹਾ। ਹੁਣ ਜਿਹੜੀ ਆਪਣੀ ਐਕਸਿਸ ਨੇ ਨਾ, ਇੱਥੋਂ ਆ O ਆ ਬੇਸਿਕਲੀ, ਆ ਹੈਗੀ ਆਪਣੀ X ਐਕਸਿਸ। ਹੁਣ ਠੀਕ ਆ, ਨਹੀਂ ਬਣਾਉਣਾ ਸੀ ਪਹਿਲਾਂ ਵੀ। ਤੇ ਸ਼ੁਰੂ ਤੋਂ ਹੀ ਦੱਸ ਦਿਓ ਸਰ ਦੁਬਾਰਾ ਡੱਬੇ 'ਚ। ਸ਼ੁਰੂ ਤੋਂ ਹੀ ਦੱਸ ਰਿਹਾ ਸਾਰਾ ਕੁਝ। ਲੈ ਆ ਦੇ, ਹੁਣ ਜੇ ਮੈਂ ਕੁਝ ਬਣਾਇਆ ਨਹੀਂ। ਆ Y ਐਕਸਿਸ ਉੱਪਰ ਨੂੰ, ਠੀਕ ਆ? ਇਹ ਤਾਂ ਸ਼ੁਰੂ ਤੋਂ ਦੱਸ ਰਿਹਾ ਮੈਂ, ਉਹ ਪਿਛਲਾ ਤਾਂ ਭੁੱਲ ਹੀ ਆ ਤੂੰ ਡਾਇਗਰਾਮ ਵਾਲੀ ਗੱਲ। ਆ ਹੈਗੀ ਆਪਣੀ Z ਐਕਸਿਸ। ਇਹਦੇ ਤੱਕ ਤਾਂ ਕੋਈ ਡਾਊਟ ਨਹੀਂ ਨਾ, ਹੁਣ ਤਾਂ ਸਮਝ ਲੱਗ ਰਹੀ ਹੈ ਗੱਲ। ਆ X ਐਕਸਿਸ ਆ, ਇਹ Y ਐਕਸਿਸ ਆ Z ਐਕਸਿਸ ਆ, ਠੀਕ ਹੈ? ਮੈਂ ਤਿੰਨ ਹੀ ਬਣਾਈਆਂ, ਮੈਂ ਉਹ ਬਣਾਈਆਂ ਹੀ ਨਹੀਂ ਅੱਗੇ ਵਾਲੀਆਂ। ਇੱਧਰ ਨੂੰ ਬਣਾਉਣਾ X ਦੇ ਪਤਾ ਹੀ ਹੈ ਤੁਹਾਨੂੰ, ਇੱਧਰ ਨੂੰ ਫਿਰ ਜਿਹੜੀ ਇੱਧਰ ਨੂੰ ਹੋਊਗੀ ਉਹ -X ਡੈਸ਼ ਹੋਊਗੀ, Y ਜਿਹੜਾ ਨੀਚੇ ਨੂੰ ਹੋਊਗੀ ਉਹ -Y ਡੈਸ਼ ਹੋਊਗੀ, ਉਹ Z ਮੈਂ ਬਣਾਈ ਨਹੀਂ ਜਾਣ ਕੇ। ਤੇ ਮੈਂ ਜਿਹੜੇ ਵੈਕਟਰ ਦੀ ਗੱਲ ਕਰਨ ਜਾ ਰਿਹਾ, ਜਿਹੜਾ ਆਮ ਵੈਕਟਰ, ਜਿਹੜਾ V ਵੈਕਟਰ ਬਣਾਉਣਾ, ਉਹ ਵੈਕਟਰ ਬੇਸਿਕਲੀ ਇਹ ਸਪੇਸ 'ਚ ਬਣਾਉਣ ਜਾ ਰਿਹਾ ਮੈਂ, ਪਲੇਨ 'ਚ ਨਹੀਂ। ਪਲੇਨ 'ਚ ਬਣਾਉਣਾ ਹੁੰਦਾ ਫਿਰ ਮੈਂ ਡੱਬਾ ਹੀ ਕਿਉਂ ਬਣਾਉਂਦਾ? ਉਹ ਇੱਥੋਂ ਲੈ ਕੇ ਇੱਥੇ। ਓਏ ਸਰ Y ਦੀ ਜਗ੍ਹਾ Z ਨਹੀਂ ਆਣਾ? ਉਹ ਤਾਂ ਜਿੱਦਾਂ ਮਰਜ਼ੀ ਬਣਾ ਲਓ ਤੁਸੀਂ, ਬਸ ਰਾਈਟ ਹੈਂਡਡ ਸਿਸਟਮ ਦਾ ਧਿਆਨ ਰੱਖਣਾ ਹੁੰਦਾ ਹੈ। ਆਹ ਜਿਹੜਾ ਮੇਰਾ ਵੈਕਟਰ ਆ, V ਵੈਕਟਰ। X Y ਜਿਹੜਾ ਮੈਂ Z ਇੱਧਰ ਨੂੰ ਬਣਾਤਾ, ਇਹ 'ਚ ਕਿਹੜਾ ਦਿੱਕਤ ਆ ਕੋਈ? ਠੀਕ ਆ। ਹੁਣ ਜੇ ਮੈਂ V ਵੈਕਟਰ ਨੂੰ ਲਿਖਣਾ ਹੋਵੇ ਰੈਕਟੈਂਗੂਲਰ ਕੰਪੋਨੈਂਟ ਦੇ ਵਿੱਚ, ਇਹਦੇ ਰੈਕਟੈਂਗੂਲਰ ਕੰਪੋਨੈਂਟ ਇਕੱਲੇ ਇੱਕ ਪਲੇਨ 'ਚ ਥੋੜੀ ਬਣਨਗੇ, ਇਹ ਸਪੇਸ 'ਚ ਬਣਨਗੇ। ਤੇ ਇਹਦੇ ਵਿੱਚ ਜਿਹੜੇ ਕੰਪੋਨੈਂਟ ਕੀ ਬਣਨਗੇ ਮੈਂ ਤੁਹਾਨੂੰ ਉਹ ਵੀ ਬਣਾ ਕੇ ਦਿਖਾ ਦਿੰਦਾ। ਦੇਖੋ ਇਹਦਾ ਇੱਕ ਕੰਪੋਨੈਂਟ ਦਾ ਬਣੂਗਾ, ਪਹਿਲਾਂ X ਐਕਸਿਸ ਦੀ ਡਾਇਰੈਕਸ਼ਨ 'ਚ ਬਣਾਓ, ਇੱਥੋਂ ਬਣਾਓ ਨਾ, ਉਹ ਤੋਂ V ਜਿੱਥੋਂ ਸ਼ੁਰੂ ਹੁੰਦਾ ਕੰਪੋਨੈਂਟ ਇੱਥੋਂ ਬਣਦੇ ਆ, ਤਾਂ ਪਹਿਲਾਂ ਤਾਂ ਇੱਥੇ ਤੱਕ ਆਉਣਾ ਪੈਣਾ ਤੁਹਾਨੂੰ, X ਐਕਸਿਸ ਉਹਦੇ ਇੱਕਦਮ। ਫਿਰ ਉਸ ਤੋਂ ਬਾਅਦ ਇੱਥੋਂ Y ਦੀ ਡਾਇਰੈਕਸ਼ਨ 'ਚ ਜਾਓਗੇ ਇੱਧਰ ਨੂੰ। ਹਾਲੇ ਤੁਸੀਂ V ਦੇ ਸਿਰੇ ਤੇ ਪਹੁੰਚੇ ਨਹੀਂ ਹੋ, ਦੇਖੋ ਪਲੇਨ ਦੇ ਵਿੱਚ ਘੁੰਮ ਰਹੇ ਹੋ, XY ਪਲੇਨ 'ਚ। ਹੁਣ ਉੱਥੇ ਇੱਥੋਂ ਤੁਸੀਂ ਵਾਪਸ ਆਓਗੇ ਇੱਧਰ ਨੂੰ। ਆਹ ਪੋਲੀਗਨ ਲਾਅ ਲੱਗ ਗਿਆ। ਤਿੰਨ ਵੈਕਟਰ ਦੇਖੋ, ਪੋਲੀਗਨ ਮਤਲਬ ਕਹਿੰਦਾ ਨਾ ਪਲੇਨ 'ਚ ਹੀ ਲੋੜ ਨਹੀਂ ਹੋਗੀ, ਪਲੇਨ 'ਚ ਹੀ ਜ਼ਰੂਰੀ ਨਹੀਂ ਹੈਗਾ ਪਲੇਨ 'ਚ ਹੋਵੇ ਉਹ, ਇਹ ਇਦਾਂ ਵੀ ਹੋ ਸਕਦਾ। ਦੇਖੋ ਹੁਣੀ ਮੈਨੂੰ ਕਿਹਨੇ ਪੁੱਛਿਆ ਸੀ ਸਵਾਲ, ਮੈਂ ਭੁੱਲ ਗਿਆ ਬੱਚੇ ਦਾ ਨਾਮ, ਤੁਸੀਂ ਕੋਈ ਨਹੀਂ ਦੇਖ ਲਿਓ। ਆ ਜਿਹੜਾ ਹੈਗਾ, ਆ ਮੰਨ ਲਓ A ਲੈਂਥ ਆ, ਤਾਂ ਇਹ A ਟਾਈਮਸ I ਕੈਪ ਹੋ ਗਿਆ ਕਿ ਨਹੀਂ? ਆ Y ਐਕਸਿਸ ਵਾਲੇ ਪਾਸੇ ਨੂੰ ਆ ਤੇ B ਟਾਈਮਸ J ਕੈਪ ਹੋ ਗਿਆ ਕਿ ਨਹੀਂ? ਤੇ ਆ ਇਧਰੋਂ ਬਾਹਰ ਨੂੰ ਆ ਤੇ ਬਾਹਰ ਨੂੰ Z ਐਕਸਿਸ ਬਣਾਈ ਹੋਈ ਆ, ਇਹਦੇ ਪੈਰਲਲ ਨਹੀਂ ਹੋ ਗਈ ਵਾਲੀ ਪਿੰਕ ਲਾਈਨ। ਆ C ਟਾਈਮਸ K ਕੈਪ ਹੋ ਗਿਆ ਕਿ ਨਹੀਂ? ਤੇ ਜਿਹੜਾ ਤੁਹਾਡਾ V ਵੈਕਟਰ ਆ ਉਹ A ਟਾਈਮਸ I ਕੈਪ ਪਲੱਸ B ਟਾਈਮਸ J ਕੈਪ ਪਲੱਸ C ਟਾਈਮਸ K ਕੈਪ ਹੋ ਗਿਆ। ਹੁਣ ਜਦੋਂ ਮੈਂ ਬੱਚਿਆਂ ਨੂੰ ਕਹਿਣਾ ਵਾ ਕਿ V ਵੈਕਟਰ ਦੀ ਲੈਂਥ ਲਿਖਣੀ ਆ ਆਪਾਂ, V ਕੱਲਾ V ਕਹਿ ਦਿੰਦੇ ਉਹਨੂੰ, ਤਾਂ ਕਿਵੇਂ ਲਿਖਾਂਗੇ? V ਵੈਕਟਰ ਦੀ ਲੈਂਥ ਲੈਣ ਲਈ ਤੁਹਾਨੂੰ ਪਹਿਲਾਂ ਤਾਂ ਇਹਨੂੰ ਸਮਝਣਾ ਪੈਣਾ ਧਿਆਨ ਨਾਲ। ਉਹਦੇ ਲਈ ਆਪਾਂ ਪਤਾ ਕੀ ਕਰਦੇ ਆ, ਪਹਿਲਾਂ ਤਾਂ A ਤੇ B ਰਾਈਟ ਐਂਗਲ ਬਣ ਰਿਹਾ ਆਪਸ ਵਿੱਚ। ਦੇਖੋ A ਤੇ B ਦਾ ਰਾਈਟ ਐਂਗਲ ਬਣ ਰਿਹਾ,
ए ਤੇ B ਦਾ ਰਾਈਟ ਐਂਗਲ ਬਣ ਰਿਹਾ ਆਪਸ ਚ, ਤਾਂ A ਤੇ B ਦਾ ਰਾਈਟ ਐਂਗਲ ਬਣੂਗਾ ਤਾਂ AI ਤੇ BJ ਦਾ ਤੁਸੀਂ ਡਾਇਗੋਨਲ ਲਾਓਗੇ ਤਾਂ ਇੱਥੋਂ ਫੇਸ ਡਾਇਗੋਨਲ ਬਣੇਗਾ। ਫੇਸ ਡਾਇਗੋਨਲ ਬਣੇਗਾ। ਫੇਸ ਡਾਇਗੋਨਲ ਕੀ ਹੁੰਦਾ? ਇੱਥੋਂ ਆ ਵਾਲਾ ਫੇਸ ਤੱਕ, ਉਹ XY ਪਲੇਨ ਦੇ ਵਿੱਚ ਹੀ ਆ, ਉਸੇ ਕੰਧ ਤੇ ਹੀ ਆ, ਪਿਛਲੀ ਕੰਧ ਤੇ ਸਮਝ ਲਓ ਡੱਬੇ ਦੀ। ਤੇ ਉਹ A ਤੇ AI ਤੇ BJ ਦਾ ਉਹ ਆ, ਤਾਂ ਉਹਦੀ ਲੈਂਥ ਕਿੰਨੀ ਹੋਊਗੀ ਦੱਸ ਸਕਦਾ ਕੋਈ? ਉਹਦੀ ਲੈਂਥ ਹੋਊਗੀ A ਸਕੁਅਰ AI ਸਕੁਅਰ B ਪਲੱਸ ਸਕੁਅਰ ਅੰਡਰ ਦਾ ਰੂਟ। ਆ ਹੈਗਾ ਸੀ ਆਪਣਾ O, ਆ ਹੈਗਾ ਆ A, ਆ ਹੈਗਾ ਆ ਮੰਨ ਲਓ B, ਆ ਹੈਗਾ ਮੰਨ ਲਓ C, ਆ ਹੈਗਾ ਮੰਨ ਲਓ ਇਥੋਂ ਲੈ ਲਓ O A B C D E F ਤੇ G। ਹੁਣ ਜਿਹੜਾ ਇਹ OB ਆ ਗਿਆ, OB ਉਸ ਪਿਛਲੀ ਕੰਧ ਤੇ ਆ, ਤੇ ਆ ਜਿਹੜਾ BF ਆ ਉਹ ਉਹਦੇ ਪਰਪੈਂਡੀਕੂਲਰ ਤੇ ਹੈਗਾ ਕਿ ਨਹੀਂ? ਦੇਖ, ਤੈਨੂੰ ਭਾਵੇਂ ਦਿਖਾ ਨਹੀਂ ਪਾ ਰਿਹਾ ਮੈਂ ਇੱਥੇ, ਪਰ ਤੈਨੂੰ ਇਮੇਜਿਨ ਕਰਕੇ ਦੇਖ, BF OB ਤੇ ਪਰਪੈਂਡੀਕੂਲਰ ਹੈ ਕਿ ਨਹੀਂ? ਹੈਗਾ ਸਰ। ਜਿਹੜਾ OB ਆ ਉਹ ਪਿਛਲੀ ਕੰਧ ਤੇ ਆ, ਤੇ BF ਜਿਹੜਾ ਉਹ ਉਥੋਂ ਬਾਹਰ ਨੂੰ ਨਿਕਲ ਰਿਹਾ, Z ਇਹ ਪਰਪੈਂਡੀਕੂਲਰ ਨੇ ਆਪਸ। ਤੇ ਤੁਸੀਂ ਜੇ ਆਹ ਵਾਲਾ V ਵੈਕਟਰ ਦੀ ਲੈਂਥ ਪਤਾ ਕਰਨੀ ਹੈ ਤਾਂ ਆਹ ਹਾਈਪੋਟੇਨਿਊਜ਼ ਆ, ਬੇਸਿਕਲੀ ਆਹ ਪਰਪੈਂਡੀਕੂਲਰ ਤੇ ਆਹ ਬੇਸ ਹੋ ਗਿਆ ਇੱਕ ਤਰ੍ਹਾਂ। ਦੱਸੋ ਗੱਲ ਸਮਝ ਲੱਗੀ ਸਾਰਿਆਂ ਨੂੰ? ਹਾਂਜੀ ਹਾਂਜੀ ਸਰ। V ਵੈਕਟਰ ਦੀ ਲੈਂਥ ਜਿਹੜੀ ਆਊਗੀ ਉਹ ਬੇਸਿਕਲੀ OB ਦਾ ਸਕੁਅਰ ਪਲੱਸ BF ਦਾ ਸਕੁਅਰ ਦਾ ਰੂਟ ਆਊਗਾ। ਤੇ OB ਕਿੰਨੀ ਆ? OB ਤਾਂ ਤੁਹਾਨੂੰ ਪਤਾ ਵਾ ਉਹ A ਸਕੁਅਰ ਜਮਾ B ਸਕੁਅਰ ਦਾ ਰੂਟ ਆ, ਤੇ ਉਹਦਾ ਅਗੇ ਸਕੁਅਰ ਆ ਇੱਥੇ ਅੰਦਰ ਫਾਰਮੂਲੇ 'ਚ, ਇਹ C ਸਕੁਅਰ ਹੀ ਆ, ਸਾਰੇ ਦਾ ਅੰਡਰ ਰੂਟ ਆ, ਤੇ ਉਹ ਅੰਦਰਲਾ ਸਕੁਅਰ ਤੇ ਰੂਟ ਖਤਮ ਹੋ ਜਾਊਗਾ, ਕੀ ਆ ਜਾਊਗਾ? ਤਾਂ V ਦੀ ਲੈਂਥ ਆ ਜਾਊਗੀ ਕਿ ਨਹੀਂ ਆ ਜਾਊਗੀ ਸਪੇਸ ਦੇ ਵਿੱਚ? ਹਾਂਜੀ ਸਰ। ਤੇ V ਦੀ ਡਾਇਰੈਕਸ਼ਨ ਕੀ ਹੋਊਗੀ? V ਕੈਪ ਇਜ਼ ਇਕੁਅਲ ਟੂ V ਵੈਕਟਰ ਬਟਾ V, ਤੇ ਆਊਗਾ AI ਕੈਪ BJ ਕੈਪ CK ਕੈਪ ਬਟਾ ਜਿਹੜੀ ਇਹਦੀ ਲੈਂਥ, ਇਹਨੂੰ ਸੈਲ ਆਪਾਂ ਤਾਂ ਉੱਥੇ ਸੋਲਵ ਕਰ ਲੈਣੇ ਨਾ। ਮੰਨ ਲਓ 8 ਆ ਗਈ ਤੇ 8 ਨਾਲ ਬਟਾ ਕਰ ਦਿਓ ਬਸ, ਫਿਰ ਮੈਂ ਤਾਂ ਇਹ ਕਹਿ ਰਿਹਾ। ਸੋ ਜੋ ਵੀ ਆਈ ਮੈਂ ਰੂਟ ਉਹ ਐਸਾ ਜਿੱਥੇ ਰੂਟ ਲਿਖਤਾ ਸੀਗਾ ਬਸ ਤੁਹਾਡੇ ਸਾਹਮਣੇ। ਦੱਸੋ ਗੱਲ ਸਮਝ ਲੱਗੀ ਸਾਰਿਆਂ ਨੂੰ? ਹਾਂਜੀ ਸਰ। ਹੁਣ ਸਮਝ ਲੱਗੀ? ਉਹ ਕੌਣ ਪੁੱਛ ਰਿਹਾ ਸੀ? ਹੁਸਨਮੀਤ ਜਾਂ ਕੌਣ ਸੀ? ਹਰਮਨਜੋਤ। ਕਲੀਅਰ ਹੈ ਨਾ? ਸੋ ਹੁਣ ਮੈਂ ਤੁਹਾਨੂੰ ਸਿੰਪਲ ਸਿੱਧੀ ਜੀ ਗੱਲ ਦੱਸ ਦਿੰਦਾ ਬਸ ਇੱਕ ਇਹਦੇ ਚ, ਜੇ ਕੋਈ ਵੈਕਟਰ ਹੋਵੇ ਇਸ ਤਰ੍ਹਾਂ ਦਾ, A ਵੈਕਟਰ is equal to 3i cap plus 4j cap minus 2k cap, ਮਾਈਨਸ ਹੋਊਗਾ ਮੇਰਾ ਨੀਚੇ ਨੂੰ z ਐਕਸਿਸ ਤੇ, ਹੋਰ ਕੀ ਆ, ਕਿਉਂਕਿ ਚਾਰੇ ਪਾਸੇ ਘੁੰਮ ਸਕਦਾ ਉਹ, ਜਿਵੇਂ ਇੱਥੇ ਮਾਈਨਸ ਹੋ ਸਕਦਾ ਨੀਚੇ ਨੂੰ ਆ ਜਾਂਦਾ। ਤਾਂ A ਵੈਕਟਰ ਦੀ ਲੈਂਥ ਕਿੰਨੀ ਹੁੰਦੀ ਹੈ? ਇਹਦਾ ਮੈਗਨੀਟਿਊਡ ਐ ਲਿਖਦੇ ਆ, ਲੈਂਥ ਕਿੰਨੀ ਹੋਗੀ? 3 3 9 4 4 16 2 दूनी 4 ਸਕੁਅਰ ਕਰਕੇ ਰੂਟ ਕਰ ਲਓ ਬਸ, ਰੂਟ 29 ਆਂਸਰ। ਬਸ ਇਸ ਤਰ੍ਹਾਂ ਲੈਂਥ ਪਤਾ ਲੱਗ ਜਾਂਦੀ ਹੈ। ਤੇ A ਵੈਕਟਰ ਦੀ ਯੂਨਿਟ ਵੈਕਟਰ ਪਤਾ ਕਰਨੀ ਹੈ ਤਾਂ A ਵੈਕਟਰ ਨਾਲ ਉਹਦੇ ਮੈਗਨੀਟਿਊਡ ਨੂੰ ਬਟਾ ਕਰਦੇ ਆ ਆਪਾਂ, ਤੁਹਾਨੂੰ ਪਤਾ ਹੀ ਹੈ, ਉਹ ਹੈਗਾ 3/√29 i cap 4/√29 j cap minus 2/√29 k cap। ਇਹ ਆ ਗਿਆ ਯੂਨਿਟ ਵੈਕਟਰ। ਤੇ ਜੇ ਤੁਸੀਂ ਇਹਦੇ ਮੈਗਨੀਟਿਊਡ ਨੂੰ ਇਹਦੀ ਡਾਇਰੈਕਸ਼ਨ ਨਾਲ ਗੁਣਾ ਕਰੋ, ਇਹਨੂੰ √29 ਨਾਲ ਇਹਨੂੰ ਗੁਣਾ ਕਰੋਗੇ ਤਾਂ ਆਟੋਮੈਟਿਕਲੀ ਫੇਰ ਆਈ ਵੈਕਟਰ ਆ ਜਾਣਾ, ਕਿਉਂਕਿ ਆ √29 ਕੈਂਸਲ ਹੋ ਜਾਣਾ ਨੀਚੋਂ ਇਹਦੇ ਨਾਲ, ਆ ਮੈਗਨੀਟਿਊਡ ਨਾਲ। ਸਮਝ ਲੱਗੀ ਗੱਲ ਸਾਰਿਆਂ ਨੂੰ ਕਿ ਨਹੀਂ? ਹੋ ਦੱਸੋ। ਹਾਂਜੀ ਸਰ। ਬਹੁਤ ਸੌਖਾ ਕੰਮ ਹੈ, ਬਹੁਤ ਹੀ ਸੌਖਾ, ਇਹਦੇ ਨਾਲ ਬਹੁਤ ਸੌਖਾ ਹੋ ਗਿਆ ਕੰਮ। ਇਹਦਾ ਇੱਕ ਫਾਇਦਾ ਬੜਾ ਹੋਇਆ, ਤੁਹਾਨੂੰ ਦਿਖਾਵਾਂ ਫਾਇਦਾ ਕੀ ਹੋਇਆ। ਦੇਖੋ ਇਹਦਾ ਫਾਇਦਾ ਇੱਥੇ ਮੈਂ ਹੁਣ ਤੁਹਾਨੂੰ ਉਹ ਚ ਸਮਝਾ ਦੂੰਗੀ, ਮੈਂ ਉਹ ਚ ਸਮਝਾ ਦਿੰਦਾ ਪਿਕਚਰਸ ਦੇ ਵਿੱਚ ਹੀ ਥੋੜਾ ਜਿਹਾ ਬਸ। ਆ ਦੇਖੋ ਹੁਣ ਆ ਗੱਲ ਮੈਂ ਕਰ ਚੁੱਕਾ ਸਾਰੀ ਇਸ ਤਰ੍ਹਾਂ। ਹੁਣ ਜੇ ਕੋਈ ਐਡੀਸ਼ਨ ਆਫ 2 ਵੈਕਟਰ ਕਰਨਾ, ਹੁਣ ਦੇਖੋ ਬੜਾ ਸੌਖਾ ਹੋ ਗਿਆ ਕੰਮ। ਹੁਣ ਇਸ ਨਵੀਂ ਨੋਟੇਸ਼ਨ ਚ ਐਡ ਕਰਨਾ, ਨਾ ਟ੍ਰਾਇੰਗਲ ਲਾਅ ਲਾਣਾ, ਨਾ ਪੈਰਲਲੋਗ੍ਰਾਮ ਲਾਅ ਲਾਣਾ, ਨਾ ਤੁਹਾਨੂੰ ਇਹ ਚ ਕੋਈ ਪੰਗੇ ਲੈਣ ਦੀ ਲੋੜ ਆ ਹੋਰ ਕੋਈ। ਸਿੱਧਾ ਹੀ A ਵੈਕਟਰ ਤੇ B ਵੈਕਟਰ ਹੈਗੇ ਆ, ਇਹਨਾਂ ਨੂੰ ਜੋੜਨਾ ਆ ਤਾਂ I ਵਾਲੇ ਨੂੰ I ਨਾਲ ਜੋੜ ਦੋ, J ਵਾਲੇ ਨੂੰ J ਨਾਲ ਜੋੜ ਦੋ, K ਵਾਲੇ ਨੂੰ K ਨਾਲ ਜੋੜ ਦੋ, ਬਸ ਬਣ ਗਿਆ। ਇਹਦਾ ਮੈਗਨੀਟਿਊਡ ਕੱਢ ਲਓ। ਹੁਣ ਇਹਦਾ ਮੈਗਨੀਟਿਊਡ ਕਿਵੇਂ ਕੱਢਣਾ ਆ? ਤੁਹਾਨੂੰ ਪਤਾ, ਇਹਦਾ ਸਕੁਅਰ ਜਮਾ ਇਹਦਾ ਸਕੁਅਰ ਜਮਾ ਇਹਦਾ ਸਕੁਅਰ ਅੰਡਰ ਦਾ ਰੂਟ। ਤੇ ਜੇ ਸਬਟ੍ਰੈਕਸ਼ਨ ਆਫ 2 ਵੈਕਟਰ ਕਰਨੀ ਆ ਤਾਂ ਇਹਨੂੰ ਇਹਦੇ ਚੋਂ ਮਾਈਨਸ ਕਰ ਦੋ, ਇਹਨੂੰ ਇਹ ਚੋਂ ਮਾਈਨਸ ਕਰ ਦੋ, ਉਹਨੂੰ ਇਹ ਚੋਂ ਮਾਈਨਸ ਕਰ ਦੋ, ਕਿ I J K ਫਾਰਮ 'ਚ ਆਪਣਾ ਆਂਸਰ ਆ ਜਾਊਗਾ। ਇਹਦਾ ਵੀ ਮੈਗਨੀਟਿਊਡ ਇੱਥੋਂ ਹੀ ਨਿਕਲ ਜਾਊਗਾ, ਇਹਦੀ ਡਾਇਰੈਕਸ਼ਨ ਇਹਦਾ ਯੂਨਿਟ ਵੈਕਟਰ ਨਿਕਲ ਜਾਊਗਾ ਆਰਾਮ ਨਾਲ। ਨਾ ਤਾਂ ਕੋਈ ਥੀਟਾ, ਨਾ ਕੋਈ ਐਲਫਾ, ਕੁਝ ਵੀ ਨਹੀਂ ਹੈਗਾ। ਦੇਖੋ ਸਿੱਧਾ ਹੀ ਐਡ, ਸਿੱਧਾ ਹੀ ਸਬਟ੍ਰੈਕਟ, ਕਿੰਨਾ ਸੌਖਾ ਹੋ ਗਿਆ ਕੰਮ। ਇਸੇ ਤਰ੍ਹਾਂ ਆ ਰਿਹਾ ਜਿਵੇਂ
ਹੁਣ ਮੈਂ ਤੁਹਾਨੂੰ ਸਮਝਾ ਦਿੰਦਾ ਇੱਕ ਗੱਲ ਹੋਰ ਕਿ ਕੀ ਇਹ ਜਿਹੜੀ ਐਡੀਸ਼ਨ ਹੋ ਰਹੀ ਆ ਜਿਹੜਾ ਤੁਸੀਂ ਇਦਾਂ ਹੀ ਕਰੀ ਜਾ ਰਹੇ ਹੋ ਕਿ ਇਹ ਟ੍ਰਾਇੰਗਲ ਨਾਲ ਹੋ ਰਹੀ ਹੈ ਜਾਂ ਪੈਰਲਲੋਗ੍ਰਾਮ ਨਾਲ ਹੋ ਰਹੀ ਹੈ? ਇਹ ਦੋਨਾਂ ਨਾਲ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ? ਉਹਨਾਂ ਨਾਲ ਹੀ ਹੋ ਰਹੀ ਹੈ। ਸਮਝਾ ਦੇਣਾ ਕਿਵੇਂ। ਆਪਾਂ ਇੱਕ ਐਗਜ਼ਾਮਪਲ ਡਿਸਕਸ ਕਰਦੇ ਹਾਂ 2 ਡਾਇਮੈਂਸ਼ਨਲ ਚ। ਮੈਂ ਕੇ ਕੈਪ ਨਹੀਂ ਲੈ ਰਿਹਾ ਕਿਉਂਕਿ ਡੱਬਾ ਡੁੱਬਾ ਬਣਾਉਣਾ ਪੈ ਜਾਂਦਾ, ਇੰਨਾ ਨਹੀਂ। ਇਹ ਵੈਕਟਰ ਮੰਨ ਲਓ ਆ ਵਾ, ਬੀ ਵੈਕਟਰ ਮੰਨ ਲਓ ਆਇਆ, ਤੇ ਜੇ ਐਡ ਕਰਨਾ ਤਾਂ ਐਡ ਕਰਕੇ ਦੱਸੋ ਕੀ ਆ ਰਿਹਾ? 2 ਤੇ 3 ਤੇ 3 ਤੇ -2 ਐਡ ਕੀਤਾ 1 ਆਊਗਾ 3i + j ਕੈਪ। ਸੋ ਆਪਾਂ ਕੀ ਕਰੀਏ, ਆਪਾਂ ਇਹਨਾਂ ਨੂੰ ਬਣਾ ਕੇ ਦੇਖਦੇ ਹਾਂ ਟ੍ਰਾਇੰਗਲ ਦੇ ਹਿਸਾਬ ਨਾਲ। ਪਹਿਲਾਂ ਇਹ ਵੈਕਟਰ ਡਰਾ ਕਰੋ 2i + 3j। ਆ ਦੇਖੋ 2i ਇੱਥੇ 1 2 2 2i + 3j ਕਰੂੰਗਾ 1 2 3 ਤਾਂ ਆ ਇਹ ਵੈਕਟਰ ਬਣ ਗਿਆ ਆਪਣਾ। ਦੇਖੋ ਫਿਰ ਉੱਥੋਂ ਹੀ ਇਹਦੇ ਸਿਰੇ ਤੋਂ ਮੈਂ ਟ੍ਰਾਇੰਗਲ ਲਾਉਣ ਜਾ ਰਿਹਾ। b ਵੈਕਟਰ ਡਰਾ ਕਰੋ i - 2j। ਇੱਥੇ ਦੇਖੋ i ਇੱਧਰ ਆ ਗਿਆ -2j ਨੀਚੇ ਨੂੰ ਆ ਗਿਆ, ਆ b ਵੈਕਟਰ ਡਰਾ ਕਰਤਾ। ਸੋ ਇਸ ਵੈਕਟਰ ਨੂੰ ਤੇ ਇਸ ਵੈਕਟਰ ਨੂੰ ਮਿਲਾ ਕੇ ਬਣੂਗਾ ਆ ਵੈਕਟਰ। ਆ ਵੈਕਟਰ ਕੀ ਬਣਿਆ? ਦੇਖੋ 1 2 3 ਉੱਪਰ 1 3i ਕੈਪ + 2j ਕੈਪ + j ਕੈਪ। ਆ ਦੇਖੋ ਬਣ ਗਿਆ। ਸੋ ਉਹੀ ਮੈਂ ਚੀਜ਼ ਚ ਸ਼ੋ ਕੀਤੀ ਹੈ ਕਿ ਇਹ ਨੋਟੇਸ਼ਨ ਵੀ ਉਹੀ ਕੰਮ ਕਰ ਰਹੀ ਹੈ ਜੋ ਪਹਿਲਾਂ ਵਾਲੀ ਕਰ ਰਹੀ ਸੀ। ਤੇ ਇਹੀ ਚੀਜ਼ ਤੁਸੀਂ ਪੈਰਲਲੋਗ੍ਰਾਮ ਲਾ ਨਾਲ ਵੀ ਕਰਕੇ ਦੇਖ ਸਕਦੇ ਹੋ। ਜਿਵੇਂ ਆ ਪਹਿਲਾਂ a ਵੈਕਟਰ ਡਰਾ ਕਰਤਾ 2i + 3j ਤਾਂ 2i ਇੱਥੇ ਦੇਖੋ 1 1 2 3j ਆ a ਵੈਕਟਰ ਡਰਾ ਹੋ ਗਿਆ 2i + 3j। b ਵੈਕਟਰ ਇੱਥੇ ਡਰਾ ਕਰ ਦੋ, ਪੈਰਲਲੋਗ੍ਰਾਮ ਲਾਵਾਂਗੇ i - 2j i - 2j ਆ ਦੇਖੋ ਆ ਗਿਆ ਇੱਧਰ ਨੂੰ। ਇਹਨਾਂ ਤੇ ਪੈਰਲਲੋਗ੍ਰਾਮ ਲਾਉਣਾ ਆਇਆ। ਇੱਥੇ ਦੇਖਿਆ ਆ ਜਿਹੜਾ ਵੈਕਟਰ ਬਣਿਆ ਇਹ ਕਿੰਨੇ ਆਈ ਆ 3, ਇਹ j ਕਿੰਨੇ ਆ 1। ਆ ਦੇਖੋ ਹੁਣ ਵੈਸੇ ਕਰਕੇ ਇਹੀ ਆਨਸਰ ਆ ਰਿਹਾ ਤੇ ਪੈਰਲਲੋਗ੍ਰਾਮ ਲਾਉਣ ਨਾਲ ਵੀ ਆਨਸਰ ਆ ਰਿਹਾ। ਕਹਿੰਦਾ ਬਾ ਤੁਹਾਡੀ ਨਵੀਂ ਨੋਟੇਸ਼ਨ ਜ਼ਰੂਰ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਪੁਰਾਣੇ ਲਾਜ਼ ਆਪਣੇ ਖਤਮ ਹੋ ਗਏ ਆ, ਉਹਦੇ ਕੋਈ ਲੋੜ ਨਹੀਂ, ਉਹੀ ਚੱਲ ਰਹੇ ਨੇ ਹਲੇ ਵੀ। ਬਸ ਹੁਣ ਸੌਖਾ ਹੋ ਗਿਆ ਕੰਮ i j k ਕੈਪਚਰ ਕਰਨਾ। ਜਿਵੇਂ ਆ ਚਲੋ 2 ਗੱਲਾਂ ਨੇ, ਮੈਂ ਜ਼ਿਆਦਾ ਤੁਹਾਨੂੰ ਨਹੀਂ ਵੀ ਤੰਗ ਕਰਨਾ। ਅੱਜ ਤੁਸੀਂ ਬਹੁਤ ਵਧੀਆ ਕਲਾਸ ਲਾਈ ਤੇ ਆ ਜਿਹੜੀ 2-3 ਚੀਜ਼ਾਂ ਨੇ ਮੈਂ ਕੱਲ ਦੱਸੂਗਾ ਤੁਹਾਨੂੰ ਸਾਰਿਆਂ ਨੂੰ, ਆ ਵਾਲੀ ਪੋਜੀਸ਼ਨ ਵੈਕਟਰ ਐਂਡ ਆਲ ਦੈਟ। ਤੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸੂਗਾ ਹੁਣ ਕੁਝ ਹੋਰ ਚੀਜ਼ਾਂ ਵੀ ਜਿਹੜੀਆਂ ਡਾਟ ਤੇ ਕ੍ਰਾਸ ਨੂੰ ਲੈ ਕੇ ਆਪਾਂ ਐਸਾ ਚ ਯੂਜ਼ ਕਰਦੇ ਹਾਂ, ਜਿਹੜੇ ਤੁਹਾਡੇ ਨੂਮੈਰੀਕਲਸ ਨੇ ਜ਼ਿਆਦਾ ਤੋਂ ਜ਼ਿਆਦਾ ਕਿਵੇਂ ਹੋਣਗੇ ਤੇ ਉਹ ਸਾਰੀਆਂ ਚੀਜ਼ਾਂ ਕਰਾਂਗਾ। ਤੇ ਕ੍ਰਾਸ ਪ੍ਰੋਡਕਟ ਤੇ ਡਾਟ ਪ੍ਰੋਡਕਟ ਕਰਨਾ ਵੀ ਸਿਖਾਊਂਗਾ। ਹੁਣ ਇਹ ਤਾਂ ਐਡੀਸ਼ਨ ਸਬਟ੍ਰੈਕਸ਼ਨ ਦੱਸੀ ਨਾ i j ਕੈਪ ਚ, ਡਾਟ ਤੇ ਕ੍ਰਾਸ ਵੀ ਇਹ ਚ ਹੋਊਗੀ, ਬੜੀ ਸੌਖੀ ਹੋਊਗੀ। ਮੈਨੂੰ ਇਹ ਲੱਗ ਰਿਹਾ ਕਿ ਅਗਲੀ ਕਲਾਸ ਚ ਆਪਾਂ ਸਾਰਾ ਕੁਝ ਕਰ ਦੇਵਾਂਗੇ ਖਤਮ। ਯਾਨੀ ਕਿ ਅੱਜ ਸੰਡੇ ਹੈਗਾ, ਮੰਡੇ ਕੱਲ ਤੁਹਾਡੀ ਛੁੱਟੀ ਰੱਖੂੰਗਾ ਮੈਂ, ਤੁਸੀਂ ਅਗਲੀ ਅਸਾਈਨਮੈਂਟਸ ਦੇ ਹੋਰ ਕਰਦੇ ਰਹੋ ਕੰਮ। ਤੇ ਮੰਡੇ ਤੋਂ ਬਾਅਦ ਟਿਊਜ਼ਡੇ ਨੂੰ ਮੈਂ ਤੁਹਾਡੀ ਇੱਕ ਕਲਾਸ ਹੋਰ ਲਗਾਉਂਗਾ ਜਿਸ 'ਚ ਮੈਂ ਡਾਟ ਕ੍ਰਾਸ ਇਹਦੇ ਰਿਗਾਰਡਿੰਗ ਹੋਰ ਕੁਝ ਚੀਜ਼ਾਂ ਬਹੁਤ ਇੰਟਰਸਟਿੰਗ ਦੱਸੂਗਾ ਤੁਹਾਨੂੰ, ਮੈਂ ਉਹਦੇ ਬਾਰੇ ਤੁਹਾਨੂੰ ਕਨਵਿੰਸ ਕਰੂੰਗਾ। ਫਿਰ ਬੁੱਧਵਾਰ ਤੇ ਵੀਰਵਾਰ ਨੂੰ ਤੁਹਾਡੀਆਂ ਪ੍ਰੋਬਲਮਸ ਲਵਾਂਗਾ। ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਨਹੀਂ ਤੁਹਾਨੂੰ ਕੋਈ ਵੀ ਫੈਕਟਰ ਦੀ ਕੋਈ ਪ੍ਰੋਬਲਮ ਰਹਿ ਜੂਗੀ। ਸੋ ਤੁਸੀਂ ਸਾਰੇ ਪੂਰਾ ਕੋਆਪਰੇਟ ਕਰੋ ਇਸੇ ਤਰ੍ਹਾਂ ਹੀ, ਠੀਕ ਹੈ? ਜਿਵੇਂ ਮਿਹਨਤ ਕਰੋ ਨਾਲ ਦੀ ਨਾਲ, ਪ੍ਰੋਬਲਮਸ ਆਪਣੀ ਖੁੱਲ ਕੇ ਪੁੱਛੋ, ਜੋ ਮਰਜ਼ੀ ਪੁੱਛਣਾ, ਸੋ ਦੈਟ ਆਪਾਂ ਇਹਨੂੰ ਕਰ ਸਕੀਏ, ਠੀਕ ਹੈ ਜੀ? ਸੋ ਹੁਣ ਸੰਡੇ ਆਪਣਾ ਮਨਾਓ ਤੁਸੀਂ ਜਿਵੇਂ ਮਰਜ਼ੀ, ਆਪਣੇ ਜੋ ਪਲਾਨਸ ਹੋਣ ਉਹ ਕਰੋ। ਥੈਂਕ ਯੂ ਸੋ ਮਚ। ਥੈਂਕ ਯੂ ਸਰ। ਥੈਂਕ ਯੂ ਸਰ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਮੈਂ ਇਹਦੀ ਰਿਕਾਰਡਿੰਗ ਭੇਜ ਦੂੰਗਾ ਥੈਂਕ ਯੂ ਤੁਹਾਨੂੰ। ਸਰ। ਥੈਂਕ ਯੂ ਸਰ। ਥੈਂਕ ਯੂ।